ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਟੈਲੀਵਿਜ਼ਨ ਦੇ ਇਸ ਵਿਸ਼ੇਸ਼ ਰੂਬਰੂ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਜਿਵੇਂ ਕਿ ਆਪ ਜਾਣਦੇ ਹੋ ਕਿ ਰੂਬਰੂ ਪ੍ਰੋਗਰਾਮ ਦੇ ਵਿੱਚ ਉਹਨਾਂ ਸ਼ਖਸੀਅਤਾਂ ਨੂੰ, ਸੰਸਥਾਵਾਂ ਨੂੰ, ਅਦਾਰਿਆਂ ਨੂੰ ਆਪ ਸਭ ਦੇ ਰੂਬਰੂ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਕੁਝ ਇਹੋ ਜਿਹਾ ਕੀਤਾ ਹੋਵੇ ਕਿ ਉਹਨਾਂ ਦੀ ਕੀਤੀ ਅਤੇ ਨੀਤੀ ਤੋਂ ਸੇਧ ਪ੍ਰਾਪਤ ਕਰਕੇ ਆਪਾਂ ਆਪਣੇ ਆਉਣ ਵਾਲੇ ਸਮੇਂ ਨੂੰ ਰੋਸ਼ਨ ਕਰ ਸਕਦੇ ਹੋਈਏ। ਅੱਜ ਦਾ ਦਿਨ ਖਾਸ ਤੌਰ ਦੇ ਉੱਤੇ ਇੱਕ ਇਹੋ ਜਿਹਾ ਵਿਅਕਤੀ ਆਪ ਸਭ ਦੇ ਰੂਬਰੂ ਕਰ ਰਿਹਾ ਜਿਹਦਾ ਇਕੱਲੇ ਦਾ ਕੰਮ ਪੂਰੀ ਸੰਸਥਾ ਜਿੱਡਾ ਹੈ, ਪੂਰੇ ਅਦਾਰੇ ਜਿੱਡਾ ਹੈ ਔਰ ਪੰਜਾਬ ਦੀ ਧਰਤੀ ਤੋਂ ਚੱਲ ਕੇ ਇੱਥੇ ਤੱਕ ਪਹੁੰਚਦਿਆਂ ਪ੍ਰਾਪਤੀਆਂ ਇੰਨੀਆਂ ਵੱਡੀਆਂ ਨੇ ਕਿ ਸਾਡੀ ਆਉਣ ਵਾਲੀ ਪੀੜ੍ਹੀ ਉਹਦੇ ਤੋਂ ਸੇਧ ਪ੍ਰਾਪਤ ਕਰ ਸਕਦੀ ਆ ਅਤੇ ਆਪਣਾ ਭਵਿੱਖ ਰੋਸ਼ਨ ਕਰ ਸਕਦੀ ਆ। ਮੇਰੀ ਮੁਰਾਦ ਹੈ ਮਿਸਟਰ ਮੁਕੇਸ਼ ਮੌਰੀਆ। ਸਭ ਤੋਂ ਪਹਿਲਾਂ ਮੁਕੇਸ਼ ਮੌਰੀਆ ਨੂੰ ਜੀ ਆਇਆਂ ਆਖਦੇ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਔਰ ਮੈਂ ਆਪ ਸਭ ਨਾਲ ਇਹ ਗੱਲ ਸਾਂਝੀ ਕਰਦਾ ਜਾਵਾਂ ਕਿ ਮੁਕੇਸ਼ ਮੌਰੀਆ ਜੀ ਜਿੱਥੇ ਦੁਨੀਆ ਜਾਣਦੀ ਹੈ ਕਿ ਮੌਰੀਆ ਸੋਲਿਸਟਰ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਦੇ ਤੌਰ 'ਤੇ ਨੇ, ਪਾਰਟਨਰ ਦੇ ਤੌਰ 'ਤੇ ਵਿਚਰ ਰਹੇ ਨੇ, ਪਰ ਕਮਿਊਨਿਟੀ ਦੇ ਤੌਰ 'ਤੇ ਉਹਨਾਂ ਦੀ ਬਹੁਤ ਵੱਡੀ ਸੇਵਾ ਹੈ। ਉਹ ਚੈਂਬਰ ਆਫ ਕਮਰਸ ਦੇ ਮੈਂਬਰ ਰਹੇ ਨੇ ਬਹੁਤ ਲੰਬਾ ਅਰਸਾ। IAB ਜਿਹੜੀ ਕਿ ਏਸ਼ੀਅਨ ਬਿਜ਼ਨਸ ਦੀ ਇੰਸਟੀਚਿਊਟ ਆਫ ਏਸ਼ੀਅਨ ਬਿਜ਼ਨਸ ਸੰਸਥਾ ਉਹਦੇ ਚੇਅਰਮੈਨ ਰਹਿ ਚੁੱਕੇ ਨੇ ਔਰ ਜਿਹੜੀ ਬਲਾਈਂਡ ਪੀਪਲ ਦੇ ਲਈ ਸੇਵਾ ਕਰਨ ਵਾਲੀ ਸੰਸਥਾ ਫੋਕਸ ਹੈ ਉਹਦੇ ਵਿੱਚ ਵੀ ਉਹ ਸੇਵਾ ਕਰਨ ਲਈ ਜਾ ਰਹੇ ਨੇ ਬੜੀ ਜਲਦੀ। ਔਰ ਕਿੰਗ ਐਡਵਰਡ ਸਕੂਲ ਦੇ ਤਕਰੀਬਨ 5 ਸਾਲ ਉਹਨਾਂ ਨੇ ਗਵਰਨਰ ਰਹਿ ਕੇ ਸੇਵਾ ਕੀਤੀ ਹੈ। ਬਹੁਤ ਸਾਰੀਆਂ ਚੈਰਿਟੀਆਂ ਦੇ ਨਾਲ ਉਹਨਾਂ ਨੇ ਆਪਣੀ ਸੰਸਥਾ ਦੇ ਵੱਲੋਂ, ਆਪਣੇ ਅਦਾਰੇ ਦੇ ਵੱਲੋਂ ਵੀ ਸੇਵਾ ਕੀਤੀ ਹੈ ਔਰ ਨਿੱਜੀ ਤੌਰ 'ਤੇ ਵੀ ਉਹਨਾਂ ਦੇ ਵਿੱਚ ਹਿੱਸਾ ਪਾਇਆ ਹੈ। ਸਮਾਜ ਸੇਵਕ ਦੇ ਤੌਰ 'ਤੇ ਉਹਨਾਂ ਨੂੰ ਜਾਣਿਆ ਜਾਂਦਾ ਹੈ। ਪਰ ਕੰਮਕਾਰ ਕਰਦਿਆਂ ਹੋਇਆਂ, ਬਿਜ਼ਨਸ ਪਰਸਨੈਲਿਟੀ ਦੇ ਵਿੱਚ ਹੁੰਦਿਆਂ ਹੋਇਆਂ, ਬਿਜ਼ਨਸ ਪਰਸਨੈਲਿਟੀ ਹੁੰਦਿਆਂ, ਬਿਜ਼ਨਸ ਅਦਾਰੇ ਦੇ ਵਿੱਚ ਹੁੰਦਿਆਂ ਹੋਇਆਂ, ਐਜੂਕੇਸ਼ਨ ਨਾਲ ਜੁੜੇ ਹੋਣ ਦੇ ਬਾਵਜੂਦ ਵੀ ਉਹ ਸਪਿਰਿਚੁਅਲ ਤੌਰ 'ਤੇ ਵੀ ਅੰਤਰਾਤਮੇ ਨਾਲ ਜੁੜੇ ਹੋਏ ਵਿਅਕਤੀ ਨੇ। ਆਪਾਂ ਇਹ ਸਾਰੇ ਪੱਖਾਂ ਬਾਰੇ ਉਹਨਾਂ ਨਾਲ ਗੱਲ ਕਰਾਂਗੇ ਮੁਕੇਸ਼ ਜੀ। ਪਰ ਗੱਲ ਆਰੰਭ ਕਰਦੇ ਹਾਂ ਸ਼ੁਰੂ ਤੋਂ ਹੀ, ਤੁਹਾਡਾ ਪੰਜਾਬ ਦੇ ਵਿੱਚ ਪਿੰਡ ਕਿਹੜਾ? ਪਹਿਲਾਂ ਮੈਂ ਕਹਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਮੇਰਾ ਪਿੰਡ ਕਾਲਾ ਸੰਘਿਆ ਜੀ, ਇਹ ਡਿਸਟ੍ਰਿਕਟ ਕਪੂਰਥਲੇ ਦੇ ਵਿੱਚ ਹੈ ਜੀ। ਅਤੇ ਤੁਸੀਂ ਤਾਂ ਖੁਦ ਉੱਥੇ ਜੀ ਕੰਮ ਕੀਤਾ। ਬਿਲਕੁਲ ਬਿਲਕੁਲ। ਅਤੇ ਤੁਹਾਨੂੰ ਉਸ ਪਿੰਡ ਬਾਰੇ ਬੜੀ ਨੌਲੇਜ ਆ। ਬਿਲਕੁਲ ਇਤਿਹਾਸਕ ਮਹੱਤਤਾ ਵਾਲਾ ਪਿੰਡ ਹੈ ਜੀ। ਜਿਹੜਾ ਸਾਡਾ ਪਿੰਡ ਸੀਗਾ ਇਹ 5 ਪੀਰਾਂ ਨੇ ਬੰਨਿਆ ਸੀ ਜੀ। ਇੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸ਼ਿਕਾਰ ਵੀ ਕੀਤਾ। ਇੱਥੇ ਇੱਕ ਸ਼ੇਰ ਹੁੰਦਾ ਸੀ ਜੀ, ਉਹ ਬੜਾ ਲੋਕਾਂ ਨੂੰ ਤੰਗ ਕਰਦਾ ਸੀ ਜੀ। ਗੁਰੂ ਹਰਗੋਬਿੰਦ ਸਾਹਿਬ ਜੀ ਸਪੈਸ਼ਲੀ ਇੱਥੇ ਆਏ ਅਤੇ ਉਹਨਾਂ ਨੇ ਉਹ ਸ਼ਿਕਾਰ ਕੀਤਾ ਸ਼ੇਰ ਦਾ ਅਤੇ ਉਹ ਲੋਕਾਂ ਨੂੰ ਬੜੀ ਉਸ ਚੀਜ਼ ਤੋਂ ਰਾਹਤ ਮਿਲੀ। ਬਿਲਕੁਲ। ਉਸ ਜਗ੍ਹਾ ਦੇ ਉੱਤੇ ਹੁਣ ਟਾਹਲੀ ਸਾਹਿਬ ਗੁਰਦੁਆਰਾ ਜੀ। ਸਾਡੇ ਪਿੰਡ ਦੇ ਵਿੱਚ 4 ਗੁਰਦੁਆਰੇ ਆ ਜੀ ਅਤੇ ਇਹ ਬੜਾ ਹਿਸਟੋਰੀਕਲ ਗੁਰਦੁਆਰਾ। ਫਿਰ ਸਾਡੇ ਪਿੰਡ ਦੇ ਵਿੱਚ ਬਾਬਾ ਕਾਨਦਾਸ ਜੀ ਦਾ ਗੁਰਦੁਆਰਾ। ਬਿਲਕੁਲ, ਉਹ ਵੀ ਇਤਿਹਾਸਕ ਮਹੱਤਤਾ ਵਾਲਾ ਗੁਰਦੁਆਰਾ ਜੀ। ਉਹਦੀ ਬੜੀ ਮਾਨਤਾ ਜੀ। ਬੜੀ ਦੂਰੋਂ ਲੋਕ ਉਸ ਗੁਰਦੁਆਰੇ ਦੇ ਵਿੱਚ ਆਉਂਦੇ ਆ ਜੀ, ਮੰਨਤਾਂ ਮੰਗਦੇ ਆ ਜੀ ਔਰ ਉਹਨਾਂ ਦੀਆਂ ਮੰਨਤਾਂ ਪੂਰੀਆਂ ਹੁੰਦੀਆਂ ਜੀ। ਪਰਿਵਾਰਕ ਪਿਛੋਕੜ ਪਿੰਡ ਦੀ ਆਪਾਂ ਗੱਲ ਕੀਤੀ, ਪਿੰਡ ਤੋਂ ਮਾਤਾ ਪਿਤਾ ਦੀ ਗੱਲ, ਪਰਿਵਾਰਕ ਪਿਛੋਕੜ ਕਿਹੋ ਜਿਹਾ ਸੀ? ਮੇਰੇ ਫੈਮਿਲੀ ਜਿਹੜੀ ਸੀ ਪਿੰਡ ਦੇ ਵਿੱਚ, ਅਸੀਂ ਸਾਡੀ ਕਾਫੀ ਖੁਸ਼ੀਆਂ ਭਰਾ ਅਸੀਂ ਟਾਈਮ ਦੇਖਿਆ ਅਤੇ ਮੇਰੀ ਮਾਤਾ ਜੀ ਦਾ ਮੇਰੇ 'ਤੇ ਬੜਾ ਇਨਫਲੂਐਂਸ ਸੀਗਾ ਜੀ। ਮੇਰੀ ਮਾਤਾ ਜੀ ਉਹ ਰਮਾਇਣ ਦਾ ਪਾਠ ਰੋਜ਼ ਕਰਦੇ ਸੀ। ਕਿਆ ਬਾਤ ਹੈ। ਉਹ ਹਨੂੰਮਾਨ ਜੀ ਦੇ ਬੜੇ ਉਪਾਸਕ ਸੀ ਜੀ। ਉਹਨਾਂ ਨੇ ਹਰ ਰੋਜ਼ 6 ਵਰਕੇ ਰਮਾਇਣ ਦੇ ਪੜ੍ਹਨੇ। ਠੀਕ। ਅਤੇ ਉਹ ਮੁਹੱਲੇ ਦੀਆਂ ਔਰਤਾਂ ਉਹਨਾਂ ਕੋਲ ਆ ਕੇ ਬਹਿੰਦੀਆਂ ਸੀ। ਠੀਕ। ਅਤੇ ਮੈਨੂੰ ਬੜੀ ਸ਼ਰਧਾ ਸੀ। ਮੈਂ ਰੋਜ਼ ਫੁੱਲ ਲੈ ਕੇ ਉੱਥੇ ਰਮਾਇਣ 'ਤੇ ਚੜ੍ਹਾਉਣੇ ਅਤੇ ਉਹ 6 ਵਰਕੇ ਮੈਂ ਸੁਣਨੇ। ਠੀਕ। ਉਹਦੇ ਨਾਲ ਮੈਨੂੰ ਭਗਵਾਨ ਰਾਮ ਜੀ ਨਾਲ ਬੜਾ ਪਿਆਰ ਪੈ ਗਿਆ ਜੀ। ਮੇਰੀ ਉਸ ਟਾਈਮ ਦੀ ਉਮਰ ਸੀ ਕੋਈ 9-10 ਸਾਲ ਦੀ। ਠੀਕ। ਅਤੇ ਇੱਕ ਰਾਤ ਨੂੰ ਕੀ ਹੋਇਆ ਕਿ ਭਗਵਾਨ ਰਾਮ ਜੀ ਦੇ ਮੈਨੂੰ ਅੰਦਰ ਦਰਸ਼ਨ ਹੋਏ। ਕਿਆ ਬਾਤ ਹੈ। ਅਤੇ ਕਿਉਂਕਿ ਮੈਂ ਬੱਚਾ ਸੀ ਹਾਂਜੀ, ਅਤੇ ਉਹਨਾਂ ਦੀ ਪਿਕਚਰ ਉਸ ਤਰੀਕੇ ਨਾਲ ਨਹੀਂ ਸੀ ਜਿੱਦਾਂ ਅਸੀਂ ਫੋਟੋਆਂ 'ਤੇ ਦੇਖਦੇ ਹਾਂ, ਉਹਨਾਂ ਦੇ ਚਿੱਤਰਾਂ 'ਚ ਦੇਖਦੇ ਹਾਂ ਕਿ ਉਹਨਾਂ ਕੋਲ ਧਨੁਸ਼ ਬਾਣ ਆ ਔਰ ਮੁਕਟ ਬੰਨਿਆ ਆ। ਹਾਂਜੀ। ਉਹਨਾਂ ਦੀ ਜਿਹੜੀ ਪਿਕਚਰ ਸੀਗੀ ਉਹ ਬੜੀ ਰੇਡੀਐਂਟ ਫਾਰਮ ਸੀ। ਲੇਕਿਨ ਕਿਉਂਕਿ ਮੈਂ ਬੱਚਾ ਸੀ ਅਤੇ ਉਸ ਟਾਈਮ 'ਤੇ ਮੈਂ ਉਹ ਚੀਜ਼ ਨੂੰ ਸਮਝ ਨਹੀਂ ਸਕਿਆ, ਮੈਂ ਥੋੜ੍ਹਾ ਡਰ ਗਿਆ। ਠੀਕ। ਅਤੇ ਇੱਦਾਂ ਫਿਰ ਮੇਰੀ ਮਾਤਾ ਜੀ ਦਾ ਜਿਹੜਾ ਇਨਫਲੂਐਂਸ ਸੀ, ਫਿਰ ਮੇਰਾ ਜਿਹੜਾ ਕੋਡ ਆਫ ਕੰਡਕਟ ਸੀਗਾ ਕਿ ਕਿਸ ਤਰੀਕੇ ਨਾਲ ਜ਼ਿੰਦਗੀ ਵਿੱਚ ਰਹਿਣਾ, ਕਿਸ ਤਰੀਕੇ ਨਾਲ ਇਮਾਨਦਾਰੀ ਨਾਲ ਆਪਣੇ ਭੈਣਾਂ ਭਰਾਵਾਂ ਨਾਲ ਤੁਸੀਂ ਰਹਿਣਾ, ਆਪਣੇ
ਪੇਰੈਂਟਸ ਦੀ ਇੱਜ਼ਤ ਕਰਨੀ, ਇਹ ਚੀਜ਼ਾਂ ਮੈਂ ਸਾਰੀਆਂ ਰਮਾਇਣ ਦੇ ਵਿੱਚੋਂ ਸਿੱਖੀਆਂ। ਬਿਲਕੁਲ, ਦੁਨੀਆ 'ਚ ਕਿਵੇਂ ਵਿਚਰਨਾ ਰਮਾਇਣ ਬਹੁਤ ਵਧੀਆ ਤਰੀਕੇ ਨਾਲ ਸਿਖਾਉਂਦੀ ਆ, ਉਹਦੇ 'ਚੋਂ ਸਿੱਖਿਆ ਮਿਲਦੀ ਹੈ ਸੰਸਾਰ ਭਰ 'ਚ ਵਿਚਰਨ ਦੀ। ਤੁਹਾਡੀ ਜਿਹੜੀ ਵਿਚਾਰਧਾਰਾ ਉਹਦੇ 'ਚ ਪ੍ਰੋਗਰੈਸਿਵ ਅੰਸ਼ ਵੀ ਹੈ, ਉਹ ਕਿੱਥੋਂ ਆਈ? ਇੱਦਾਂ ਸੀ, ਇਹ ਤਾਂ ਮੇਰੀ ਜਦੋਂ ਬਚਪਨ ਦੀ ਲਾਈਫ ਸੀ। ਇਹਦੇ ਨਾਲ ਹੀ ਕੀ ਹੋਇਆ ਕਿ ਜਦੋਂ ਮੈਂ ਥੋੜ੍ਹਾ ਵੱਡਾ ਹੋਇਆ, ਹਾਂਜੀ, 2 ਸਾਲ ਬਾਅਦ 12-13 ਸਾਲ ਦੀ ਉਮਰ ਸੀ ਮੇਰੀ, ਤੇ ਮੇਰੇ ਵਿਚਾਰ ਮਨ ਦੇ ਵਿੱਚ ਆਇਆ ਕਿ ਸਾਧੂ ਬਣ ਜਾਣਾ ਚਾਹੀਦਾ। ਕੀ ਬਾਤ ਹੈ। ਕਿ ਸਾਰੀ ਦੁਨੀਆ ਛੱਡ ਕੇ ਕਿ ਮੈਂ ਜੰਗਲ ਦੇ ਵਿੱਚ ਜਾਵਾਂ ਤੇ ਮੈਂ ਜਾ ਕੇ ਉੱਥੇ ਪਰਮਾਤਮਾ ਬਾਰੇ ਖੋਜ ਕਰਾਂ ਜੀ। ਇੱਕ ਮੇਰੀ ਇਹ ਆਦਤ ਸੀਗੀ ਕਿ ਜਦੋਂ ਵੀ ਕਿਸੇ ਦੀ ਮੌਤ ਹੁੰਦੀ ਸੀ ਪਿੰਡ ਦੇ ਵਿੱਚ, ਮੈਂ ਉਹਨਾਂ ਦੇ ਘਰ ਅਫਸੋਸ ਕਰਨ ਜਾਂਦਾ ਸੀ ਛੋਟਾ ਹੁੰਦਾ ਜੀ, ਨਾਲ ਆਪਣੇ ਪਿਤਾ ਜੀ ਦੇ, ਤੇ ਉਹਦੇ ਫਿਊਨਰਲ ਤੇ ਵੀ ਜਾਣਾ। ਠੀਕ। ਤੇ ਫਿਰ ਆ ਕੇ ਬੜਾ ਸ਼ੌਕ ਹੋਣਾ, ਦੇਖਣਾ ਕਿ ਲੋਕ ਇੰਨੇ ਰੋ ਰਹੇ, ਕੀ ਹੋਇਆ, ਕੀ ਬੰਦਾ ਇਹ ਵਾਪਸ ਨਹੀਂ ਆ ਸਕਦਾ ਸੀ। ਤੇ ਇਹਦੇ ਬਾਰੇ ਸੋਚਣਾ ਕਿ ਲਾਈਫ ਜਿਹੜੀ ਹੈਗੀ ਆ, ਕਿ ਇਹੀ ਲਾਈਫ ਆ ਕਿ ਜਨਮ ਲੈਣਾ, ਫਿਰ ਗਰੋ ਹੋਣਾ, ਫਿਰ ਡਿਕੇ ਹੋਣੀ, ਇਹ ਸਵਾਲ ਫਿਰ ਡਿਸੋਲੂਸ਼ਨ ਹੋ ਜਾਣੀ, ਇਸ ਤੋਂ ਬਾਅਦ ਕੀ ਹੋਣਾ। ਇਹ ਜਿਹੜੇ ਕੁਐਸਚਨਾਂ ਦੇ ਮੈਨੂੰ ਆਨਸਰ ਨਹੀਂ ਮਿਲ ਰਹੇ ਸੀ। ਤੇ ਮੈਂ ਆਪਣੇ ਫਰੈਂਡ ਸੀ ਸ਼ਾਮ ਸੁੰਦਰ, ਉਹਦੇ ਨਾਲ ਸਲਾਹ ਕੀਤੀ ਵੀ ਆਪਾਂ ਸਾਧੂ ਬਣ ਜਾਈਏ ਜੀ। ਲੇਕਿਨ ਮੇਰੀ ਆਪਣੇ ਪੇਰੈਂਟਸ ਨਾਲ ਬੜੀ ਅਟੈਚਮੈਂਟ ਸੀ, ਲੇਕਿਨ ਮੈਂ ਛੱਡ ਨਹੀਂ ਸਕਿਆ। ਲੇਕਿਨ ਸ਼ਾਮ ਸੁੰਦਰ ਥੋੜ੍ਹੇ ਦਿਨਾਂ ਵਾਸਤੇ ਉਹ ਹਰਿਦੁਆਰ ਚਲਾ ਗਿਆ, ਉਹ ਸਾਧੂਆਂ ਕੋਲ ਰਹਿ ਕੇ ਆਇਆ ਵਾਪਸ, ਲੇਕਿਨ ਮੈਂ ਆਪਣੇ ਪੇਰੈਂਟਸ ਨੂੰ ਉਸ ਟਾਈਮ ਛੱਡ ਨਹੀਂ ਸਕਿਆ ਜੀ। ਇਹਦੇ ਤੋਂ ਬਾਅਦ ਕੀ ਹੋਇਆ, ਜਦੋਂ ਮੈਂ 15-16 ਸਾਲ ਦੀ ਉਮਰ ਮੇਰੀ ਹੋਈ ਜੀ, ਤੇ ਮੈਂ ਜਦੋਂ ਆਪਣੇ ਆਲੇ ਦੁਆਲੇ ਦੇਖਦਾ ਸੀ, ਕਿਸੇ ਦੇ ਘਰ ਵਿੱਚ ਖਾਣਾ ਹੈ, ਕਿਸੇ ਦੇ ਘਰ ਵਿੱਚ ਖਾਣਾ ਨਹੀਂ। ਇੱਕ ਬੱਚਾ ਸਕੂਲ ਜਾ ਰਿਹਾ, ਦੂਸਰਾ ਬੱਚਾ ਰੈਸਟੋਰੈਂਟ ਤੇ ਭਾਂਡੇ ਧੋ ਰਿਹਾ ਜੀ। ਉਹੀ ਲੋਕ ਜਿਹੜੇ ਤੁਹਾਡੀ ਸਫਾਈ ਕਰਦੇ ਆ, ਤੁਸੀਂ ਉਹਨਾਂ ਨੂੰ ਕਹਿੰਦੇ ਕਿ ਇਹ ਸਾਡੇ ਨਾਲ ਬੈਠਣੇ ਨਹੀਂ ਚਾਹੀਦੇ। ਇੱਕ ਔਰਤ ਬੱਚੇ ਨੂੰ ਬੰਨ੍ਹ ਕੇ ਪਿੱਛੇ ਆਪਣੀ ਪਿੱਠ ਦੇ ਪੱਥਰ ਤੋੜ ਰਹੀ ਆ, ਰੂੜੀ ਤੋੜ ਲਈ ਛੱਡ ਦਿੱਤੇ। ਇੱਕ ਲੋਕ ਐਸ਼ ਕਰ ਰਹੇ ਆ। ਇਹ ਜਿਹੜੀਆਂ ਇਨਇਕੁਐਲਿਟੀ ਸੀਗੀਆਂ, ਇਹਨੂੰ ਮੈਨੂੰ ਬੜੀ ਡਿਸਟਰਬੈਂਸ ਕੀਤੀ। ਇੱਦਾਂ ਨਹੀਂ ਸੀ ਕਿ ਮੈਂ ਇੰਪ੍ਰੈਸ਼ਨੇਬਲ ਸੀ ਵੀ ਇੰਪ੍ਰੈਸ਼ਨ ਦੇ ਕੇ ਚੇਂਜ ਹੋਵਾਂ, ਲੇਕਿਨ ਇਹ ਮੇਰੇ ਅੰਦਰ ਵਿੱਚ ਇਹ ਬੜੀ ਕੁੱਟ-ਕੁੱਟ ਕੇ ਜਿੱਦਾਂ DNA ਵਿੱਚ ਭਰੀ ਸੀ ਕਿ ਇਨਜਸਟਿਸ ਨਹੀਂ ਹੋਣਾ ਚਾਹੀਦਾ, ਇਕੁਐਲਿਟੀ ਹੋਣੀ ਚਾਹੀਦੀ। ਮੇਰੇ ਵਿਚਾਰ ਉਦੋਂ ਸੋਸ਼ਲਿਸਟ ਟਾਈਪ ਦੇ ਉੱਤੇ ਹੋ ਗਏ ਜੀ। ਮੈਨੂੰ ਇੱਦਾਂ ਲੱਗਣ ਲੱਗ ਪਿਆ ਕਿ ਕੈਪੀਟਲਿਸਟ ਸਿਸਟਮ ਇਜ਼ ਦਾ ਵੇ ਆਫ ਡੈਵਲ ਐਂਡ ਐਕਸਪਲੋਇਟੇਸ਼ਨ, ਵਾਈਲ ਦ ਸੋਸ਼ਲਿਸਟ ਸਿਸਟਮ ਇਜ਼ ਟੂ ਬਿਲਡ ਅ ਜੈਨੂਇਨ ਸੋਸਾਇਟੀ। ਜੀ। ਸੋ ਇਹ ਮੇਰੀ ਵਿਚਾਰਧਾਰਾ ਉਸ ਟਾਈਮ ਤੇ ਚੇਂਜ ਹੋਈ। ਕਾਲਾ ਸਿੰਘਾ ਪਿੰਡ ਦੇ ਇਤਿਹਾਸ ਵਿੱਚ ਇਹ ਗੱਲ ਹੈਗੀ, ਪਹਿਲਾਂ ਤਾਂ ਗੁਰੂ ਹਰਗੋਬਿੰਦ ਸਾਹਿਬ ਨੇ ਪਿੰਡ ਨੂੰ ਇੱਕ ਤਰ੍ਹਾਂ ਦਾ ਵਰਸਾਇਆ ਤੇ ਜ਼ੁਲਮ ਦੇ ਖਿਲਾਫ ਖੜੋਣ ਦੀ ਗੱਲ ਕੀਤੀ, ਸ਼ੇਰ ਨੂੰ ਮਾਰਿਆ ਵੀ। ਉਸ ਤੋਂ ਬਾਅਦ 'ਚ ਗਦਰੀ ਬਾਬਿਆਂ ਦਾ ਬਹੁਤ ਵੱਡਾ ਯੋਗਦਾਨ ਰਿਹਾ। ਔਰ ਬੱਬਰ ਅਕਾਲੀ ਮੂਵਮੈਂਟ ਸੀਗੀ ਇੱਕ ਤਰ੍ਹਾਂ ਦੀ, ਜਿਨ੍ਹਾਂ ਨੇ ਦੇਸ਼ ਆਜ਼ਾਦ ਕਰਾਇਆ, ਕਿਸ਼ਨ ਸਿੰਘ ਗੜਗਾਜੂ ਨੇ, ਉਹਨਾਂ ਦਾ ਵੀ ਕਾਲਾ ਸਿੰਘ ਯੋਗਦਾਨ ਰਿਹਾ। ਇੱਦਾਂ ਸੀ ਸਾਡੇ ਬਾਬਾ ਹਰਨਾਮ ਸਿੰਘ ਜੀ ਸੀ, ਇਹ ਗਦਰੀ ਲਹਿਰ ਵਾਲੇ, ਉਹ 27 ਸਾਲ ਜੇਲ੍ਹ ਦੇ ਵਿੱਚ ਰਹੇ ਜੀ। ਇੱਦਾਂ ਕਿੱਸਾ ਹੈ ਇਹਦਾ ਕਿ ਇੱਕ ਠਾਕੁਰ ਸਿੰਘ ਜੀ ਸੀ ਕਾਲੇ ਸਿੰਘੇ ਪਿੰਡ ਦੇ, ਕਾਲਾ ਸਿੰਘਾ ਪਿੰਡ ਦੇ, ਹਾਂਜੀ, ਲੇਕਿਨ ਉਹ ਕਪੂਰਥਲੇ ਜਿਹੜੇ ਰਾਜੇ ਕੋਲ ਕੰਮ ਕਰਦੇ ਸੀ ਜੀ। ਉਹ ਲਾਹੌਰ ਜਾਂਦੇ ਰਹਿੰਦੇ ਸੀ ਜੀ। ਲਾਹੌਰ ਦੇ ਵਿੱਚ ਉਹਨਾਂ ਨੇ ਮਹਾਰਾਣੀ ਵਿਕਟੋਰੀਆ ਦਾ ਬੁੱਤ ਦੇਖਿਆ ਜੀ। ਉਹ ਬੁੱਤ ਜਿਹੜਾ ਇੱਕ ਹੱਥ ਵਿੱਚ ਉਹਦੇ ਤਲਵਾਰ ਫੜੀ ਹੋਈ ਸੀ ਤੇ ਇੱਕ ਹੱਥ ਦੇ ਵਿੱਚ ਉਹਦੇ ਪੈਨ ਸੀ ਜੀ। ਉਹਦੇ ਨੀਚੇ ਰੱਖਿਆ ਸੀਗਾ ਕਿ ਇੰਡੀਅਨਾਂ ਨੂੰ ਇਹ ਕਿਹਾ ਸੀਗਾ ਕਿ ਮੈਂ ਇਸ ਤਲਵਾਰ ਨਾਲ ਤੁਹਾਡੇ ਤੇ ਰਾਜ ਕਰਾਂ ਕਿ ਪੈਨ ਨਾਲ ਰਾਜ ਕਰਾਂ। ਕੀ ਬਾਤ ਹੈ। ਉਹਨੂੰ ਇਹ ਚੀਜ਼ ਨੂੰ ਬੜੀ ਹਰਟ ਹੋਈ। ਹਾਂਜੀ। ਉਹ ਪਿੰਡ ਵਾਪਸ ਆਇਆ ਜੀ। ਉਹਨੇ ਆਪਣੇ ਭਰਾਵਾਂ ਨਾਲ ਗੱਲ ਕੀਤੀ। ਉਹ ਭਰਾ ਬੜੇ ਹੌਸਲੇ ਵਾਲੇ ਬੰਦੇ ਸੀ। ਹਾਂਜੀ। ਚੇਤਨ ਤੇ ਹਜ਼ਾਰਾ ਸੀ ਉਹਨਾਂ ਦਾ ਨਾਮ। ਅੱਛਾ ਜੀ। ਠਾਕਰ ਦੇ ਭਰਾ ਸੀ ਚੇਤਨ ਤੇ ਹਜ਼ਾਰਾ। ਉਹ ਚੇਤਨ ਹਜ਼ਾਰਾ ਨੇ ਜਦੋਂ ਗੱਲ ਕੀਤੀ, ਉਹ ਕਹਿੰਦਾ ਵੀ ਉਹ ਬੁੱਤ ਬੜਾ ਚੁਭਦਾ, ਵੀ ਉਹ ਰਹਿਣਾ ਨਹੀਂ ਚਾਹੀਦਾ, ਉਹ ਬੜਾ ਹਿਊਮਿਲੀਏਟ ਕਰ ਰਿਹਾ ਜੀ ਇੰਡੀਅਨ ਕੌਮ ਸਾਰੀ ਨੂੰ। ਉਹਨਾਂ ਨੇ ਫਿਰ ਚੇਤਨ ਹਜ਼ਾਰਾ ਨੇ ਘੋੜਿਆਂ ਤੇ ਗਏ, ਉਹ ਰਾਤੋਂ ਰਾਤ ਉਹ ਲਾਹੌਰ ਬੁੱਤ ਤੋੜ ਕੇ ਆਏ। ਕਾਲੇ ਸਿੰਘ ਤੋਂ ਜਾ ਕੇ ਲਾਹੌਰ ਪੈੜਾ ਗਾ ਕੇ ਫਿਰ ਬੁੱਤ ਤੋੜ ਕੇ ਫਿਰ ਵਾਪਸ ਆਏ। ਫਿਰ ਉਹਨਾਂ ਨੇ ਖੋਜੀਆਂ ਨੇ ਉਹਨਾਂ ਨੂੰ ਲੱਭ ਲਿਆ ਜੀ। ਫਿਰ ਉਹ ਸਾਡੇ ਪਿੰਡ ਤੇ ਬੜਾ ਕਹਿਰ ਅੰਗਰੇਜ਼ਾਂ ਨੇ ਕੀਤਾ। ਉਹ ਦੌਰਾਨ ਦੇ ਵਿੱਚ 27 ਸਾਲ ਬਾਬਾ ਹਰਨਾਮ ਸਿੰਘ ਜੀ ਜੇਲ੍ਹ ਦੇ ਵਿੱਚ ਰਹੇ। ਮੈਂ ਬੇਸ਼ੱਕ ਦਰਸ਼ਕਾਂ ਨਾਲ ਗੱਲ ਕਰਦਾ ਜਾਵਾਂ ਕਿ ਬਾਬਾ ਹਰਨਾਮ ਸਿੰਘ ਜੀ, ਜਦੋਂ ਆਪਾਂ ਗਦਰ ਪਾਰਟੀ ਲਹਿਰ ਦੀ ਗੱਲ ਕਰੀਏ, ਹਿੰਦੁਸਤਾਨ ਦੀ ਪਹਿਲੀ ਲਹਿਰ ਜਿਹੜੀ ਵਿਦੇਸ਼ਾਂ ਤੋਂ ਜਾ ਕੇ ਇਹ ਚਲਾਈ ਸੀ, ਲਾਲਾ ਹਰਦਿਆਲ ਜੀ ਉਹਦੇ ਵਿੱਚ ਵੀ ਸਨ। ਔਰ ਜੇ 5 ਬੰਦਿਆਂ ਦਾ ਖਾਸ ਦਾ ਨਾਂ ਲੈਣਾ ਹੋਵੇ, ਲਾਲਾ ਹਰਦਿਆਲ ਜੀ, ਬਾਬਾ ਵਿਸਾਖਾ ਸਿੰਘ ਜੀ, ਬਾਬਾ ਜਵਾਲਾ ਸਿੰਘ ਜੀ, ਬਾਬਾ ਹਰਨਾਮ ਸਿੰਘ ਜੀ
ਔਰ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ, 5 ਬੰਦਾ ਨਾਂ ਲੈਣਾ ਹੋਵੇ ਤਾਂ ਬਾਬਾ ਹਰਨਾਮ ਸਿੰਘ ਦਾ ਜਿਹੜਾ ਨਾਂ ਆਉਂਦਾ ਹੈ ਮੇਨ ਬੰਦਿਆਂ ਦੇ ਵਿੱਚੋਂ ਕਰਤਾਰ ਸਿੰਘ ਸਰਾਭਾ ਜੀ ਬਾਅਦ ਦੇ ਵਿੱਚ ਨਾਲ ਸਨ। ਇਹ ਲੰਬੀ ਜੇਲ੍ਹ ਜਿਨ੍ਹਾਂ ਨੇ ਭੁਗਤੀ ਬਾਬਾ ਹਰਨਾਮ ਸਿੰਘ ਕਾਲੇ ਸੰਘੇ ਇਹ ਪਿੰਡ ਦੇ ਸਨ। ਬਾਅਦ 'ਚ ਵੀ ਮੂਵਮੈਂਟ ਚੱਲੀ ਕਿ ਕੋਈ ਜਿੰਨਾ ਕੁ ਦੀ ਛੋਟੀ ਉਮਰ ਸੀ ਤੁਹਾਡੀ, ਜਦੋਂ 15 ਸਾਲ 16 ਸਾਲ ਦੀ ਉਮਰ ਦੀ ਤੁਸੀਂ ਗੱਲ ਕਰਦੇ, ਉਹਨਾਂ ਕੁ ਦਿਨਾਂ 'ਚ 57 ਦਾ ਤੁਹਾਡਾ ਜੇ ਜਨਮ ਹੈ ਅਤੇ 15-16 ਸਾਲ ਦੀ ਉਮਰ ਤੱਕ 70-73 ਤੱਕ ਨਕਸਲਵਾੜੀ ਲਹਿਰ ਉੱਠ ਪਈ ਸੀਗੀ। ਹਾਂਜੀ, ਉਹਦਾ ਕੋਈ ਪ੍ਰਭਾਵ ਪਿਆ ਪਿੰਡ ਦੇ? ਹਾਂਜੀ, ਉਹ ਸਾਰੇ ਜਿਹੜੇ ਸਾਡੇ ਉੱਥੇ ਜਵਾਨ ਸੀਗੇ, ਜਵਾਨ ਗੱਭਰੂ ਬੰਦੇ ਸੀ ਜੀ, ਉਹਨਾਂ ਦੇ ਉੱਤੇ ਉਹਦਾ ਇਫੈਕਟ ਤਾਂ ਜ਼ਰੂਰੀ ਪਿਆ ਜੀ, ਕਿਉਂਕਿ ਪਹਿਲਾਂ ਕੰਡੀਸ਼ਨਸ ਉੱਦਾਂ ਦੀਆਂ ਸੀ। ਜਦੋਂ ਅਸੀਂ ਇਨਕੁਐਲਿਟੀ ਇੱਦਾਂ ਦੇਖਦਾ ਸੀ ਮੈਂ, ਤੇ ਇਹ ਨਹੀਂ ਸੀ ਕਿ ਉਹ ਨੈਕਸਲਾਈਟ ਮੂਵਮੈਂਟ ਸੀ, ਕਿਉਂਕਿ ਕੰਡੀਸ਼ਨਸ ਇੱਦਾਂ ਦੀਆਂ ਸੀ, ਲੋਕੀ ਆਮ ਉਹਨਾਂ ਨਾਲ ਜੁੜਨ ਲੱਗ ਪਏ ਸੀ। ਬਿਲਕੁਲ, ਉਹ ਕਿਉਂਕਿ ਉਹ ਕਹਿ ਰਹੇ ਸੀ ਉਹ ਚੀਜ਼ ਕਿ ਸਾਰੀ ਚੀਜ਼ ਜਿਹੜੀ ਆ ਵੰਡ ਪੂਰੀ ਹੋਣੀ ਚਾਹੀਦੀ ਆ, ਔਰ ਸਾਰੀ ਕਾਮਨ ਕਿਚਨ ਹੋਣੀ ਚਾਹੀਦੀ ਆ, ਕਮਿਊਨ ਹੋਣਾ ਚਾਹੀਦਾ, ਜ਼ਮੀਨ ਜਿਹੜੀ ਸਾਰਿਆਂ ਦੀ ਹੋਣੀ ਚਾਹੀਦੀ ਆ, ਸਾਰੇ ਇਕੱਠੇ ਬਹਿਣ, ਸਾਰੇ ਪਿੰਡ ਖੁਸ਼ੀ ਰਵੇ। ਔਰ ਸਾਨੂੰ ਇਹ ਗੱਲ ਅਪੀਲ ਵੀ ਕਰਦੀ, ਕਿਉਂਕਿ ਗੁਰੂ ਸਾਹਿਬਾਨ ਨੇ ਵੀ ਇਹ ਗੱਲ ਕਹੀ। ਹਾਂਜੀ, ਤੇ ਉਹਦੇ ਨਾਲ ਉਹ ਲੋਕੀ ਉਹਨਾਂ ਨਾਲ ਜੁੜਨੇ ਸ਼ੁਰੂ ਹੋ ਗਏ। ਲੇਕਿਨ ਫਿਰ ਕੀ ਹੋਇਆ, ਉੱਥੇ ਇਮਰਜੈਂਸੀ ਲੱਗ ਗਈ 75 ਦੇ ਵਿੱਚ। ਫਿਰ ਉਹ ਜਿਹੜੇ ਬੰਦੇ ਐਕਟਿਵ ਸੀ ਉਹਨਾਂ ਨੇ ਪੁਲਿਸ ਨੇ ਫੜਨਾ ਸ਼ੁਰੂ ਕਰ ਦਿੱਤਾ, ਕਿਉਂਕਿ ਉਹ ਸਿਸਟਮ ਤੋਂ ਬਿਲਕੁਲ ਡਿਫਰੈਂਟ ਸੀ ਉਹ ਜੋ ਚੀਜ਼ ਮੰਗ ਰਹੇ ਸੀ। ਤੇ ਉਸ ਦੌਰਾਨ ਦੇ ਉੱਤੇ ਫਿਰ ਮੈਨੂੰ ਬਾਹਰ ਆਉਣਾ ਪਿਆ। ਸੋ ਨਕਸਲਵਾੜੀ ਲਹਿਰ ਦੇ ਵਿੱਚੋਂ ਨਿਕਲ ਕੇ ਤੁਸੀਂ ਬਾਹਰ ਆਏ? ਹਾਂਜੀ। ਕਿੰਨੀ ਕੁ ਉਮਰ? ਮੈਂ ਉਦੋਂ 17 ਸਾਲ ਦਾ ਸੀ ਜਦੋਂ ਮੈਂ ਪਿੰਡ ਛੱਡ ਦਿੱਤਾ। ਸਾਲ ਦੀ ਉਮਰ 'ਚ ਤੁਸੀਂ ਬਾਹਰ ਆ ਗਏ। ਤੇ ਪੜ੍ਹਾਈ ਫਿਰ ਕਿੱਦਾਂ, ਕਿਉਂਕਿ ਉਹ ਤਾਂ ਬੜੀ ਅੱਧ ਵਿਚਾਲੇ ਵਾਲੀ ਉਮਰ ਹੁੰਦੀ, ਨਾ ਇੱਧਰ ਬੰਦਾ ਨਾ ਉੱਧਰ, ਤੇ ਪੜ੍ਹਾਈ ਉੱਥੋਂ ਕਿੰਨੀ ਕੀਤੀ ਤੇ ਇੱਥੇ ਕਿੰਨੀ? ਮੈਂ ਉੱਥੇ B.Com ਫਸਟ ਈਅਰ ਕੀਤਾ ਸੀ। ਹਾਂਜੀ। ਤੇ ਸੈਕੰਡ ਈਅਰ ਮੈਂ ਨਹੀਂ ਕਰ ਸਕਿਆ, ਕਿਉਂਕਿ ਮੈਨੂੰ ਉਹਦੇ ਨਾਲ ਲਹਿਰ ਦੇ ਨਾਲ ਜੁੜਿਆ ਸੀ ਮੈਂ। ਹਾਂਜੀ। ਤੇ ਇਸ ਕਰਕੇ ਮੈਨੂੰ 1 ਸਾਲ ਜਿਹੜਾ ਘਰ ਤੋਂ ਬਾਹਰ ਰਹਿਣਾ ਪਿਆ ਜੀ। ਫਿਰ ਮੈਂ ਮਤਲਬ ਇੱਥੇ ਇੰਗਲੈਂਡ ਦੇ ਵਿੱਚ ਆਇਆ ਜੀ। ਤੇ ਇੱਥੇ ਆ ਕੇ ਫਿਰ ਕਿੱਦਾਂ ਐਜੂਕੇਸ਼ਨ ਕਿੱਦਾਂ ਪੂਰੀ ਕੀਤੀ? ਇੱਥੇ ਬੜੀ ਮੈਨੂੰ ਡਿਫੀਕਲਟੀ ਆਈਜ਼ ਇੱਥੇ, ਕਿਉਂਕਿ ਇੱਕ ਗਾਈਡੈਂਸ ਨਹੀਂ ਸੀ। ਹਾਂਜੀ। ਤੇ ਬਾਕੀ ਜਿਹੜੀ ਫੈਮਿਲੀ ਦੀ ਸਪੋਰਟ ਬਹੁਤ ਸੀ। ਠੀਕ। ਲੇਕਿਨ ਫੈਮਿਲੀ ਦੀ ਸਪੋਰਟ ਇੱਥੇ ਫੈਮਿਲੀ ਹੈਗੀ ਸੀ ਪਹਿਲਾਂ? ਹਾਂਜੀ, ਮੇਰੀ ਸਿਸਟਰ ਸੀ, ਮੇਰੇ ਬ੍ਰਦਰ ਸੀ, ਮੇਰੀ ਫੈਮਿਲੀ ਸੀ। ਸਪੈਸ਼ਲੀ ਜਿਹੜੀ ਮੇਰੀ ਸਿਸਟਰ ਹੈ ਕੈਲਾਸ਼, ਤੇ ਉਹਨਾਂ ਦੇ ਮੇਰੇ ਜੀਜਾ ਜੀ ਭੰਡਾਰੀ, ਹਾਂਜੀ, ਉਹਨਾਂ ਨੇ ਬੜੀ ਸਪੋਰਟ ਕੀਤੀ। ਫਿਰ ਮੈਂ ਇੱਥੇ ਮੈਰਿਜ ਕਰਾਈ, ਮੇਰੀ ਵਾਈਫ ਨੇ ਵੀ ਪੂਰੀ ਸਪੋਰਟ ਕੀਤੀ, ਪਿੱਛੇ ਪੂਰੀ ਬੈਕਿੰਗ ਕੀਤੀ। ਉਹ ਇੱਦਾਂ ਸੀਗਾ ਕਿ ਮੇਰੀ ਜਿਹੜੀ ਅਕੈਡੈਮਿਕ ਜਿਹੜੀ ਬੱਚੇ ਦੀ ਬਚਪਨ ਦੇ ਵਿੱਚ ਮੇਰੀ ਪੜ੍ਹਾਈ ਅੱਛੀ ਸੀ ਜੀ। 8ਵੀਂ ਦੇ ਵਿੱਚ 8ਵੀਂ ਕਲਾਸ ਉਦੋਂ ਮਿਡਲ ਹੁੰਦੀ ਸੀ, ਉਹਦੇ ਵਿੱਚ ਮੈਂ ਫਸਟ ਆਇਆ ਸੀ ਸਾਰੇ ਸਕੂਲ ਦੇ ਵਿੱਚੋਂ। ਮੇਰਾ ਖਿਆਲ ਡਿਸਟ੍ਰਿਕਟ ਦੇ ਵਿੱਚ ਵੀ ਇੱਕ ਅੱਧਾ ਮੈਂ ਜਾਂ ਪਹਿਲੇ ਨੰਬਰ ਤੇ ਦੂਜੇ ਨੰਬਰ ਦੇ ਉੱਤੇ ਸੀ। ਠੀਕ। ਤੇ ਉਸ ਤਰੀਕੇ ਨਾਲ ਫੈਮਿਲੀ ਨੂੰ, ਪਰਿਵਾਰ ਨੂੰ ਪਤਾ ਸੀ ਕਿ ਮੈਂ ਪੜ੍ਹ ਸਕਦਾ ਵਾਂ ਜੀ, ਪਰ ਮੇਰਾ ਜਿਹੜਾ ਮਨ ਜਿਹੜਾ ਵਾ ਇਹ ਫੋਕਸ ਕਰਨਾ ਚਾਹੀਦਾ। ਤੇ ਉਹ ਫਿਰ ਚਾਹੁੰਦੇ ਸੀ ਕਿ ਮੈਂ ਪੋਲੀਟਿਕਸ ਵਿੱਚ ਨਾ ਜਾਵਾਂ, ਹੋਰ ਚੀਜ਼ਾਂ ਨੂੰ ਛੱਡ ਕੇ ਆਪਣਾ ਸਟੱਡੀ ਵੱਲ ਧਿਆਨ ਦੇਵਾਂ। ਉਸ ਦੇ ਵਿੱਚ ਜਿਹੜੇ ਮੇਰੇ ਜੀਜਾ ਜੀ ਸੀ, ਉਹਨਾਂ ਨੇ ਮੇਰੇ ਬੜਾ ਡਿਸਿਪਲਿਨ ਲੈ ਕੇ ਆਂਦਾ। ਫਿਰ ਕਰਫਿਊ ਲਾ ਦੇਣਾ ਕਿ 9 ਵਜੇ ਤੋਂ ਬਾਅਦ ਘਰੋਂ ਬਾਹਰ ਨਹੀਂ ਜਾਣਾ। ਠੀਕ। ਤੇ ਫਿਰ ਮੈਂ ਸਟੱਡੀ ਦੇ ਵਿੱਚ ਕਾਫੀ ਟਾਈਮ ਮਤਲਬ ਆਪਣਾ ਲਾਇਆ ਐਜ਼ ਏ ਮਿਸ਼ਨ। ਫਿਰ ਲਾਇਬ੍ਰੇਰੀ ਸਵੇਰੇ ਜਾਣਾ 9 o'clock, ਤੇ ਲਾਇਬ੍ਰੇਰੀ 8 ਵਜੇ ਬੰਦ ਕਰਕੇ ਘਰ ਆਉਣੀ। ਪੂਰੀ ਦਿਹਾੜੀ ਪੜ੍ਹਨਾ? ਪੂਰਾ ਦਿਨ ਪੜ੍ਹਨਾ, ਔਰ ਥੋੜ੍ਹੀਆਂ ਬ੍ਰੇਕਸ ਵਿੱਚੋਂ ਕਰਕੇ ਫਿਰ ਕਦੀ ਇੱਦਾਂ ਕਰਨਾ, ਐਸਟਰਨ ਯੂਨੀਵਰਸਿਟੀ ਚਲ ਜਾਣਾ। ਉਹ 11 ਵਜੇ ਲਾਇਬ੍ਰੇਰੀ ਬੰਦ ਹੁੰਦੀ ਸੀ, ਫਿਰ 2 ਘੰਟੇ ਉੱਥੇ ਵੀ ਪੜ੍ਹਨਾ। ਫਿਰ ਮੈਂ ਆਪਣਾ ਜਿਹੜਾ ਸਟੱਡੀ ਸੀ ਉਹਨੂੰ ਇੱਕ ਮਿਸ਼ਨ ਮੰਨਿਆ, ਇਕੱਲੀ ਸਟੱਡੀ ਨਹੀਂ। ਕਿੰਨੀ ਕੁ ਐਜੂਕੇਸ਼ਨ ਕੀਤੀ ਫਿਰ? ਮੈਂ 2 ਸਾਲਾਂ ਵਿੱਚ 5 A ਲੈਵਲ ਕਰ ਲਏ ਸੀ ਜੀ। ਫਿਰ ਮੈਂ O ਲੈਵਲ ਤੋਂ ਸ਼ੁਰੂ ਕੀਤਾ? ਹਾਂਜੀ। ਠੀਕ। ਫਿਰ ਮੈਂ O ਲੈਵਲ ਵੀ ਨਾਲ ਕੀਤਾ, A ਲੈਵਲ 5 A ਲੈਵਲ ਕਰ ਲਏ। ਫਿਰ ਮੈਂ LLB ਕੀਤੀ ਜੀ। LLB ਤੋਂ ਬਾਅਦ ਫਿਰ ਮੈਂ ਸੋਲਿਸਟਰ ਦੇ ਐਗਜ਼ਾਮ ਪਾਸ ਕੀਤੇ ਚੈਸਟਰ ਤੋਂ। ਫਿਰ ਮੈਂ ਕੈਂਬਰਿਜ ਯੂਨੀਵਰਸਿਟੀ ਮਾਸਟਰ ਆਫ ਲਾਅ ਦੀ ਡਿਗਰੀ ਕਰਨ ਗਿਆ, ਕਮਰਸ਼ੀਅਲ LLM ਕਹਿੰਦੇ ਹਨ। ਕੈਂਬਰਿਜ ਤੋਂ ਕੀਤੀ? ਕੈਂਬਰਿਜ ਯੂਨੀਵਰਸਿਟੀ। ਕਾਲੇ ਸੰਘੇ ਵਰਗੇ ਵੱਡਾ ਪਿੰਡ, ਵੈਸੇ ਤਾਂ ਕਾਲੇ ਸੰਘੇ ਵਰਗੇ ਪਿੰਡ ਤੋਂ ਉੱਠ ਕੇ ਪੜ੍ਹਾਈ ਅੱਧ ਵਿਚਾਲੇ ਛੱਡ ਕੇ ਪੜ੍ਹਾਈ ਕਰਦੇ ਆਏ ਸੀ, ਇੱਥੇ ਆ ਕੇ ਕੈਂਬਰਿਜ ਵਰਗੀ ਯੂਨੀਵਰਸਿਟੀ ਤੱਕ ਪਹੁੰਚਣਾ ਕਿੱਦਾਂ ਮਹਿਸੂਸ ਹੁੰਦਾ? ਮੈਂ ਇਹ ਕਹੂੰਗਾ ਇਹ ਸਾਰਾ ਪ੍ਰਮਾਤਮਾ ਦੇ ਹੱਥ ਆ, ਕਿਉਂਕਿ ਉਹ ਪ੍ਰਮਾਤਮਾ ਜਿਹੜਾ ਵਾ ਉਹ ਜੋ ਵੀ ਕਰਦਾ ਸੀ ਮੇਰੇ ਲਈ ਬੈਸਟ ਕਰਦਾ ਸੀ। ਮੈਨੂੰ ਉਸ ਟਾਈਮ 'ਤੇ ਮਹਿਸੂਸ ਹੁੰਦਾ ਸੀ ਸ਼ਾਇਦ ਮੇਰੇ ਲਈ ਗਲਤ ਹੋ ਰਿਹਾ, ਲੇਕਿਨ ਬਾਅਦ ਵਿੱਚ ਪਤਾ ਲੱਗਾ ਜੋ ਵੀ ਹੋਇਆ ਠੀਕ ਹੀ ਹੋਇਆ। ਕੈਂਬਰਿਜ ਯੂਨੀਵਰਸਿਟੀ ਦੇ ਵਿੱਚ ਇੱਕ ਬੜਾ ਮੇਰਾ ਡਰੀਮ ਸੀ ਕਿ ਮੈਂ ਜਾਂ ਕੈਂਬਰਿਜ ਜਾਂ ਆਕਸਫੋਰਡ ਜਾਵਾਂ। ਠੀਕ। ਮੈਂ ਉਹਦੇ ਵਾਸਤੇ ਬੜੀ ਮਿਹਨਤ ਕੀਤੀ। ਮੈਂ ਫਿਰ LLB ਦੇ ਵਿੱਚੋਂ ਵੀ ਅੱਛੇ ਮਾਰਕਸ ਲਏ। ਠੀਕ। ਅਤੇ ਉਹਦੇ ਵਿੱਚ ਫਿਰ ਮੈਂ ਕੈਂਬਰਿਜ ਵਿੱਚ ਉਹਦੇ ਵਿੱਚ ਮੈਨੂੰ ਦਾਖਲਾ ਮਿਲ ਗਿਆ। ਲੇਕਿਨ ਜਿੱਦਾਂ ਤੁਸੀਂ ਕਿਹਾ ਕਿ ਉੱਥੇ ਪਿੰਡ ਦੇ ਵਿੱਚ ਤੁਹਾਡੇ ਕੋਲ ਇੰਨੀਆਂ ਫੈਸਿਲਿਟੀਜ਼ ਨਹੀਂ ਸਕੂਲ ਦੇ ਵਿੱਚ, ਲੇਕਿਨ ਸਾਡੇ ਉੱਥੇ ਦੇ ਟੀਚਰ ਡੈਡੀਕੇਟਡ ਬਹੁਤ ਸੀ।
ਭਾਵੇਂ ਫੈਸਿਲਿਟੀਜ਼ ਨਹੀਂ ਸੀ, ਪਰ ਟੀਚਰਸ ਬੜੇ ਡੈਡੀਕੇਟਡ ਸੀ, ਉਹ ਬੜਾ ਤਵੱਜੋ ਦਿੰਦੇ ਸੀ ਉਹਨਾਂ ਦਿਨਾਂ ਦੇ ਵਿੱਚ ਪੜ੍ਹਾਈ ਦਾ। ਲੇਕਿਨ ਫੈਸਿਲਿਟੀਜ਼ ਜੇ ਕਿਤੇ ਇੱਥੇ ਵਰਗੀਆਂ ਫੈਸਿਲਿਟੀਆਂ ਉੱਥੇ ਹੁੰਦੀਆਂ ਤੇ ਮਤਲਬ ਬੜਾ ਹੀ ਅੱਛਾ ਹੁੰਦਾ। ਤੇ ਇਹ ਮੇਰਾ ਇੱਕ ਡਰੀਮ ਆ ਕਿ ਇੱਕ ਦਿਨ ਜਦੋਂ ਮੈਨੂੰ ਟਾਈਮ ਮਿਲਿਆ, ਮੈਂ ਉਸ ਸਕੂਲ ਜਿੱਥੋਂ ਮੈਂ ਪੜ੍ਹਿਆ, ਮੈਂ ਉੱਥੇ ਜਿਹੜੀਆਂ ਫੈਸਿਲਿਟੀਜ਼ ਇਸ ਇੰਗਲੈਂਡ ਦੇ ਵਿੱਚ ਆ, ਉੱਥੇ ਮੇਰਾ ਇੱਕ ਡਰੀਮ ਆ ਕਿ ਉੱਥੇ ਵੀ ਉਹ ਫੈਸਿਲਿਟੀਜ਼ ਹੋਣੀਆਂ ਚਾਹੀਦੀਆਂ। ਬਿਲਕੁਲ, ਸਾਡੇ ਕੋਲ ਵੀ ਜਿੱਥੇ ਵਤਨ ਦੇ ਨਾਲ ਅਸੀਂ ਜੁੜੇ ਹੋਏ, ਉੱਥੇ ਵੀ ਕੈਂਬਰਿਜ ਵਰਗੀਆਂ ਯੂਨੀਵਰਸਿਟੀਆਂ ਹੋਣ, ਉੱਥੇ ਵੀ ਆਕਸਫੋਰਡ ਵਰਗੀਆਂ ਯੂਨੀਵਰਸਿਟੀਆਂ ਹੋਣ, ਉੱਥੇ ਵੀ ਹਾਰਵਰਡ ਵਰਗੀਆਂ ਯੂਨੀਵਰਸਿਟੀਆਂ ਹੋਣ, ਤਾਂ ਕਿ ਐਜੂਕੇਸ਼ਨ ਹੀ ਕਿਸੇ ਕੌਮ ਦਾ ਫਿਊਚਰ ਹੋਇਆ ਕਰਦਾ, ਤਾਂ ਕਿ ਸਾਡੀ ਕੌਮ ਦਾ ਫਿਊਚਰ ਵੀ ਵਧੀਆ ਹੋ ਸਕੇ। ਵਿਆਹ ਕਿਹੜੀ ਉਮਰ 'ਚ ਆ ਕਿੱਥੇ ਹੋ ਗਿਆ ਸੀ? ਮੈਂ ਵਿਆਹ ਕਰਾਇਆ ਸੀ 20 ਸਾਲ ਦੀ ਉਮਰ ਸੀ। ਅੱਛਾ ਜੀ, ਬੜੀ ਛੋਟੀ ਉਮਰ 'ਚ ਵਿਆਹ ਹੋਇਆ। ਅੱਜ ਦੇ ਹਿਸਾਬ ਨਾਲ ਬੜੀ ਛੋਟੀ ਉਮਰ 'ਚ ਵਿਆਹ ਹੋਇਆ। ਹਾਂਜੀ ਹਾਂਜੀ। ਅਤੇ ਲੇਕਿਨ ਇੱਦਾਂ ਸੀ ਕਿ ਮੈਰਿਜ, ਦੇਖੋ ਮੈਰਿਜ ਦੇ ਵਿੱਚ ਇੱਦਾਂ ਵਾ, ਜਾਂ ਤਾਂ ਤੁਸੀਂ ਇੱਦਾਂ ਗਰੋ ਕਰਦੇ ਆ ਜਾਂ ਇੱਦਾਂ ਗਰੋ ਕਰਦੇ ਆ। ਲੇਕਿਨ ਕਿਸਮਤ ਅੱਛੀ ਸੀ ਕਿ ਮੈਂ ਤੇ ਮੇਰੀ ਵਾਈਫ ਜਿਹੜੇ ਆ ਉਹ ਇਸ ਤਰੀਕੇ ਦੇ ਨਾਲ ਟੁਗੈਦਰ ਗਰੋ ਹੋ ਗਏ। ਹਾਂ, ਬੜੇ ਪਿਆਰ ਮੁਹੱਬਤ ਦੇ ਨਾਲ ਮਤਲਬ ਜ਼ਿੰਦਗੀ ਗੁਜ਼ਰੀ। ਹਾਂਜੀ। ਅਤੇ ਤੁਹਾਡੀ ਜਿਹੜੀ ਐਜੂਕੇਸ਼ਨ ਹੈ, ਕਿਉਂਕਿ 20 ਸਾਲ ਦੀ ਉਮਰ 'ਚ ਤੁਸੀਂ ਵਿਆਹ ਕਰਾ ਲਿਆ, ਅਤੇ ਐਜੂਕੇਸ਼ਨ ਸਾਰੀ ਬਾਅਦ ਦੀ ਆ? ਹਾਂਜੀ, ਐਜੂਕੇਸ਼ਨ ਮੇਰੀ ਸਾਰੀ ਐਜੂਕੇਸ਼ਨ ਬਾਅਦ ਦੀ ਹੈ, ਕਿਉਂਕਿ ਮੈਨੂੰ ਇਹ, ਕਿਉਂਕਿ ਜੇ ਤੁਸੀਂ ਫੈਮਿਲੀ ਵਿੱਚ ਖੁਸ਼ ਹੈਗੇ ਆ, ਤੁਹਾਡੀ ਵਾਈਫ ਨਾਲ ਬਣਦੀ ਆ, ਤੁਹਾਡੇ ਇਰਦ ਗਿਰਦ ਕੋਈ ਟੈਨਸ਼ਨ ਹੈ ਨਹੀਂ ਗੀ, ਉਹ ਤੁਹਾਨੂੰ ਪੋਜ਼ੀਟਿਵਲੀ ਹੈਲਪ ਵੀ ਕਰਦੀ ਆ। ਉਹਦੇ ਨਾਲ ਕਿ ਮੇਰਾ ਜਿਹੜਾ ਮਨ ਸੀਗਾ ਬਿਲਕੁਲ ਫੋਕਸ ਹੋ ਗਿਆ ਸਟੱਡੀ ਦੇ ਵਿੱਚ, ਅਤੇ ਮੈਂ ਸਟੱਡੀ ਵਿੱਚ ਆਪਣੀ ਵਿੱਚ ਹੀ ਉੱਧਰ ਲਗਾ ਰਿਹਾ। ਮੈਂ ਕੋਈ ਕਲੱਬ ਨਹੀਂ ਜਾਂਦਾ ਸੀ, ਕੋਈ ਪੱਬ ਨਹੀਂ ਜਾਂਦਾ ਸੀ, ਕਿਉਂਕਿ ਮੈਂ ਰਿਸਪੌਂਸੀਬਿਲਟੀ ਸਮਝਦਾ ਸੀ ਕਿ ਹੁਣ ਮੈਂ ਮੈਰਿਡ ਹਾਂ ਅਤੇ ਮੇਰੇ ਬੱਚਾ ਵੀ ਸੀਗਾ ਜੀ, ਅਤੇ ਮੈਂ ਇਹ ਰਿਸਪੌਂਸੀਬਿਲਟੀ ਸਮਝਦਾ ਸੀ ਕਿ ਮੈਨੂੰ ਜਿਹੜਾ ਇਹਨਾਂ ਵਾਸਤੇ ਸਾਰਿਆਂ ਲਈ ਕੰਮ ਜਿਹੜਾ, ਜੇ ਮੈਂ ਸਟੱਡੀ ਕਰਦਾ ਤਾਂ ਆਪਣਾ ਪੂਰਾ ਫਰਜ਼ ਪੂਰਾ ਕਰਾਂ। ਸੋ ਘਰ ਦੀ ਅਟੈਚਮੈਂਟ ਛੱਡ ਕੇ ਛੋਟੀ ਉਮਰ 'ਚ ਤੁਸੀਂ ਸੰਤ ਬਣਨਾ ਚਾਹੁੰਦੇ ਸੀ, ਮੇਰਾ ਖਿਆਲ ਵਿਆਹ ਕਰਵਾ ਕੇ ਗ੍ਰਸਤੀ ਬੈਠ ਕੇ ਵਧੀਆ ਸੰਤ ਬਣ ਗਿਆ। ਮੈਂ ਇੱਦਾਂ ਸੋਚਦਾ ਮਨ ਦਾ ਟਿਕਾ ਜਿਹੜਾ ਫੋਕਸ ਹੋਏ ਨਾ, ਸੰਤ ਦੀ ਇਹੀ ਹੈ ਨਾ। ਸੋ ਜੀ, ਮੋਰੀਆ ਸੋਲਿਸਟਰ ਕੰਪਨੀ ਜਿਹਦੇ ਤੌਰ 'ਤੇ ਤੁਹਾਨੂੰ ਜਾਣਿਆ ਜਾਂਦਾ, ਕਦੋਂ ਫਾਊਂਡ ਅਪ ਕੀਤੀ? ਇੱਕ ਮੈਂ ਇਸ ਤੋਂ ਪਹਿਲਾਂ ਤੁਹਾਨੂੰ ਇੱਕ ਵਾਕਿਆ ਦੱਸਦਾ। ਜਦੋਂ ਆਪਾਂ ਕਹਿੰਦੇ ਹਾਂ ਕਿ ਪਰਮਾਤਮਾ ਜੋ ਕਰਦਾ ਠੀਕ ਕਰਦਾ, ਮੈਂ ਇਹਦੇ ਬਾਰੇ ਤੁਹਾਨੂੰ ਇੱਕ ਐਗਜ਼ਾਮਪਲ ਦੇਣਾ। ਇਹ ਬਿਲਕੁਲ ਗੱਲ ਜਿਹੜੀ ਆ ਬੜੀ ਸਾਨੂੰ ਸੀਰੀਅਸ ਲੈਣੀ ਚਾਹੀਦੀ ਹੈ ਜੀ। ਮੈਂ 78 ਦੇ ਵਿੱਚ ਨਾ ਮੇਰੇ ਫਾਦਰ ਦੀ ਡੈਥ ਹੋ ਗਈ। ਮੈਂ ਸੋਚਣ ਲੱਗ ਪਿਆ ਵੀ ਹੁਣ ਪੜ੍ਹਨਾ ਨਹੀਂ ਚਾਹੀਦਾ, ਕੰਮ ਕਰਨਾ ਚਾਹੀਦਾ। ਮੈਂ 3 ਜਗ੍ਹਾ ਦੇ ਉੱਤੇ ਕੰਮ ਕਰਨ ਗਿਆ, ਮੈਨੂੰ 3 ਜਗ੍ਹਾ ਦੇ ਉੱਤੋਂ ਸੈਕ ਮਿਲ ਗਈ। ਐਸੇ ਹਾਲਾਤ ਬਣ ਗਏ, ਮੈਨੂੰ ਸੈਕ ਮਿਲ ਗਈ, ਕਿਉਂਕਿ ਉੱਥੇ ਜਿਹੜੇ ਬੰਦੇ ਸੀਗੇ, ਫੋਰਮੈਨ ਸੀ। ਇੱਕ ਦਾ ਥਾਂ ਤੋਂ ਸੈਕ ਮਿਲਦੀ, 2 ਤੋਂ ਮਿਲਦੀ, ਪਰ ਤਿੰਨਾਂ ਤੋਂ ਮਿਲੀ। ਕਾਰਨ ਕੀ ਸੀ? ਹਾਂਜੀ, ਇੱਕ ਕੋਆਪ ਡਾਇਰੀ ਸੀ, ਮੇਰਾ ਉੱਥੇ ਕਜ਼ਨ ਕੰਮ ਕਰਦਾ ਸੀ, ਉਹ ਉੱਥੇ ਮੈਨੂੰ ਲੈ ਕੇ ਗਿਆ। ਉੱਥੇ ਜਿਹੜੇ ਆਪਣੇ ਲੋਕ ਸੀਗੇ ਉਹ ਬੜੇ ਨੀਵੀਂ ਪਾ ਕੇ ਵਿਚਾਰੇ ਕੰਮ ਕਰਦੇ ਰਹਿੰਦੇ ਸੀ। ਉੱਥੇ ਜਿਹੜਾ ਫੋਰਮੈਨ ਸੀਗਾ ਉਹ ਬੜਾ ਰੇਸ਼ੀਅਲੀ ਅਬਿਊਜ਼ ਕਰਦਾ ਸੀ, ਉਹਨਾਂ ਨੂੰ ਬੜੀਆਂ ਗਾਲੀਆਂ ਬੋਲਦਾ ਰਹਿੰਦਾ ਸੀ। ਲੇਕਿਨ ਮੈਂ ਯੰਗ ਸੀ, ਮੇਰੇ ਕੋਲ ਰਿਹਾ ਨਹੀਂ ਗਿਆ, ਮੈਂ ਉਹਨੂੰ ਪੁਸ਼ ਅਰਾਊਂਡ ਕਰ ਦਿੱਤਾ। ਇੱਕ ਵਾਰੀ ਤਾਂ ਉੱਥੋਂ ਸੈਕ ਮਿਲ ਗਈ। ਫਿਰ ਉਹਦੇ ਵਿੱਚ ਮੈਂ ਚਾਕਲੇਟਾਂ ਦੀ ਕੰਪਨੀ ਕੈਬਰਿਸ਼ ਵੈਬਸ, ਬੜੀ ਅੱਛੀ ਕੰਪਨੀ, ਬੜੀਆਂ ਫੈਸਿਲਿਟੀ ਸੀ, ਉੱਥੇ ਵੀ ਇੱਕ ਐਸੇ ਹੀ ਫੋਰਮੈਨ, ਉੱਥੇ ਵੀ ਉਹ ਬੜਾ ਤੰਗ ਕਰਦਾ ਸੀ। ਲੇਕਿਨ ਸਾਰੇ ਲੋਕ ਕਹਿੰਦੇ ਸੀ ਯਾਰ ਛੱਡੋ, ਪਰ ਮੇਰੇ ਕੋਲ ਉਹ ਰਿਹਾ ਨਾ ਗਿਆ। ਅਤੇ ਫਿਰ ਬੇਕਰੀ ਦੇ ਵਿੱਚ ਤਾਂ ਕੋਈ ਹੋਰ ਕਾਰਨ ਸੀ। ਮੈਨੂੰ ਨਵਾਂ ਕ੍ਰਿਕਟ ਦਾ ਸ਼ੌਕ ਉੱਠਿਆ, ਮੈਂ ਕ੍ਰਿਕਟ ਖੇਡਣਾ ਸ਼ੁਰੂ ਕਰ ਦਿੱਤਾ। ਜਿਹੜੀ ਉਹ ਬ੍ਰੈਡ ਦੇ ਕੌਪਸ ਹੁੰਦੇ ਆ, ਅਤੇ ਉਹਦੇ ਨਾਲ ਇੱਕ ਮੁੰਡਾ ਮੇਰੇ ਨਾਲ ਗੋਰਾ ਸੀ, ਉਹ ਬੈਟਿੰਗ ਕਰ ਰਿਹਾ ਸੀ। ਸਾਨੂੰ ਮੈਨੇਜਰ ਨੇ ਦੇਖ ਲਿਆ, ਅਤੇ ਉਹ ਤੇ ਸਾਨੂੰ 3 ਜਗ੍ਹਾ ਤੋਂ ਸੈਕ ਮਿਲ ਗਈ। ਉਹ ਟਾਈਮ ਜਿਹੜਾ ਸੀ ਮੈਂ ਬੜਾ ਡਿਪਰੈਸਡ ਹੋ ਗਿਆ ਕਿ ਮੇਰਾ ਟੈਂਪਰਾਮੈਂਟ ਕਿਉਂ ਨਹੀਂ ਕੰਟਰੋਲ ਦੇ ਵਿੱਚ, ਕਿ ਮੈਂ ਕੰਮ ਕਰ ਵੀ ਸਕਦਾ। ਮੈਨੂੰ ਆਪਣੀਆਂ ਡਾਊਟ ਪੈਦਾ ਸ਼ੁਰੂ ਹੋ ਗਈ। ਫਿਰ ਮੈਨੂੰ ਅੰਦਰ ਆਤਮਿਕ ਮਤਲਬ ਸ਼ਕਤੀ ਮਿਲੀ। ਮੈਂ ਇੱਕ ਸਟੋਰੀ ਪੜ੍ਹੀ ਕਿ ਉਹ ਰਾਜੇ ਦੇ ਨਾਲ ਵਜ਼ੀਰ ਸੀ, ਉਹਦੀ ਉਂਗਲੀ ਕੱਟੀ ਗਈ। ਕੀ ਬਾਤ ਹੈ। ਅਤੇ ਉਹ ਉਂਗਲੀ ਕੱਟਣ ਦੇ ਨਾਲ ਰਾਜੇ ਦੀ, ਅਤੇ ਉਹਨੇ ਕਿਹਾ ਜੋ ਪਰਮਾਤਮਾ ਕਰਦਾ ਠੀਕ ਕਰਦਾ। ਉਹ ਮੈਂ ਜੋ ਸਟੋਰੀ ਪੜ੍ਹੀ ਤਾਂ ਮੇਰੇ ਬੜੇ ਮਨ ਨੂੰ ਲੱਗੀ। ਫਿਰ ਮੈਨੂੰ ਕਿਹਾ ਕਿ ਸ਼ਾਇਦ ਪਰਮਾਤਮਾ ਨੂੰ ਇਹੀ ਮਨਜ਼ੂਰ ਆ ਕਿ ਮੈਂ ਇਹ ਕੰਮ ਨਹੀਂ ਕਰਨਾ, ਮੈਨੂੰ ਸਟੱਡੀ ਕਰਨੀ ਚਾਹੀਦੀ, ਕਿਉਂਕਿ ਮੈਂ ਕਰ ਸਕਦਾ। ਮੈਨੂੰ ਪਤਾ ਸੀ ਮੇਰੇ ਕੋਲ ਐਬਿਲਿਟੀ ਹੈਗੀ ਆ, ਪਰ ਮੈਨੂੰ ਫੋਕਸ ਕਰਨਾ ਪੈਣਾ। ਫਿਰ ਮੇਰੀ ਫੈਮਿਲੀ ਸਪੋਰਟ ਸੀ, ਫਿਰ ਮੈਂ ਉੱਧਰ ਚਲਾ ਗਿਆ। ਕਿਆ ਬਾਤ। ਉਹ ਕਹਾਣੀ ਬੇਸ਼ੱਕ ਆਪਾਂ ਪੂਰੀ ਕਰ ਦਈਏ, ਉਂਗਲੀ ਜਦੋਂ ਕੱਟੀ ਗਈ ਸੀ ਤਾਂ ਕਿ ਰੱਬ ਜੋ ਕਰਦਾ ਚੰਗਾ ਕਰਦਾ ਵਾਲੀ ਗੱਲ ਸੀਗੀ। ਜਦੋਂ ਰਾਜੇ ਦੀ ਸ਼ਿਕਾਰ ਕਰਨ ਗਿਆ ਸੀ, ਉਂਗਲੀ ਕੱਟੀ ਗਈ। ਜਦੋਂ ਵਜ਼ੀਰ ਨੇ ਕਹਿ ਦਿੱਤਾ ਜਿਹੜਾ ਰੱਬ ਦਾ ਭਲਾ, ਹਰ ਗੱਲ ਨੂੰ ਰੱਬ ਕਹਿੰਦਾ ਜੋ ਰੱਬ ਕਰਦਾ ਭਲਾਈ ਕਰਦਾ, ਅਤੇ ਉਹਨੇ ਕਿਹਾ ਵੀ ਜਦੋਂ ਰਾਜੇ ਦੀ ਉਂਗਲੀ ਕੱਟੀ ਤੇ ਉਹਨੇ ਕਹਿੰਦਾ ਰੱਬ ਜੋ ਕਰਦਾ ਭਲਾ ਕਰਦਾ। ਅਤੇ ਰਾਜੇ ਨੂੰ ਇੰਨਾ ਗੁੱਸਾ ਜਿਹੜਾ ਕਿ ਮੇਰੀ ਉਂਗਲੀ ਕੱਟੀ, ਕਿ ਉਹਨੇ ਵਜ਼ੀਰ ਨੂੰ ਉਸੇ ਨੇ ਕਹਿਤਾ ਤੈਨੂੰ ਅੱਜ ਤੋਂ ਸੈਕ, ਤੂੰ ਵਾਪਸ ਮੁੜ ਜਾ। ਉਹਨੇ ਵਾਪਸ ਮੁੜਤਾ। ਜੰਗਲ ਰਾਜਾ ਸ਼ਿਕਾਰ ਕਰਦਾ ਗਾਹ ਚਲ ਗਿਆ। ਇੱਕ ਆਦਿਵਾਸੀ ਕਬੀਲੇ ਨੇ ਫੜ ਲਿਆ ਉਹਨੂੰ, ਉਹ ਬਲੀ ਦੇਣਾ ਚਾਹੁੰਦੇ ਸੀ।
ਤੇ ਜਦੋਂ ਬਲੀ ਦੇਣ ਲੱਗੇ ਤੇ ਉਹ ਉਹਨਾਂ ਦਾ ਜਿਹੜਾ ਗੁਰੂ ਸੀ ਇੱਕ ਤਰ੍ਹਾਂ ਦਾ ਜਿਹੜਾ ਉੱਥੇ ਰਿਸ਼ੀ ਸੀ ਉਹਨਾਂ ਦਾ ਆਦਿਵਾਸੀ ਕਬੀਲੇ ਦਾ, ਉਹਨੇ ਕਿਹਾ ਵੀ ਜਿਹੜੇ ਬੰਦੇ ਜਿਹਦੀ ਬਲੀ ਦੇਣੀ ਉਹਦੇ ਅੰਗ ਸਾਰੇ ਪੂਰੇ ਹੋਣੇ ਚਾਹੀਦੇ ਆ। ਤੇ ਜਦੋਂ ਰਾਜੇ ਦੀ ਤਾਂ ਉਂਗਲੀ ਕੱਟੀ ਹੋਈ ਸੀ, ਉਹਨਾਂ ਕਿਹਾ ਨਹੀਂ ਇਹਦੀ ਬਲੀ ਨਹੀਂ ਦਿੱਤੀ ਜਾ ਸਕਦੀ। ਸੋ ਰਾਜਾ ਵੀ ਉਹਨਾਂ ਛੱਡ ਦਿੱਤਾ। ਰਾਜਾ ਵਾਪਸ ਆ ਗਿਆ ਤਾਂ ਰਾਜੇ ਨੇ ਕਿਹਾ ਹਾਂ ਵਜ਼ੀਰ ਨੇ ਜੋ ਕਿਹਾ ਸੀ ਠੀਕ ਹੀ ਕਿਹਾ ਸੀ, ਜੇ ਉਂਗਲੀ ਨਾ ਕੱਟੀ ਹੁੰਦੀ ਤਾਂ ਮੈਂ ਸਾਰਾ ਹੀ ਕੱਟਿਆ ਜਾਣਾ ਸੀ। ਸੋ ਇਹ ਬੜੀ ਜਿਹੜੀ ਗੱਲ ਹੈ ਇੱਥੋਂ ਸਿੱਖਣ ਲੈਣ ਦੀ ਗੱਲ ਕਿ ਜਿਹੜਾ ਵੀ ਭਾਣਾ ਵਾਪਰਦਾ ਹੋਵੇ, ਚੰਗਾ ਹੋਵੇ ਜਾਂ ਮੰਦਾ ਹੋਵੇ, ਉਹਦੇ ਵਿੱਚ ਰੱਬ ਦਾ ਸ਼ੁਕਰਗੁਜ਼ਾਰ ਹੋਵੇਗਾ ਜਿਹੜਾ ਮਨੁੱਖ, ਉਹ ਹੀ ਪ੍ਰਾਪਤੀਆਂ ਕਰ ਸਕੇਗਾ। ਹੁਣ ਆਪਾਂ ਉਸ ਸਵਾਲ ਤੇ ਜੇ ਮੋਰੀਆ ਸੋਲਿਸਟਰ ਕੰਪਨੀ ਜਿਹੜੀ ਆ, ਹਾਂਜੀ, ਉਹ ਕਦੋਂ ਸ਼ੁਰੂ ਕੀਤੀ? ਮੈਂ ਜਦੋਂ ਕੈਂਬਰਿਜ ਯੂਨੀਵਰਸਿਟੀ ਪੜ੍ਹਦਾ ਸੀ, ਹਾਂਜੀ, ਉਦੋਂ ਜੌਬਸ ਓਪਰਚੁਨਿਟੀਜ਼ ਬੜੀਆਂ ਹੋ ਗਈਆਂ ਜੀ, ਕਿ ਇਦਾਂ ਸੀਗਾ ਕਿ ਕੈਂਬਰਿਜ ਦਾ ਨਾਲ ਤੁਹਾਡੇ ਨਾਲ ਜੁੜ ਜਾਂਦਾ। ਬਿਲਕੁਲ। ਉਹਦੇ ਨਾਲ ਕੀ ਹੋਇਆ ਕਿ ਜਿਹੜੇ ਬੜੀਆਂ ਪ੍ਰੈਕਟਿਸਿਸ ਸੀਗੀਆਂ ਫਰਮਸ, ਉਹ ਕੈਂਬਰਿਜ ਯੂਨੀਵਰਸਿਟੀ ਚੋਂ ਗ੍ਰੈਜੂਏਟਸ ਪੋਸਟ ਗ੍ਰੈਜੂਏਟ ਨੂੰ ਰਿਕਰੂਟ ਕਰਦੀਆਂ ਸੀ। ਫਿਰ ਮੈਨੂੰ ਇੱਥੇ ਕੰਮ ਉਹਨਾਂ ਕੋਲ ਮਿਲਿਆ, ਐਜ ਐਂਡ ਐਲੀਸਨ ਸੀ ਪ੍ਰੈਕਟਿਸ। ਹਾਂਜੀ, ਉਹ ਕੋਈ 400-400 ਪੀਪਲ ਯੂਜ਼ ਟੂ ਵਰਕ ਦੇਅਰ। ਠੀਕ। ਮੈਨੂੰ ਫਿਰ ਉਹਨਾਂ ਕੋਲ ਉੱਥੇ ਪਹਿਲਾ ਜਿਹੜਾ ਮਿਲਿਆ ਹਾਂਜੀ, ਕੰਮ ਮਿਲਿਆ, ਉਹ ਕੰਮ ਵੀ ਮਿਲਿਆ ਮੇਰੇ ਬਰਥਡੇ ਦੇ ਉੱਤੇ। ਕੀ ਬਾਤ ਹੈ। ਉਸੇ ਦਿਨ ਮੇਰੀ ਸੈਕੰਡ ਡਾਟਰ ਦੀ ਜਨਮ ਹੋਇਆ। ਸੈਕੰਡ ਡਾਟਰ ਦਾ ਜਨਮ ਬਰਥਡੇ ਤੇ ਹੋਇਆ, ਮੇਰੇ ਬਰਥਡੇ ਦਿਨ ਤੇ ਹੋਇਆ। ਉਹਤੇ ਮੇਰੇ ਬਰਥਡੇ ਦਿਨ ਤੇ ਮੈਨੂੰ ਉਹ ਪਹਿਲਾ ਕੰਮ ਮਿਲਿਆ, ਹਾਂਜੀ, ਕਨਫਰਮ ਹੋਇਆ 1984 ਦੇ ਵਿੱਚ 12 ਮਾਰਚ ਨੂੰ। ਜੀ, ਤੇ ਉਹ ਬੜੀ ਲੱਕੀ ਸੀ ਮੇਰੇ ਵਾਸਤੇ। ਉਹ ਹੁਣ ਮੇਰੀ ਲੜਕੀ ਊਸ਼ਾ, ਉਹ ਡੈਂਟਿਸਟ ਆ। ਠੀਕ। ਤੇ ਉਸ ਟਾਈਮ ਤੇ ਮੈਨੂੰ ਜਦੋਂ ਜੌਬ ਕਿੰਨੇ ਮਿਲੀ, ਬੱਚੇ ਤੁਹਾਡੇ? ਮੇਰੇ 3 ਬੱਚੇ ਆ। 3 ਬੱਚੇ, ਇੱਕ ਡੈਂਟਿਸਟ ਹੈ ਬੱਚੀ, ਇੱਕ ਸੋਲਿਸਟਰ ਆ, ਇੱਕ ਸੋਲਿਸਟਰ ਹੈ, ਇੱਕ 12 ਤੋਂ ਬਾਰਿਸਟਰ ਦਾ, ਉਹ ਲਿੰਕਨ ਜਿਮ ਦੇ ਵਿੱਚ ਪੜ੍ਹ ਰਿਹਾ ਵਾ। ਠੀਕ। ਹਾਂਜੀ, ਜਿਹੜੀ ਗੱਲ ਕਰਦੇ ਹਾਂਜੀ। ਤੇ ਫਿਰ ਉਹ ਐਜ ਐਨ ਐਲੀਸਨ 'ਚ ਮੈਂ ਜਦੋਂ ਕੰਮ ਕਰਨ ਗਿਆ, ਤੇ ਉਸ ਟਾਈਮ ਦੇ ਉੱਤੇ ਵੀ ਮੈਂ ਜਿਹੜਾ ਕੰਮ ਵੀ ਕਰਦਾ ਸੀਗਾ, ਉਹਦੇ ਨਾਲ ਮੈਂ ਪੁਰਾਣੀਆਂ ਫਾਈਲਾਂ ਹੋਰ ਡਿਪਾਰਟਮੈਂਟਸ ਦੀਆਂ ਵੀ ਲੈ ਕੇ ਘਰ ਜਾ ਕੇ ਪੜ੍ਹਨੀਆਂ। ਮੈਨੂੰ ਉਹਦਾ ਐਕਸਪੀਰੀਅੰਸ ਬਹੁਤ ਵਾਈਡਰ ਹੋਇਆ ਕਾਫੀ। ਜੀ, ਮੈਂ ਬੜਾ ਕੁਝ ਸਿੱਖਿਆ ਉੱਥੋਂ ਮੈਂ ਬਾਅਦ ਵਿੱਚ ਮੈਨੂੰ ਫਿਰ ਮੱਖਣ ਸਿੰਘ ਮਿਲੇ। ਠੀਕ, ਜਿਹੜੇ ਤੁਹਾਡੇ ਨਾਲ ਇਸ ਕੰਪਨੀ ਦੇ ਵਿੱਚ, ਹਾਂਜੀ, ਮੋਰੀਆ ਸੋਲਿਸਟਰ ਦੇ ਵਿੱਚ। ਮੱਖਣ ਸਿੰਘ ਬੜਾ ਜੌਲੀ ਸੀ, ਬੜਾ ਐਨਰਜੀ, ਫੁੱਲ ਆਫ ਐਨਰਜੀ, ਹਾਂਜੀ, ਬੜਾ ਪਿਆਰ ਵਾਲਾ ਬੰਦਾ। ਹੈ ਕੋਈ ਸ਼ੱਕ ਨਹੀਂ ਵਿੱਚ। ਤੇ ਮੈਨੂੰ ਜਦੋਂ ਉਹਨੇ ਕਿਹਾ ਕਿ ਮੁਕੇਸ਼ ਆਪਾਂ ਪਾਰਟਨਰ ਬਣਨਾ, ਹਾਂਜੀ, ਮੈਂ ਕਿਹਾ ਜ਼ਰੂਰ ਬਣਨਾ। ਹਾਂਜੀ, ਤੇ ਕਹਿੰਦਾ, ਮੈਂ ਕਿਹਾ ਕਿੱਥੇ ਬਣਨਾ? ਅਸੀਂ ਉਹ ਥੱਲੇ ਇੱਕ ਪੱਬ ਸੀਗਾ ਕਰਾਊਨ, ਹਾਂਜੀ, ਕੋਆਪਰੇਸ਼ਨ ਸਟਰੀਟ ਦੇ ਉੱਤੇ। ਕਹਿੰਦਾ ਉੱਤੇ ਇਹਦੇ ਆਫਿਸ ਵਿੱਚ। ਮੈਂ ਕਿਹਾ ਠੀਕ ਆ, ਮੈਂ ਹਾਂ ਕਰ ਦਿੱਤੀ। ਅਸੀਂ ਫਿਰ ਹੈਰੀ ਸਿੰਘਾ ਸਾਡੇ ਨਾਲ, ਉਹਨੇ ਮੈਨੂੰ ਇੰਟਰੋਡਿਊਸ ਕਰਾਇਆ। ਜੀ, ਫਿਰ ਅਸੀਂ 3 ਜਣਿਆਂ ਨੇ, ਹੈਰੀ ਤੇ ਮੱਖਣ ਤੇ ਮੈਂ, ਤਿੰਨਾਂ ਨੇ ਕੰਪਨੀ ਖੋਲੀ। ਸਾਡੀ ਉਮਰ ਉਦੋਂ 30 ਸਾਲ ਦੇ ਅਰਾਊਂਡ ਸੀ। ਜੀ। ਉਸ ਵਾਕਿਆ ਨੂੰ ਮੈਂ ਜਾਣਦਾ ਵੀ, ਮੈਂ ਉਹਦੇ ਚਸ਼ਮੇ ਦੇ ਗਵਾਹ ਵੀ ਹਾਂ। ਤੁਸੀਂ ਤਾਂ ਅਰਦਾਸ ਕੀਤੀ ਉੱਥੇ। ਬਿਲਕੁਲ, ਤੁਸੀਂ ਤਾਂ ਬੂਟਾ ਲਾ ਕੇ ਗਏ ਉੱਥੇ। ਬਿਲਕੁਲ, ਕੋਈ ਨਹੀਂ, ਕਿਉਂਕਿ ਹੈਰੀ ਸਿੰਘਾ ਦੇ ਪਿਤਾ ਜੀ ਸਾਡੇ ਦੋਸਤ ਸਨ। ਔਰ ਮੈਂ ਬੇਸ਼ੱਕ ਦਰਸ਼ਕਾਂ ਨਾਲ ਗੱਲ ਕਰ ਲਵਾਂ ਕਿ ਅਰਦਾਸ ਵਾਲੀ ਗੱਲ ਤੋਂ ਮੈਂ ਇਹ ਨਾ ਮੇਰਾ ਪ੍ਰੋਫੈਸ਼ਨ ਨਾ ਇੱਦਾਂ ਦੀ ਬਹੁਤ ਘੱਟ ਕਿਤੇ ਸਮੇਂ 'ਤੇ ਅਰਦਾਸ ਇੱਦਾਂ ਕੀਤੀ ਹੋਵੇ ਕਿਸੇ ਬਿਜ਼ਨਸ ਦੇ ਲਈ। ਅਤੇ 3 ਜ਼ਿੰਦਗੀ ਸਾਰੀ 3 ਅਰਦਾਸਾਂ ਸ਼ਾਇਦ ਕੀਤੀਆਂ, ਉਹਨਾਂ 'ਚੋਂ ਇੱਕ ਮੈਂ ਤੁਹਾਡੀ ਕੰਪਨੀ ਦੀ ਸ਼ੁਰੂਆਤ ਕੀਤੀ, ਉਦੋਂ ਕੀਤੀ ਗਈ। ਔਰ ਸਤਿਗੁਰੂ ਨੇ ਬੂਟਾ ਲਾਇਆ ਵੀ ਵਧੀਆ ਤਰੀਕੇ ਨਾਲ, ਸਤਿਗੁਰੂ ਨੇ ਬਖਸ਼ਿਸ਼ਾਂ ਵੀ ਕੀਤੀਆਂ। ਕੰਪਨੀ ਤੁਹਾਡੀ ਇਸ ਟਾਈਮ ਯੂਕੇ ਦੀਆਂ ਜਿਹੜੀਆਂ ਬਹੁਤ ਨਾਮਵਰ ਕੰਪਨੀਆਂ ਨੇ ਆਪਣੀਆਂ ਏਸ਼ੀਅਨ ਲੋਕਾਂ ਦੀਆਂ, ਉਹਨਾਂ 'ਚ ਗਿਣੀ ਜਾਂਦੀ ਹੈ। ਕਿੰਨੀਆਂ ਕੁ ਤੁਸੀਂ ਉਦੋਂ ਤੋਂ ਲੈ ਕੇ ਹੁਣ ਤੱਕ ਕਿੰਨੀਆਂ ਕੁ ਪ੍ਰਾਪਤੀਆਂ ਕੀਤੀਆਂ? ਬਾਰੇ ਤੁਸੀਂ ਅਰਦਾਸ ਕੀਤੀ ਸੀ, ਹਾਂਜੀ, ਤੇ ਫਿਰ ਵਾਹਿਗੁਰੂ ਦਾ ਨਾਮ ਲੈ ਕੇ ਫਰਮ ਸ਼ੁਰੂ ਕੀਤੀ ਸੀ। ਕਾਮਯਾਬੀ ਤਾਂ ਮਿਲਣੀ ਸੀ, ਜੀ, ਅਸੀਂ ਕੁਝ ਕਰਨ ਜੋਗੇ ਨਹੀਂ ਸੀ, ਲੇਕਿਨ ਉਹ ਪ੍ਰਮਾਤਮਾ ਦਾ ਬਹੁਤ ਬਖਸ਼ਿਸ਼ ਰਹੀ ਸਾਡੇ ਉੱਤੇ। ਤੇ ਉਹਦੇ ਵਿੱਚ ਇੱਦਾਂ ਕਿ ਅਸੀਂ ਘੱਟ ਤੋਂ ਘੱਟ ਮੇਰਾ ਖਿਆਲ 40 ਤੋਂ 50 ਤਾਂ ਲਾਇਰ ਦੀ ਟ੍ਰੇਨਡ ਕੀਤੇ ਜੀ, ਲਾਈਫ ਦੇ ਵਿੱਚ। ਫਿਰ ਅਸੀਂ ਜਿਹੜਾ ਲਾਅ ਹੈਗਾ ਉਹ ਬੜਾ ਵਾਈਡ ਅਸੀਂ ਕਵਰ ਕੀਤਾ। ਜੀ, ਮਤਲਬ ਅਸੀਂ ਸਿਵਲ ਲਿਟੀਗੇਸ਼ਨ ਤੋਂ ਲੈ ਕੇ, ਕਮਰਸ਼ੀਅਲ ਲਿਟੀਗੇਸ਼ਨ ਤੋਂ ਲੈ ਕੇ, ਪਰਸਨਲ ਇੰਜਰੀ ਤੋਂ ਲੈ ਕੇ, ਸਿਵਲ ਲਿਬਰਟੀਜ਼ ਤੋਂ ਲੈ ਕੇ, ਇਮੀਗ੍ਰੇਸ਼ਨ, ਕ੍ਰਾਈਮ ਤੱਕ ਵੀ, ਕ੍ਰਾਈਮ ਦਾ ਬਹੁਤ ਹੈਵੀ ਕ੍ਰਾਈਮ ਦਾ ਮਤਲਬ ਸੀਰੀਅਸ ਫਰਾਡ ਕੇਸਿਸ, ਬੜੇ ਡਰੱਗ ਦੇ ਕੇਸਿਸ, ਉਹ ਮਨੀ ਲਾਂਡਰਿੰਗ ਦੇ ਬਹੁਤ ਵੱਡੇ ਕੇਸ ਕੀਤੇ, ਜਿਹੜੇ ਨਾਮ ਵਾਲੇ ਕੇਸ ਸੀਗੇ। ਔਰ ਕਿੰਨੇ ਸਾਡੇ ਕੇਸ ਜਿਹੜੇ ਸੁਪਰੀਮ ਕੋਰਟ ਤੱਕ ਗਏ। ਹੁਣ ਪਹਿਲਾਂ ਹਾਊਸ ਆਫ ਲੋਰਡਸ ਕਹਿੰਦੇ ਸੀ ਸੁਪਰੀਮ ਕੋਰਟ, ਹਾਂਜੀ, ਤੇ ਫਿਰ ਸਾਡੇ ਜਿਹੜੇ ਕੇਸਿਸ ਕੋਰਟ ਆਫ ਅਪੀਲ ਤੱਕ ਬੜੇ ਗਏ, ਜਿਨ੍ਹਾਂ ਨਾਲ ਲੀਗਲ ਪ੍ਰੈਸੀਡੈਂਟ ਬਣੇ। ਔਰ ਬੱਚਿਆਂ ਨੂੰ ਕਈ ਵਿੱਚ ਐਸੇ ਕੇਸ ਆ ਜਿਹੜੇ ਬੱਚਿਆਂ ਨੂੰ ਰੈਫਰ ਕੀਤੇ ਜਾਂਦੇ ਉੱਥੇ ਯੂਨੀਵਰਸਿਟੀ ਦੇ ਵਿੱਚ। ਸੋ ਸਾਡੀ ਪਰਮਾਤਮਾ ਦੀ ਬੜੀ ਬਖਸ਼ਿਸ਼ ਰਹੀ ਫਰਮ ਦੇ ਉੱਤੇ। ਮੈਂ ਜਦੋਂ ਤੁਹਾਡੀ ਕਈ ਉੱਥੇ ਗਿਆ ਤੁਹਾਡੇ ਦਫ਼ਤਰ ਦੇ ਵਿੱਚ, ਤੇ ਕੁੜੀ ਇੱਕ ਰਿਸੈਪਸ਼ਨਿਸਟ 'ਤੇ ਹੁੰਦੀ ਆ, ਅੱਖਾਂ ਤੋਂ ਬਿਲਕੁਲ ਨਹੀਂ ਦਿਸਦਾ, ਬਲੈਂਡ ਹੈ, ਆਪਣੇ ਪੰਜਾਬੀ ਸ਼ਬਦ ਨਾ ਹੋਵੇ, ਸੂਰਮਾ ਕਹਿੰਦਾ ਹੁੰਦਾ ਆਪਾਂ, ਅੱਖਾਂ ਤੋਂ ਨਹੀਂ ਦਿਸਦਾ, ਪਰ ਕੁੜੀ ਕੰਮ ਕਰਨ ਨੂੰ ਬਹੁਤ ਸਮਾਰਟ ਹੈ। ਉਹ ਕਿੱਦਾਂ ਬਣਿਆ ਵੀ ਬਲੈਂਡ ਕੁੜੀ ਨੂੰ ਕੰਮ ਦਿੱਤਾ ਜਾਵੇ, ਉਹ ਵੀ ਰਿਸੈਪਸ਼ਨਿਸਟ ਦਾ? ਹਾਂ, ਉਹ ਵੀ ਦੇਖੋ,
ਜੋ ਵੀ ਕਹਿੰਦੇ ਕਰਾਉਂਦਾ ਵਾ ਉਹ ਪਰਮਾਤਮਾ ਹੀ ਕੋਲੋਂ ਕਰਾਉਂਦਾ, ਤੁਹਾਡੇ ਤੁਸੀਂ ਕੁਛ ਆਪ ਨਹੀਂ ਕਰਮ ਕਰ ਸਕਦੇ। ਜਦੋਂ ਉਹਦੀ ਮਰਜ਼ੀ ਹੋਵੇ ਉਹ ਉਦੋਂ ਹੀ ਉਸ ਟਾਈਮ 'ਤੇ ਹੁੰਦਾ। ਉਹ ਕੀ ਹੋਇਆ ਸੀ ਕਿ ਉਹਦੀ ਕਹਾਣੀ ਇੱਦਾਂ ਵਾ ਕਿ ਅਸੀਂ ਰਿਸੈਪਸ਼ਨਿਸਟ ਜੋਬ ਵਾਸਤੇ ਐਡਵਰਟਾਈਜ਼ ਕੀਤਾ ਜੀ। ਇਹ ਲੜਕੀ ਦੀ ਐਪਲੀਕੇਸ਼ਨ ਆਈ ਸਾਡੇ ਕੋਲ। ਜਦੋਂ ਸਾਡਾ ਪ੍ਰੈਕਟਿਸ ਮੈਨੇਜਰ ਸੀਗਾ ਉਹਨੇ ਸਾਨੂੰ ਇਹ ਐਪਲੀਕੇਸ਼ਨਾਂ ਸਾਰੀਆਂ ਪੜ੍ਹ ਕੇ ਦੱਸੀਆਂ, ਅਤੇ ਉਹ ਜਦੋਂ ਇਹਦੀ ਐਪਲੀਕੇਸ਼ਨ ਲੜਕੀ ਦੀ ਆਈ ਉਹਨੇ ਐਕਸਪਲੇਨ ਕੀਤਾ, ਸਾਡਾ ਦਿਲ ਬੜਾ ਪੰਗਰ ਗਿਆ। ਅਸੀਂ ਕਿਹਾ ਕਿ ਐਵੇਂ ਹੀ ਇਹਦੀ ਐਪਲੀਕੇਸ਼ਨ ਛੱਡਣੀ ਨਹੀਂ ਗੀ, ਇਹ ਬੱਚੀ ਨੂੰ ਜ਼ਰੂਰ ਦੇਖਣਾ ਜੀ। ਅਸੀਂ ਫਿਰ ਉਹ ਸਾਡੇ ਪ੍ਰੈਕਟਿਸ ਮੈਨੇਜਰ ਦੀ ਬੜੀ ਇਹਦੇ ਵਿੱਚ ਉਹਨੇ ਮਿਹਨਤ ਕੀਤੀ। ਉਹਨੇ ਸਾਰੀਆਂ ਡਿਟੇਲਸ ਲੱਭ ਕੇ ਲਿਆ ਕੇ ਸਾਨੂੰ ਸਾਰਾ ਕੁਝ ਦੱਸਿਆ ਕਿ ਇੱਦਾਂ ਇੱਦਾਂ ਇਹ ਪ੍ਰੋਸੀਜਰ ਹੋਏਗਾ। ਹਾਂਜੀ, ਅਸੀਂ ਫਿਰ ਜਦੋਂ ਉਹਨੂੰ ਚੈੱਕ ਕੀਤਾ, ਟੈਸਟ ਕੀਤਾ, ਅਸੀਂ ਹਾਂ ਕਰ ਦਿੱਤੀ। ਠੀਕ। ਫਿਰ ਉਹ ਕਾਫੀ ਦੇਰ ਤੋਂ, ਹੁਣ ਸਾਡੇ ਤੋਂ 12-13 ਸਾਲ ਹੋ ਗਏ ਸਾਡੇ ਕੋਲ ਕੰਮ ਕਰਦੇ। ਉਹ ਆਈ ਸੀਗੀ ਫੋਕਸ ਗਰੁੱਪ ਤੋਂ, ਜਿਹੜਾ ਹੈ ਬਲਾਈਂਡ ਐਸੋਸੀਏਸ਼ਨ ਹੈਗੀ ਆ। ਹਾਂਜੀ, ਜਿਹੜੇ ਕਿ ਬਲਾਈਂਡ ਲੋਕਾਂ ਨੂੰ ਉਹ ਟੀਚ ਕਰਦੇ ਆ, ਗਾਈਡ ਕਰਦੇ ਆ, ਉਹਨਾਂ ਦਾ ਮਾਰਗਦਰਸ਼ਨ ਕਰਦੇ ਆ। ਹਾਂਜੀ, ਉੱਥੇ ਜੌਬ ਕਲੱਬਸ ਹੈਗੀਆਂ ਵਾ, ਜਿਹੜਾ ਕੋਈ ਕੰਮ ਨਿਕਲਦਾ ਜਿਹੜੇ ਉਹ ਕਰ ਸਕਦੇ ਆ, ਉੱਥੇ ਉਹ ਭੇਜਦੇ ਉਹਨਾਂ ਨੂੰ। ਹਾਂਜੀ, ਫੋਕਸ ਬੜੀ ਨਾਮ ਵਾਲੀ ਚੈਰਿਟੀ ਵੈਸੇ ਤਾਂ। ਬਿਲਕੁਲ। ਮੈਂ ਉੱਥੇ ਉਹਨਾਂ ਦੀ ਸੇਵਾ ਮੈਨੂੰ ਕਰਨ ਦਾ ਮੌਕਾ ਮਿਲ ਰਿਹਾ ਵਾ। ਅੱਛਾ ਜੀ। ਮੈਂ ਉੱਥੇ ਜਾ ਰਿਹਾ ਵਾਂ। ਹਾਂਜੀ, ਉੱਥੇ ਦੇ ਵਨ ਆਫ ਦਾ ਮੈਂਬਰ ਆਫ ਦਾ ਬੋਰਡ ਆਫ ਡਾਇਰੈਕਟਰ ਆਈ ਐਮ ਗੋਇੰਗ ਟੂ ਬੀ। ਠੀਕ। ਅਤੇ ਉਹਦੇ ਵਾਸਤੇ ਮੈਂ ਜ਼ਰੂਰ ਜਿਹੜਾ ਵੀ ਇਸ ਨੂੰ ਸੁਣ ਰਿਹਾ ਵਾ, ਕੋਈ ਵੀ ਬਿਜ਼ਨਸਮੈਨ ਹੈਗਾ ਵਾ ਜਾਂ ਕੋਈ ਪ੍ਰੋਫੈਸ਼ਨ ਦੇ ਵਿੱਚ ਹੈਗਾ ਵਾ, ਕਿ ਉਹ ਪਲੀਜ਼ ਤੁਸੀਂ ਫੋਕਸ ਐਸੋਸੀਏਸ਼ਨ ਨੂੰ ਕੰਟੈਕਟ ਜ਼ਰੂਰ ਕਰੋ। ਜਦੋਂ ਤੁਹਾਡੇ ਕੋਈ ਜੌਬ ਐਸੀ ਨਿਕਲਦੀ ਹੋਵੇ, ਉਹਨਾਂ ਤੋਂ ਤੁਸੀਂ ਪਤਾ ਕਰੋ ਕਿ ਕੋਈ ਜਿਹੜਾ ਵੀ ਕੈਂਡੀਡੇਟ ਹੈਗਾ ਵਾ, ਕੀ ਉਹਨਾਂ ਕੋਲ ਉੱਦਾਂ ਦਾ ਕੈਂਡੀਡੇਟ ਹੈਗਾ ਜਿਹੜਾ ਤੁਹਾਨੂੰ ਚਾਹੀਦਾ ਵਾ। ਅਤੇ ਸਿਰਫ ਇਸੇ ਕਰਕੇ ਕਿਸੇ ਦੀ ਐਪਲੀਕੇਸ਼ਨ ਨਾ ਰਿਜੈਕਟ ਕਰੋ, ਕਿਉਂਕਿ ਉਹਨਾਂ ਨੂੰ ਅੱਖਾਂ ਤੋਂ ਦਿਖਾਈ ਨਹੀਂ ਦਿੰਦਾ। ਮੈਂ ਇਹ ਤੁਹਾਨੂੰ ਸਭ ਨੂੰ ਰਿਕੁਐਸਟ ਕਰਦਾ ਵਾਂ, ਸਰੋਤਿਆਂ ਨੂੰ, ਕਿ ਜਿਸ ਕਿਸੇ ਕੋਲ ਵੀ ਜੌਬ ਨਿਕਲਦੀ ਆ ਔਰ ਤੁਸੀਂ ਸੋਚਦੇ ਆ ਕਿ ਉਹ ਜੌਬ ਜਿਹੜਾ ਬਲਾਈਂਡ ਪਰਸਨ ਫੁੱਲਫਿਲ ਕਰ ਸਕਦਾ, ਉਹਨਾਂ ਨੂੰ ਪਲੀਜ਼ ਜ਼ਰੂਰ ਓਪਰਚੁਨਿਟੀ ਦਿਓ। ਥੋੜ੍ਹੀ ਜਿਹੀ ਵੱਖਰੀ ਗੱਲ, ਕਿਉਂਕਿ ਤੁਸੀਂ ਆਪ ਕੈਂਬਰਿਜ ਯੂਨੀਵਰਸਿਟੀ ਤੱਕ ਪੜ੍ਹੇ। ਦੁਨੀਆ ਦੀਆਂ ਜੇ 3-4 ਯੂਨੀਵਰਸਿਟੀਆਂ ਵੱਡੀਆਂ ਨਾਂ ਲੈਣਾ ਹੋਵੇ, ਨਾਮ ਲੈ ਲੈਣਾ ਜੀ, ਕੈਂਬਰਿਜ ਇੱਕ। ਆਪ ਤੁਸੀਂ ਕੈਂਬਰਿਜ ਤੱਕ ਪੜ੍ਹੇ ਔਰ ਬਾਅਦ ਵਿੱਚ ਕਿੰਗ ਐਡਵਰਡ ਸਕੂਲ ਦੇ ਤੁਸੀਂ ਗਵਰਨਰ ਰਹੇ, 5 ਸਾਲ ਤਕਰੀਬਨ ਗਵਰਨਰ ਰਹੇ। ਔਰ ਆਪ ਕੈਂਬਰਿਜ ਯੂਨੀਵਰਸਿਟੀ ਪੜ੍ਹ ਕੇ ਕਿੰਗ ਐਡਵਰਡ ਸਕੂਲ ਦੇ ਗਵਰਨਰ ਰਹਿ ਕੇ ਐਜੂਕੇਸ਼ਨ ਦੇ ਤੌਰ 'ਤੇ, ਮੁੱਢਲੀ ਐਜੂਕੇਸ਼ਨ ਤੋਂ ਲੈ ਕੇ ਯੂਨੀਵਰਸਿਟੀ ਦੀ ਐਜੂਕੇਸ਼ਨ, ਤੁਹਾਡੇ ਕੋਲ ਇੱਕ ਜਿਹੜਾ ਤਜਰਬਾ ਹੋਇਆ ਇੰਗਲੈਂਡ ਦੇ ਬਾਰੇ 'ਚ, ਐਜੂਕੇਸ਼ਨ ਕਿਸੇ ਕੌਮ ਦਾ ਫਿਊਚਰ ਹੋਇਆ ਕਰਦੀ ਹੈ, ਭਵਿੱਖ ਹੋਇਆ ਕਰਦੀ। ਤੁਸੀਂ ਸਾਰੇ ਦਰਸ਼ਕਾਂ ਨੂੰ, ਸਾਡੇ ਦਰਸ਼ਕਾਂ ਨੂੰ ਜਿਹੜੇ ਦੇਖ ਰਹੇ ਨੇ, ਸੰਗਤ ਟੈਲੀਵਿਜ਼ਨ ਦੇ ਦਰਸ਼ਕ, ਉਹਨਾਂ ਨੂੰ ਐਜੂਕੇਸ਼ਨ ਦੇ ਮਸਲੇ 'ਚ ਕੋਈ ਗੱਲ ਆਪਣੇ ਤਜਰਬੇ ਦੇ ਆਧਾਰ 'ਤੇ ਕਹਿਣਾ ਚਾਹੁੰਦੇ ਆ? ਐਜੂਕੇਸ਼ਨ ਜਿਹੜੀ ਹੈ ਇਹ ਬੜੀ ਜ਼ਰੂਰੀ ਹੈਗੀ ਆ। ਐਜੂਕੇਸ਼ਨ ਭਾਵੇਂ ਉਹ ਐਜੂਕੇਸ਼ਨ ਜਿਹੜੀ ਇੱਦਾਂ ਨਹੀਂ ਕਿ ਉਹ ਸਕੂਲ ਦੇ ਟਾਈਮ 'ਤੇ ਫਿਨਿਸ਼ ਕਰ ਦੇਣੀ ਚਾਹੀਦੀ ਆ। ਇਹ ਹੈਗੀ ਆ ਲਾਈਫ ਲੌਂਗ ਲਰਨਿੰਗ ਪ੍ਰੋਸੈਸ। ਇਹ ਕਦੋਂ ਵੀ ਇਹਦੀ ਐਜੂਕੇਸ਼ਨ ਦੀ ਪ੍ਰਾਪਤੀ ਕੀਤੀ ਜਾ ਸਕਦੀ ਆ। ਮੈਂ ਇਹ ਕਹਾਂਗਾ, ਤੁਹਾਨੂੰ ਜਿਸ ਕਿਸੇ ਨੂੰ ਵੀ ਜਿਸ ਕਿਸੇ ਚੀਜ਼ ਵਿੱਚ ਵੀ ਇੰਟਰਸਟ ਹੈਗਾ ਵਾ, ਏਜ ਕੋਈ ਬਾਰ ਨਹੀਂ। ਉਸੇ ਟਾਈਮ ਦੇ ਉੱਤੇ ਤੁਸੀਂ ਆਪਣੇ ਆਪ ਨੂੰ ਐਜੂਕੇਟ ਕਰੋ। ਜਿੰਨਾ ਵੀ ਇਸ ਜ਼ਿੰਦਗੀ ਵਿੱਚ ਕੁਝ ਤੁਸੀਂ ਸਿੱਖ ਸਕਦੇ ਆ, ਉਹ ਜ਼ਰੂਰ ਸਿੱਖੋ। ਉਹਦੇ ਨਾਲ ਤੁਹਾਨੂੰ ਵੀ ਫਾਇਦਾ ਹੋਏਗਾ, ਸੰਸਾਰ ਨੂੰ ਵੀ ਫਾਇਦਾ ਹੋਏਗਾ, ਤੁਹਾਡੀ ਫੈਮਿਲੀ ਨੂੰ ਵੀ ਫਾਇਦਾ ਹੋਏਗਾ, ਸਾਰੀ ਕਮਿਊਨਿਟੀ ਨੂੰ ਫਾਇਦਾ ਹੋਏਗਾ। ਕਿਉਂਕਿ ਜਿਹੜੀ ਐਜੂਕੇਸ਼ਨ ਆ ਇਜ਼ ਕੀ ਟੂ ਸਕਸੈਸ। ਅੱਜ ਦੇ ਸਮੇਂ 'ਚ ਇੱਕ ਗੱਲ ਹੋਰ ਕਹੀ ਜਾਂਦੀ ਹੈ ਐਜੂਕੇਸ਼ਨ ਦੇ ਨਾਲ ਨਾਲ, ਵੀ ਕਿਸੇ ਕੌਮ ਨੇ ਜੇ ਤਰੱਕੀ ਕਰਨੀ ਹੈ ਤਾਂ ਉਹ ਕੌਮ ਵਪਾਰ 'ਚ ਪੈ ਜਾਵੇ। ਬਿਜ਼ਨਸ ਜਿਹੜਾ ਆ, ਕਿਉਂਕਿ ਦੁਨੀਆ ਭਰ 'ਚ ਚਾਈਨਾ ਨੇ ਕੀ ਕੀਤਾ, ਦੁਨੀਆ ਭਰ 'ਚ ਬਿਜ਼ਨਸ ਜਾਣੀ ਕਿ ਪੂੰਜੀ ਆਪਣੇ ਕੋਲ ਇਕੱਠੀ ਕੀਤੀ, ਦੁਨੀਆ ਭਰ ਦੇ ਵਿੱਚ ਜਿਹੜੀ ਬਿਜ਼ਨਸ ਦੇ ਨਾਲ ਨਾਲ ਉਹ ਤਰੱਕੀ ਕੀਤੀ ਜਾ ਸਕਦੀ ਆ। ਔਰ ਤੁਸੀਂ ਇਹ ਫੀਲਡ ਇੱਕ ਤਰ੍ਹਾਂ ਦਾ ਹੰਡਾਇਆ। ਤੁਸੀਂ ਚੈਂਬਰ ਆਫ ਕਾਮਰਸ ਦੀ ਐਗਜ਼ੈਕਟਿਵ ਬੋਰਡ ਦੇ ਵਿੱਚ ਤੁਸੀਂ ਰਹੇ, ਫਿਰ IAB ਜਿਹੜੀ ਕਿ ਇੰਸਟੀਚਿਊਟ ਆਫ ਏਸ਼ੀਅਨ ਬਿਜ਼ਨਸ, ਉਹਦੇ ਚੇਅਰਮੈਨ ਵੀ ਰਹੇ। ਜਿਹੜਾ ਸਾਡੇ ਬਿਜ਼ਨਸ ਵੀਰ ਆ, ਵਪਾਰੀ ਤੌਰ 'ਤੇ ਜਿਹੜਾ ਤੁਸੀਂ ਤਜਰਬਾ ਲਿਆ ਉੱਥੋਂ, ਉਹਦੀ 'ਚ ਕੋਈ ਖਾਸ ਗੱਲ ਜਿਹੜੀ ਸਾਂਝੀ ਕਰਨੀ ਚਾਹੀਦੀ ਜ਼ਰੂਰ ਕਰਿਓ। 6 ਚੀਜ਼ਾਂ ਜਿਹੜੀਆਂ ਤੁਹਾਨੂੰ ਹਾਈ ਮੁਕਾਮ 'ਤੇ ਔਰ ਸਕਸੈਸ ਦੇ 'ਤੇ ਲਿਜਾ ਸਕਦੀਆਂ। ਇੱਕ ਤਾਂ ਇਹ ਹੈ ਕਿ ਆਪਣਾ ਫਰਜ਼ ਪੂਰਾ ਕਰੋ। ਕਿਆ ਬਾਤ ਹੈ। ਜੇ ਤੁਸੀਂ ਇੰਪਲੋਇਰ ਆ ਤਾਂ ਗੁੱਡ ਇੰਪਲੋਇਰ ਬਣੋ। ਜੇ ਤੁਸੀਂ ਇੰਪਲੋਈ ਹੈਗੇ ਆ ਤਾਂ ਆਪਣਾ ਜਿਹੜਾ ਕੰਮ ਆ ਪੂਰੇ ਮਤਲਬ ਧਿਆਨ ਨਾਲ ਔਰ ਡਿਊਟੀ ਸਮਝ ਕੇ ਔਰ ਆਪਣਾ ਸਮਝ ਕੇ ਕਰੋ। ਹਾਂਜੀ, ਪਹਿਲੀ ਚੀਜ਼ ਫਰਜ਼ ਜ਼ਰੂਰ। 6 ਚੀਜ਼ਾਂ 'ਚੋਂ ਪਹਿਲੀ ਚੀਜ਼ ਫਰਜ਼ ਹੈਗਾ। ਹਾਂਜੀ, ਅਤੇ ਫਰਜ਼ ਜਿਹੜਾ ਪੇਰੈਂਟਸ ਆ ਆਪਣੇ ਬੱਚਿਆਂ ਨੂੰ ਐਜੂਕੇਟ ਕਰਨਾ, ਫਿਰ ਬੱਚਿਆਂ ਦਾ ਫਰਜ਼ ਆ ਕਿ ਉਹਨਾਂ ਦੀ ਲੁੱਕ ਆਫਟਰ ਕਰਨਾ। ਕਿ ਮਤਲਬ ਫਰਜ਼ ਜਿਹੜਾ ਤੁਸੀਂ ਹਰ
ਪੁਆਇੰਟ ਦੇ ਉੱਤੇ ਦੇਖੋ ਕਿ ਮੇਰਾ ਇੱਥੇ ਫਰਜ਼ ਕੀ ਬਣਦਾ। ਜਿੱਥੇ ਵੀ ਮਨੁੱਖ ਹੋਵੇ, ਜਿਹੜੀ ਵੀ ਹਾਲਾਤ 'ਚ ਹੋਵੇ, ਆਪਣਾ ਫਰਜ਼ ਨਾ ਭੁੱਲੋ। ਫਰਜ਼ ਨਾ ਭੁੱਲੋ, ਪਹਿਲੀ ਗੱਲ ਫਰਜ਼ ਬੁਨਿਆਦ ਹੈ। ਦੂਸਰੀ ਗੱਲ ਹੈਗੀ ਕਰਜ਼ ਕੇ ਜਿਹੜਾ ਉਧਾਰ ਪੈਸਾ ਲੈਣਾ, ਉਹ ਤੁਸੀਂ ਇੰਨਾ ਨਾ ਲਵੋ ਕਿ ਤੁਸੀਂ ਉਹਦੀ ਪੇਮੈਂਟ ਨਾ ਕਰ ਸਕੋ। ਠੀਕ। ਉਹ ਤੁਸੀਂ ਖੁਦ ਵੀ ਦੁਖੀ ਰਹੋਗੇ, ਆਪਣੇ ਪਰਿਵਾਰ ਨੂੰ ਵੀ ਦੁਖੀ ਰੱਖੋਗੇ, ਤੇ ਉਹ ਤੁਹਾਨੂੰ ਕਦੀ ਕੋਈ ਸਕੂਨ ਨਹੀਂ ਮਿਲਦਾ। ਕਰਜ਼ੇ 'ਚ ਡੁੱਬਿਆ ਕੋਈ ਪਰਿਵਾਰ ਹੋਵੇ, ਘਰ ਹੋਵੇ, ਵਿਅਕਤੀ ਹੋਵੇ, ਕੌਮ ਹੋਵੇ, ਉਹ ਧੱਕੀ ਨਹੀਂ ਕਰ ਸਕਦੀ ਜੀ। ਔਰ ਦੂਜੀ ਗੱਲ ਤੀਸਰੀ ਹੈਗੀ ਆ ਮਰਜ਼, ਕਿ ਕਦੀ ਵੀ ਆਪਣੀ ਸਿਹਤ ਨਾਲ ਖਿਲਵਾੜ ਨਾ ਕਰੋ, ਕਦੀ ਵੀ ਕੋਈ ਡਰੱਗ ਨਾ ਲਵੋ, ਕਦੀ ਵੀ ਕੋਈ ਅਲਕੋਹਲਿਕ ਅਬਿਊਜ਼ ਨਾ ਕਰੋ, ਸਮੋਕ ਨਾ ਕਰੋ, ਔਰ ਆਪਣੀ ਪ੍ਰੋਪਰ ਐਕਸਰਸਾਈਜ਼ ਕਰੋ। ਕਦੀ ਕੰਪਰੋਮਾਈਜ਼ ਨਾ ਕਰੋ ਕਿ ਮੈਂ ਹੈਲਥ ਕਲੱਬ ਦਾ ਮੈਂਬਰ ਨਹੀਂ ਬਣਨਾ, ਇਸ ਕਰਕੇ ਉਹਦੇ ਪੈਸੇ ਲੱਗਦੇ ਆ। ਪਲੀਜ਼ ਆਪਣੀ ਜਿਹੜੀ ਤੁਸੀਂ ਹੈਲਥ ਹੈਗੀ ਆ ਉਹਦਾ ਪੂਰਾ ਖਿਆਲ ਰੱਖੋ, ਕਦੀ ਕਿਸੇ ਤੇ ਡਿਪੈਂਡੈਂਟ ਨਾ ਬਣੋ। ਜੇ ਤੁਹਾਡੇ ਕੋਲ ਐਨਰਜੀ ਹੋਏਗੀ ਤਾਂ ਤੁਸੀਂ ਵਪਾਰ ਵੀ ਰਨ ਕਰੋਗੇ, ਔਰ ਤੁਸੀਂ ਬੈਠ ਵੀ ਸਕੋਗੇ, ਭਗਤੀ ਵਾਸਤੇ ਵੀ ਬੈਠ ਸਕੋਗੇ। ਕੀ ਬਾਤ ਹੈ। ਇਹ ਸੋ 6 ਚੀਜ਼ਾਂ ਤੁਸੀਂ ਕਹੀਆਂ, ਸਾਨੂੰ ਜੋ 3 ਆ ਗਈਆਂ, ਫਰਜ਼, ਕਰਜ਼ ਤੇ ਮਰਜ਼। ਚੌਥੀ ਹੈਗੀ ਆ ਨਰਜ਼। ਜੇ ਤੁਹਾਡੇ ਕੋਲ ਤਾਕਤ ਹੈ, ਔਰ ਤੁਹਾਡੇ ਕੋਲ ਬੁੱਧੀ ਹੈ, ਔਰ ਤੁਹਾਡੇ ਕੋਲ ਪੈਸਾ ਹੈ, ਉਹਦਾ ਸ਼ੋਅ ਆਫ ਨਾ ਕਰੋ। ਦਿਖਾਵਾ। ਨਰਜ਼ ਮੀਨਸ ਉਰਦੂ ਦਾ ਸ਼ਬਦ ਹੈ, ਫਾਰਸੀ ਸ਼ਬਦ ਹੈ ਦਿਖਾਵਾ, ਅਡੰਬਰ ਜਿਹਨੂੰ ਆਪਾਂ ਕਹਿ ਦਿੰਦੇ ਆ। ਸੋ ਉਹਦੇ ਨਾਲ ਕੀ ਤੁਹਾਡੇ ਨਾਲ ਲੋਕ ਨਹੀਂ ਜੁੜਨਗੇ, ਤੁਹਾਡੇ ਤੋਂ ਪਰੇ ਚਲੇ ਜਾਣਗੇ, ਤੁਹਾਡੀ ਨੈਟਵਰਕਿੰਗ ਘਟ ਜਾਏਗੀ, ਕਿਉਂਕਿ ਜਿਹੜਾ ਬੰਦਾ ਸ਼ੋਅ ਆਫ ਕਰਦਾ ਉਹਦੇ ਤੋਂ ਲੋਕੀ ਪਰੇ ਹੋਣੇ ਸ਼ੁਰੂ ਹੋ ਜਾਂਦੇ। ਸੋ ਬਿਜ਼ਨਸ ਦੇ ਵਿੱਚ ਜਦੋਂ ਤੁਸੀਂ ਇਦਾਂ ਦੀਆਂ ਚੀਜ਼ਾਂ ਸ਼ੋਅ ਆਫ ਕਰਨ ਲੱਗ ਪੈਂਦੇ ਹੈਗੇ ਆ, ਉਹ ਤੁਹਾਡੇ ਨਾਲ ਜਿਹੜੇ ਤੁਹਾਡੇ ਕਲਾਇੰਟ ਆ ਜਾਂ ਕਸਟਮਰ ਹੈਗੇ ਆ, ਉਹ ਬਹੁਤੀ ਦੇਰ ਨਹੀਂ ਤੁਹਾਡੇ ਕੋਲ ਟਿਕਦੇ। ਜਾਂ ਉੱਦਾਂ ਵੀ ਸੋਸ਼ਲ ਲਾਈਫ ਦੇ ਵਿੱਚ ਵੀ ਤੁਹਾਡੇ ਇੰਨੇ ਜ਼ਿਆਦਾ ਫਰੈਂਡ ਦੋਸਤ ਨਹੀਂ ਬਣਦੇ। ਸੋ ਹਮੇਸ਼ਾ ਹੰਬਲ ਰਹੋ, ਹਿਊਮਿਲਿਟੀ ਰੱਖੋ। ਨਰਜ਼, ਅਡੰਬਰ, ਦਿਖਾਵਾ ਤੇ ਹੰਕਾਰ, ਹਉਮੈ ਜਾਣੀ ਕਿ ਇੱਕ ਤਰ੍ਹਾਂ ਦੀ, ਜਿਹਦੇ ਬਾਰੇ ਆਪਾਂ ਸਾਨੂੰ ਕਿਹਾ। ਚੌਥੀ ਚੀਜ਼ ਹੋ ਗਈ ਹਉਮੈ। ਪੰਜਵੀਂ ਹੈਗੀ ਗਰਜ਼ ਹੁੰਦਾ ਹੈ ਕਿ ਤੁਸੀਂ ਕਿਸੇ ਤੋਂ ਕੰਮ ਕਢਵਾਇਆ। ਬਿਲਕੁਲ। ਹਾਂਜੀ। ਤੁਸੀਂ ਸਿਰਫ ਉਹਦੇ ਨਾਲ ਉਦੋਂ ਹੀ ਗੱਲਬਾਤ ਕਰਦੇ ਜਦੋਂ ਤੁਹਾਨੂੰ ਉਹਨਾਂ ਤੋਂ ਕੋਈ ਜ਼ਰੂਰਤ ਹੈਗੀ ਆ, ਔਰ ਫਿਰ ਤੁਸੀਂ ਉਹਨਾਂ ਨੂੰ ਭੁੱਲ ਜਾਂਦੇ ਆ। ਕਦੀ ਉਹਨਾਂ ਦਾ ਥੈਂਕ ਯੂ ਨਹੀਂ ਕਹਿੰਦੇ, ਕਦੀ ਗ੍ਰੈਟੀਟਿਊਡ ਨਹੀਂ ਪੇ ਕਰਦੇ। ਉਹਦੇ ਨਾਲ ਕੀ ਹੁੰਦਾ ਕਿ ਸੂਨਰ ਔਰ ਲੇਟਰ ਲੋਕਾਂ ਨੂੰ ਉਹਨਾਂ ਇਨਸਾਨ ਦੀ ਆਦਤ ਦਾ ਪਤਾ ਲੱਗ ਜਾਂਦਾ। ਮੌਕਾ ਪ੍ਰਸਤ ਹੈ ਤਾਂ ਬੰਦਾ। ਹਾਂ। ਇਸ ਕਰਕੇ ਗਰਜ਼ੀ ਨਹੀਂ ਹੋਣਾ ਚਾਹੀਦਾ। ਜੇ ਤੁਹਾਡੇ ਲਈ ਕੋਈ ਕਰਦਾ, ਤੁਸੀਂ ਉਹਦੀ ਜ਼ਰੂਰ ਹੈਲਪ ਆਪ ਵੀ ਕਰੋ ਜਦੋਂ ਉਹਨੂੰ ਜ਼ਰੂਰਤ ਪੈਂਦੀ ਆ। ਸੋ ਕਦੀ ਗਰਜ਼ੀ ਨਹੀਂ ਹੋਣਾ ਚਾਹੀਦਾ। ਸਵਾਰਥੀ ਇੱਕ ਤਰ੍ਹਾਂ ਦਾ, ਇੰਨੇ ਸਵਾਰਥੀ ਨਾ ਹੋਵੋ ਕਿ ਤੁਸੀਂ ਆਪਣੀ ਹੀ ਗਰਜ਼ ਤੱਕ ਸੀਮਤ ਰਹੋ। ਇਹ ਦੂਜਿਆਂ ਦੇ ਦੁੱਖ ਸੁੱਖ ਵਿੱਚ ਵੀ ਭਾਈਵਾਲ ਹੋਣਾ ਚਾਹੀਦਾ। ਇਹ ਪੰਜਵੀਂ ਗੱਲ ਸੀ। ਛੇਵੀਂ ਹੈਗੀ ਅਰਜ਼, ਕਿ ਦੇਖੋ ਇਨਸਾਨ ਨੂੰ ਜ਼ਿੰਦਗੀ ਵਿੱਚ ਦੁੱਖ ਸੁੱਖ ਆਉਂਦੇ ਰਹਿੰਦੇ। ਜਦੋਂ ਕੋਈ ਦੁੱਖ ਦਾ ਟਾਈਮ ਆਉਂਦਾ ਹੈਗਾ, ਉਸ ਟਾਈਮ ਦੇ ਉੱਤੇ ਜਦੋਂ ਤੁਹਾਡਾ ਤਨ ਤੇ ਮਨ ਤੇ ਦੌਲਤ ਕੰਮ ਨਹੀਂ ਆਉਂਦੇ, ਬੁੱਧੀ ਕੰਮ ਨਹੀਂ ਆਉਂਦੀ, ਫਿਰ ਤੁਸੀਂ ਕੀ ਕਰੋ? ਤੁਸੀਂ ਜ਼ਰੂਰ ਪਰਮਾਤਮਾ ਦੇ ਅੱਗੇ ਅਰਦਾਸ ਕਰੋ, ਪ੍ਰੇਅਰ ਕਰੋ। ਅੱਜ ਕੱਲ੍ਹ ਕੀ ਹੁੰਦਾ, ਲੋਕੀ ਪ੍ਰੇਅਰ ਕਰਨ ਦੀ ਬਜਾਏ, ਅਰਦਾਸ ਕਰਨ ਦੀ ਬਜਾਏ ਜਾਂ ਤਾਂ ਸ਼ਰਾਬ ਦਾ ਸਹਾਰਾ ਲੈਣ ਲੱਗ ਪੈਂਦੇ ਆ, ਜਾਂ ਡਰੱਗਸ ਲੈਣ ਲੱਗ ਪੈਂਦੇ ਆ, ਜਾਂ ਐਂਟੀ ਡਿਪਰੈਸ਼ਨ ਦੀਆਂ ਟੈਬਲੇਟਸ ਲੈਣ ਲੱਗ ਪੈਂਦੇ ਆ। ਉਹ ਦਵਾਈਆਂ ਦੇ ਉੱਤੇ, ਅਲਕੋਹਲ ਦੇ ਉੱਤੇ ਔਰ ਡਰੱਗਸ ਦੇ ਉੱਤੇ ਡਿਪੈਂਡ ਕਰਨ ਲੱਗ ਪੈਂਦੇ ਆ। ਜੇ ਉਹਨਾਂ ਨੇ ਅਰਦਾਸ ਕੀਤੀ ਹੋਈ ਆਪਣੇ ਦਿਲ ਤੋਂ, ਮਨ ਤੋਂ, ਉਹ ਜਿਹੜੀ ਅਰਦਾਸ ਆ ਬੜੀ ਦੂਰ ਤੱਕ ਜਾਂਦੀ ਆ। ਉਹ ਜਿਹੜੀ ਅਰਦਾਸ ਆ ਉਹਨਾਂ ਦੇ ਸਾਰੇ ਦੁੱਖ ਦੂਰ ਕਰ ਸਕਦੀ ਆ। ਸੋ ਇਹ ਜਿਹੜੀਆਂ 6ਵੀਂ ਚੀਜ਼ਾਂ ਵਾ, ਇਹ ਆਪਸ ਵਿੱਚ ਬੜੀਆਂ ਇੰਟਰ ਰਿਲੇਟਡ ਹੈਗੇ ਆ। ਮੈਂ 6 ਚੀਜ਼ਾਂ ਜੇ ਦੁਬਾਰਾ ਦੁਹਰਾ ਦਈਏ ਬੇਸ਼ੱਕ। ਹਾਂਜੀ। ਫਰਜ਼, ਕਰਜ਼, ਮਰਜ਼, ਨਰਜ਼, ਗਰਜ਼ ਐਂਡ ਅਰਜ਼। ਬਿਲਕੁਲ ਸਾਰੇ ਸ਼ਬਦ ਜਿਹੜੇ ਸਮਝ ਆਉਣ ਵਾਲੇ ਨੇ। ਫਰਜ਼ ਆਪਣੇ ਪੂਰੇ ਕਰੀਏ, ਕਰਜ਼ ਨਾ ਲਈਏ, ਮਰਜ਼ ਜਾਨੀ ਬਿਮਾਰੀਆਂ ਤੋਂ ਬਚਣ ਲਈ, ਸਰੀਰ ਨੂੰ ਤੰਦਰੁਸਤ ਰੱਖਣ ਲਈ ਯਤਨਸ਼ੀਲ ਰਹੀਏ ਹਮੇਸ਼ਾ। ਨਰਜ਼, ਹੰਕਾਰ ਵਿੱਚ ਨਹੀਂ ਜਾਣਾ, ਹਉਮੈ ਵਿੱਚ ਨਹੀਂ ਜਾਣਾ, ਦਿਖਾਵਾ ਨਹੀਂ ਕਰਨਾ, ਅਡੰਬਰ ਨਹੀਂ ਕਰਨਾ। ਔਰ ਗਰਜ਼, ਸਵਾਰਥੀ ਨਹੀਂ ਬਣਨਾ ਮਨੁੱਖ ਨੇ। ਕਾਮਯਾਬੀ ਦਾ ਇਹ ਵੀ ਰਾਜ ਹੈ। ਔਰ ਅਖੀਰਲੀ ਗੱਲ ਹੈ ਕਿ ਉਹ ਪਰਮਾਤਮਾ ਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ, ਹਮੇਸ਼ਾ ਅਰਜ਼ ਕਰਦੇ ਰਹਿਣਾ ਚਾਹੀਦਾ ਉਹਦੇ ਬਾਰੇ। ਹਾਂਜੀ। ਇਹ ਜਿਹੜੀਆਂ ਚੀਜ਼ਾਂ ਆਪਸ ਵਿੱਚ ਇੰਟਰ ਰਿਲੇਟਡ ਆ। ਦੇਖੋ, ਜੇ ਤੁਸੀਂ ਸ਼ੋਅ ਆਫ ਕਰੋਗੇ, ਤੁਸੀਂ ਸ਼ੋਅ ਆਫ ਕਰਨ ਵਾਸਤੇ ਕਰਜ਼ ਲਾਓਗੇ ਜੀ, ਕਿਉਂਕਿ ਤੁਸੀਂ ਆਪਣਾ ਬਹੁਤ ਬੜਾ ਘਰ ਲੈਣਾ ਚਾਹੁੰਦੇ ਜਿਹੜਾ ਤੁਸੀਂ ਅਫੋਰਡ ਨਹੀਂ ਕਰ ਸਕਦੇ, ਵੱਡੀ ਕਾਰ ਚਲਾਉਣਾ ਚਾਹੁੰਦੇ ਜਿਹੜੀ ਤੁਸੀਂ ਅਫੋਰਡ ਨਹੀਂ ਕਰ ਸਕਦੇ। ਸੋ ਇਹ ਸਾਰੀਆਂ ਚੀਜ਼ਾਂ ਇੰਟਰ ਰਿਲੇਟਡ ਆ ਜੀ। ਦੇਖੋ ਹੁਣ ਜਿਹੜੀ ਸੁਸਾਇਟੀ ਹੈਗੀ ਆ, ਕਰਜ਼ ਲੈਣ ਦੇ ਨਾਲ ਯੂਰਪ ਵਿੱਚ ਕੀ ਹੋ ਰਿਹਾ, ਅਮਰੀਕਾ ਦੇ ਵਿੱਚ ਕੀ ਹੋ ਰਿਹਾ,
ਜੇ ਇਹਨਾਂ ਸਾਰੀ ਸੁਸਾਇਟੀ ਨੇ ਇੰਨਾ ਕਰਜ਼ ਨਾ ਲਿਆ ਹੁੰਦਾ ਅੱਜ ਸਾਡੇ ਇੱਥੇ ਰਿਸੈਸ਼ਨ ਨਾ ਹੁੰਦਾ। ਬਿਲਕੁਲ ਬਿਲਕੁਲ ਇੰਟਰ ਰਿਲੇਟਡ ਗੱਲ, ਜੇ ਤੁਸੀਂ ਸ਼ੋਅ ਆਫ ਕਰੋਗੇ, ਨਰਜ ਕਰੋਗੇ, ਕਰਜ਼ ਲੈਣਾ ਪਵੇਗਾ, ਕਰਜ਼ ਲਾਓਗੇ ਫਿਰ ਵਾਪਸ ਵੀ ਕਰਨਾ ਪੈਣਾ, ਮਾਨਸਿਕ ਤਣਾਅ ਆਵੇਗਾ, ਉਹ ਸਰੀਰ ਮਰਜ਼ ਵੀ ਆਏਗਾ ਹੀ ਆਏਗਾ। ਸਾਰੀਆਂ ਇੰਟਰ ਰਿਲੇਟਡ ਆ। ਤੇ ਜਦੋਂ ਮਰ ਜਾਂਦਾ ਬੰਦਾ ਮਨੁੱਖ ਸਵਾਰਥੀ ਬਣਦਾ। ਕਮਜ਼ੋਰ ਮਨੁੱਖ ਹਮੇਸ਼ਾ ਸਵਾਰਥੀ ਬਣਿਆ ਕਰਦੇ ਆ। ਔਰ ਜਿਹੜੇ ਬੰਦੇ ਦੇ ਕੋਲ ਕੁਛ ਹੋਵੇ, ਦੇਣ ਜੋਗਾ ਗੁਣ ਪੱਲੇ ਹੋਣ, ਉਹ ਸਵਾਰਥੀ ਵੀ ਨਹੀਂ ਬਣਦੇ। ਸੋ ਇਹ ਸਾਰੀਆਂ ਗੱਲਾਂ ਇੱਕ ਦੂਜੇ ਨਾਲ ਇੰਟਰ ਰਿਲੇਟਡ ਵਾਲੀ ਗੱਲ ਹੈ। ਪ੍ਰਮਾਤਮਾ ਦੇ ਭਾਣੇ 'ਚ ਵੀ ਰਹਿਣਾ ਹੈਗੀ ਗੱਲ ਸਾਰੀ ਜਿਹੜੀ। ਇਹ ਤਾਂ ਬਿਲਕੁਲ ਧਰਮ ਦੀਆਂ ਗੱਲਾਂ ਤੁਸੀਂ ਛੇ ਦੀ ਛੇ, ਇੱਕ ਤਰ੍ਹਾਂ ਸਾਡੇ ਧਰਮ ਵੀ ਸਾਨੂੰ ਇਹੀ ਕੁਝ ਸਿਖਾਉਂਦੇ ਆ। ਪੂਰੀ ਅਧਿਆਤਮਿਕਤਾ ਮੈਂ ਸੋਚਦਾ ਇਹਨਾਂ ਸ਼ਬਦਾਂ 'ਚ ਆਈ ਹੋਈ ਆ। ਅਧਿਆਤਮਿਕ ਤੌਰ 'ਤੇ, ਸਪਿਰਿਚੁਅਲ ਤੌਰ 'ਤੇ ਕਦੀ ਜੁੜਦੇ ਹੁੰਦੇ? ਹਾਂਜੀ, ਮੈਂ ਇਹ ਕਹਿੰਦਾ ਕਿ ਸਪਿਰਿਚੁਅਲ ਤੌਰ 'ਤੇ ਤੁਸੀਂ ਜੁੜ ਸਕਦੇ ਆ। ਹਾਂਜੀ। ਉਹ ਜੁੜਨ ਵਾਸਤੇ ਜਿਹੜੀ ਚੀਜ਼ ਤੁਹਾਨੂੰ ਪਰਮਾਤਮਾ ਤੋਂ ਦੂਰ ਕਰਦੀ ਆ ਉਹ ਪਾਪ ਆ। ਹਾਂਜੀ। ਉਹ ਅਧਰਮ ਆ। ਹਾਂਜੀ। ਔਰ ਜਿਹੜੀ ਵੀ ਚੀਜ਼ ਤੁਹਾਨੂੰ ਧਰਮ ਦੇ ਲਾਗੇ ਲੈ ਕੇ ਜਾਂਦੀ ਹੈ ਉਹ ਪੁੰਨ ਆ, ਉਹ ਧਰਮ ਆ। ਬੜੀ ਪਿਆਰੀ ਗੱਲ ਕਹੀ। ਮੈਂ ਗੁਰਬਾਣੀ 'ਚ ਮੈਨੂੰ ਇੱਕ ਗੁਰਬਾਣੀ ਦੀ ਪੰਕਤੀ ਇੱਦਾਂ ਯਾਦ ਆ ਗਈ। ਗੁਰੂ ਅਮਰਦਾਸ ਜੀ ਨੂੰ ਸਵਾਲ ਕੀਤਾ ਸੀ ਕਿ ਮਾਇਆ ਕੀ ਹੈ? ਕਿ ਪੈਸਾ ਟਕਾ ਮਾਇਆ ਹੈ? ਕਿ ਵੱਡੇ ਵੱਡੇ ਘਰ ਮਾਇਆ ਨੇ? ਕਿ ਵੱਡੇ ਵੱਡੇ ਘੋੜੇ ਉਹਨਾਂ ਦੇ ਹੋਏ ਮਾਇਆ ਨੇ? ਤੇ ਸਤਿਗੁਰੂ ਨੇ ਜਵਾਬ ਆਨੰਦ ਸਾਹਿਬ 'ਚ ਉਹਦਾ ਦਿੱਤਾ। ਪਰ ਰੋਜ਼ ਨਿਤਨੇਮ ਦੀਆਂ ਬਾਣੀਆਂ 'ਚ ਉਹਦਾ ਜਾਪ ਕਰਦੇ ਆ ਗੁਰੂ ਅਮਰਦਾਸ ਨੇ ਕਹਿੰਦੇ, ਇਹੋ ਮਾਇਆ ਜਿਤ ਹਰ ਵਿਸਰੇ ਮੋਹ ਉਪਜੇ ਭਾਓ ਦੂਜਾ ਲਾਇਆ। ਮਾਇਆ ਉਹ ਚੀਜ਼ ਹੈ, ਮਾਇਆ ਦੀ ਡੈਫੀਨੇਸ਼ਨ ਉਹ ਚੀਜ਼ ਜਿਹੜੀ ਸਾਨੂੰ ਪਰਮਾਤਮਾ ਤੋਂ ਵਸਾਰਦੀ ਹੈ, ਮੋਹ ਪੈਦਾ ਕਰਦੀ ਹੈ ਆਪਣੇ ਪ੍ਰਤੀ। ਇਹ ਮਾਇਆ ਜਿਤ ਹਰ ਵਿਸਰੇ ਮੋਹ ਉਪਜੇ ਭਾਓ ਦੂਜਾ ਲਾਇਆ, ਦੂਜੇ ਬੰਨੇ ਲਾਉਂਦੀ ਹੈ, ਸੱਚ ਤੋਂ ਤੋੜ ਕੇ ਝੂਠ ਵਾਲੇ ਬੰਨੇ ਲਾਉਂਦੀ ਹੈ। ਸੋ ਉਹੀ ਮਾਇਆ ਜਿਹੜੀ ਗੱਲ ਤੁਸੀਂ ਕਹੀ, ਬਿਲਕੁਲ ਸਤਿਗੁਰੂ ਨੇ ਜਿਹੜੀ ਗੱਲ ਤੁਸੀਂ ਕਰਦੇ ਉੱਥੇ। ਰਾਣਾ ਜੀ ਤੁਹਾਨੂੰ ਬੜਾ ਗਿਆਨ। ਨਹੀਂ, ਮੈਂ ਤਾਂ ਲੈ ਰਿਹਾ ਗਿਆਨ। ਨਹੀਂ, ਬਹੁਤ ਗਿਆਨ ਆ। ਪਰਮਾਤਮਾ ਕੋਲੋਂ ਕਿਹੜੀਆਂ ਚੀਜ਼ਾਂ? ਸਾਡੇ ਕੋਲ 9 ਚੀਜ਼ਾਂ ਜਿਹਨੇ ਤੋੜਦੀਆਂ ਆ, ਜਿਹੜੀਆਂ ਲੈ ਕੇ ਵੀ ਕੋਲ ਜਾਂਦੀਆਂ ਉਹਦੇ। ਠੀਕ ਹੈ, ਜਿਹੜੇ ਕੋਲ ਲੈ ਕੇ ਜਾਂਦੇ ਕੋਲ ਲੈ ਕੇ ਪਰਮਾਤਮਾ ਜਿਹੜੇ ਜੋੜਦੀਆਂ ਪਰਮਾਤਮਾ। ਹਾਂਜੀ। ਨੰਬਰ 1 ਹੈਗੀ ਸੱਚਾਈ, ਕਿਉਂਕਿ ਪਰਮਾਤਮਾ ਸੱਚ ਆ। ਜੀ ਬਿਲਕੁਲ। ਕਿਉਂਕਿ ਪਰਮਾਤਮਾ ਸੱਚ ਹੋਣ ਦੇ ਨਾਲ ਜੇ ਤੁਸੀਂ ਕੋਈ ਚੀਜ਼ ਝੂਠ ਬੋਲਦੇ ਆ ਫਿਰ ਤੁਸੀਂ ਸੱਚ ਨਾਲ ਨਹੀਂ ਜੁੜ ਸਕਦੇ। ਬਿਲਕੁਲ। ਗੁਰੂ ਨਾਨਕ ਸਾਹਿਬ ਨੇ ਮੁੱਢਲੀ ਗੱਲ ਇਹ ਕਹੀ, ਸਤਿਨਾਮ ਉਹਦਾ ਨਾਮ ਸੱਚ ਹੈ। ਬਿਲਕੁਲ ਸੱਚ। ਦੂਸਰੀ ਜਿਹੜੀ ਹੈਗੀ ਆ ਉਹ ਹੈਗੀ ਅਹਿੰਸਾ। ਬਿਲਕੁਲ। ਕਿ ਜੇ ਕਿਉਂਕਿ ਪਰਮਾਤਮਾ ਕਿਸੇ ਨਾਲ ਵੈਰ ਨਹੀਂ ਕਰਦਾ, ਜੇ ਵੈਰ ਨਹੀਂ ਕਰਦਾ ਤਾਂ ਕਿਸੇ ਨਾਲ ਹਾਰਮ ਨਹੀਂ ਕਰੇਗਾ ਪਰਮਾਤਮਾ। ਤੇ ਜੇ ਤੁਸੀਂ ਸੋਚੋਗੇ ਕਿਸੇ ਦਾ ਨੁਕਸਾਨ ਕਰਨਾ, ਕਿਸੇ ਨੂੰ ਹਾਰਮ ਕਰਨਾ, ਕਿਸੇ ਨੂੰ ਮਾਰਨਾ ਕੁੱਟਣਾ ਜਾਂ ਕੋਈ ਇਦਾਂ ਦੀ ਵ੍ਰਿਤੀ ਰੱਖੋਗੇ, ਤੁਹਾਨੂੰ ਉਹ ਪਰਮਾਤਮਾ ਤੋਂ ਦੂਰ ਲੈ ਕੇ ਜਾਏਗਾ। ਬਿਲਕੁਲ। ਗੁਰਬਾਣੀ ਦੀ ਪੰਕਤੀ 68 ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ। ਜਿੰਨੇ 68 ਤੀਰਥਾਂ ਤੇ ਇਸ਼ਨਾਨ ਕਰ ਲਿਆ, ਸਾਰੇ ਪੁੰਨ ਕਰ ਲਏ, ਉਹਦੇ ਮੁਕਾਬਲੇ ਕਿਸੇ ਇੱਕ ਜੀਵ ਤੇ ਦਇਆ ਕਰ ਲਈ, ਸਤਿਗੁਰੂ ਕਹਿੰਦੇ ਬਰਾਬਰ ਹੋ ਗਈ ਗੱਲ। ਸੋ ਦਇਆ ਜਿਹੜੀ ਗੱਲ ਇਨਸਾਨ ਜੀ। ਔਰ ਤੀਸਰੀ ਚੀਜ਼ ਹੈਗੀ ਹੈ ਖਿਮਾ ਕਰਨਾ, ਜਿਹਨੂੰ ਫੋਰਗਿਵਨੈਸ ਕਹਿੰਦੇ ਆ। ਬਿਲਕੁਲ। ਕਿਉਂਕਿ ਪਰਮਾਤਮਾ ਸਾਡੇ ਇੰਨੇ ਗੁਨਾਹ ਉਹ ਬਖਸ਼ ਦਿੰਦਾ ਕਿ ਸਾਨੂੰ ਵੀ ਉਹੀ ਕਰਨਾ ਚਾਹੀਦਾ ਜੋ ਪਰਮਾਤਮਾ ਕਰਦਾ। ਸਾਨੂੰ ਵੀ ਨਿੱਕੀਆਂ ਨਿੱਕੀਆਂ ਗੱਲਾਂ ਇੱਕ ਦੂਸਰੇ ਦੀਆਂ ਉਹ ਛੱਡਣੀਆਂ ਚਾਹੀਦੀਆਂ ਉਹਨਾਂ ਨੂੰ, ਕਿਉਂਕਿ ਅਸੀਂ ਪਰਮਾਤਮਾ ਦੇ ਲਾਗੇ ਜਾਵਾਂਗੇ। ਕਿਉਂਕਿ ਪਰਮਾਤਮਾ ਜਿਹੜਾ ਉਹ ਖਿਮਾ ਕਰ ਦਿੰਦਾ। ਬਿਲਕੁਲ। ਗੁਰਬਾਣੀ ਨੇ ਬਿਲਕੁਲ ਮੈਂ ਤਾਂ ਤੁਹਾਡੀ ਗੱਲ ਮੈਨੂੰ ਇੱਕ ਤਾਂ ਗੁਰਬਾਣੀ ਨਾਲ ਆ ਰਹੀ ਯਾਦ। ਤੇ ਸਤਿਗੁਰੂ ਨੇ ਕਿਹਾ ਕਿ ਜਹਾਂ ਖਿਮਾ ਤੈ ਆਪ। ਜਿੱਥੇ ਖਿਮਾ ਹੋਏਗੀ ਉੱਥੇ ਪਰਮਾਤਮਾ ਆਪ ਵਸੇਗਾ। ਜਿੱਥੇ ਕਿਸੇ ਨੂੰ ਖਿਮਾ ਕਰਤਾ ਉੱਥੇ ਸਮਝ ਲਓ ਪਰਮਾਤਮਾ ਆ ਗਿਆ। ਹਾਂਜੀ। ਔਰ ਚੌਥੀ ਜਗ੍ਹਾ ਹੈਗੀ ਦਇਆ। ਹਾਂਜੀ। ਦਇਆ ਕਰੋ। ਦਇਆ ਹੰਸਾਂ ਨਾਲ ਜੁੜ ਕੇ। ਹਾਂਜੀ। ਜਿਹੜੀ ਦਇਆ ਹੈਗੀ ਆ ਉਹ ਪੰਛੀਆਂ ਤੇ ਵੀ ਕਰੋ, ਉਹ ਜਿਹੜਾ ਵੀ ਜੀਆ ਜੰਤ ਹੈ ਉਹਦੇ ਤੇ ਕਰੋ, ਔਰ ਕੋਈ ਪਲਾਂਟਸ ਹੈਗੇ ਉਹਨਾਂ ਤੇ ਵੀ ਦਇਆ ਕਰੋ। ਦਇਆ ਤੋਂ ਇਕੱਲੇ ਮਨੁੱਖ ਤੇ ਵੀ ਨਹੀਂ ਦਇਆ, ਸਭ ਤੇ ਦਇਆ ਕਰੋ। ਤੁਸੀਂ ਸ਼ਾਕਾਹਾਰੀ ਹੋ? ਹਾਂਜੀ, ਮੈਂ ਵੈਜੀਟੇਰੀਅਨ। ਠੀਕ ਹੈ। ਦਇਆ ਕਰੋ। ਹਾਂਜੀ। ਕਿਉਂਕਿ ਪਰਮਾਤਮਾ ਦਇਆ ਦਾ ਮਹਾਸਾਗਰ ਆ ਜੀ। ਜੇ ਤੁਸੀਂ ਦਇਆ ਕਰੋਗੇ ਤੁਸੀਂ ਪਰਮਾਤਮਾ ਦੇ ਜ਼ਿਆਦਾ ਕੋਲ ਜਾਓਗੇ। ਫਿਰ ਪੰਜਵੀਂ ਜਿਹੜੀ ਚੀਜ਼ ਹੈਗੀ ਆ ਉਹ ਹਿਊਮਿਲਿਟੀ, ਨਿਮਰਤਾ। ਦੇਖੋ ਪਰਮਾਤਮਾ 'ਚ ਕਿੰਨੀ ਨਿਮਰਤਾ। ਉਹ ਇੰਨਾ ਕੁਛ ਦਿੰਦਾ ਵੀ ਫਿਰ ਵੀ ਅੱਗੇ ਨਹੀਂ ਆਉਂਦਾ ਕਿ ਆ ਕੇ ਤੁਹਾਨੂੰ ਦੱਸਦਾ ਮੈਂ ਦੇ ਰਿਹਾ। ਉਹ ਇੰਨਾ ਕੁਛ ਚਲਾ ਰਿਹਾ, ਉਹ ਕਿੰਨੇ ਨਿਮਰਤਾ ਵਾਲਾ, ਐਡੇ ਐਡੇ ਬ੍ਰਹਮੰਡ ਚਲਾ ਰਿਹਾ, ਉਹਦੇ ਟਾਈਮ ਨਾਲ ਚੱਲ ਰਿਹਾ। ਉਹ ਆ ਕੇ ਦੱਸਦਾ ਨਹੀਂ ਕਿ ਦੇਖੋ ਮੈਂ ਕਿੰਨਾ ਹੁਸ਼ਿਆਰ ਆ ਕਿ ਮੈਂ ਇਹ ਚੀਜ਼ਾਂ ਚਲਾ ਰਿਹਾ। ਉਹ 'ਚ ਕਿੰਨੀ ਨਿਮਰਤਾ ਹੈਗੀ ਹੈ ਨਾ। ਉਹ ਜ਼ਰੂਰ ਹੋਣੀ ਚਾਹੀਦੀ। ਉਹ ਤੁਹਾਨੂੰ ਰੱਬ ਦੇ ਕੋਲ ਲੈ ਕੇ ਬਿਲਕੁਲ। ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤੱਤ। ਸਾਰੇ ਗੁਣਾਂ ਤੇ ਚੰਗਿਆਈਆਂ ਦਾ ਤੱਤ ਮਿੱਠਤ 'ਚ, ਤੁਹਾਡੇ ਬੋਲਾਂ 'ਚ ਮਿੱਠਤ ਹੋਵੇ ਤੇ ਨਿਮਰਤਾ ਹੋਵੇ। ਹਾਂਜੀ। ਅਗਲੀ ਫਿਰ 6ਵੀਂ ਚੀਜ਼ ਹੈ ਜੀ ਸੁੱਚਮ। ਸੁੱਚਮ ਇਹ ਨਹੀਂ ਕਿ ਸਰੀਰ ਨੂੰ ਧੋਣਾ, ਸੁੱਚਮ ਹੈਗੀ ਸੁੱਚਮ ਜਿਹੜੀ ਥੋਟ ਦੀ ਸੁੱਚਮ, ਸੋਚਣ ਦੀ ਸੁੱਚਮ ਹੋਣੀ ਚਾਹੀਦੀ। ਕਿਸੇ ਨਾਲ ਈਰਖਾ ਨਹੀਂ ਕਰਨੀ, ਕਿਸੇ ਨਾਲ ਵੈਰ ਭਾਵ ਨਹੀਂ ਰੱਖਣਾ, ਕਿਸੇ ਨੂੰ ਨੈਗੇਟਿਵ ਵਿਸ਼ੇਜ਼ ਨਹੀਂ ਦੇਣੀਆਂ ਕਿ ਇਹਦਾ ਬੱਚਾ ਨਾ ਕਾਮਯਾਬ ਹੋਵੇ, ਇਹ ਕਾਮਯਾਬ ਨਾ ਹੋਵੇ, ਇਹਦਾ ਬਿਜ਼ਨਸ ਫੇਲ ਹੋ ਜਾਵੇ। ਇੱਦਾਂ ਦੀਆਂ ਚੀਜ਼ਾਂ ਸੋਚਣੀਆਂ ਉਹ ਨਹੀਂ ਸੋਚਣੀਆਂ ਚਾਹੀਦੀਆਂ। ਕਿਉਂਕਿ ਪਰਮਾਤਮਾ ਜਿਹੜਾ
ਉਹ ਸਭ ਨੂੰ ਬਖਸ਼ਿਸ਼ ਕਰਦਾ, ਇੱਕੋ ਜਿਹੀ ਦਿੰਦਾ, ਕਿਸੇ ਨਾਲ ਨਫ਼ਰਤ ਨਹੀਂ ਕਰਦਾ, ਉਹ ਪਿਆਰ ਦਾ ਮਹਾਂਸਾਗਰ ਆ। ਇਸ ਕਰਕੇ ਸੁੱਚਮ ਪਰਮਾਤਮਾ ਦੇ, ਜੇ ਤੁਸੀਂ ਸੁੱਚਮ ਰੱਖੋਗੇ ਤੇ ਪਰਮਾਤਮਾ ਦੇ ਕੋਲ ਲੱਗੇ ਜਾਓਗੇ। ਬਿਲਕੁਲ ਇਹੀ ਅਜਿਹੀ ਸੁੱਚਮ ਦੀ ਗੱਲ ਗੁਰਬਾਣੀ ਨੇ ਵੀ ਕੀਤੀ ਹੈ। ਸਤਿਗੁਰੂ ਕਹਿੰਦੇ ਨੇ ਸੁੱਚ ਹੋਵੇ ਤਾਂ ਸੱਚ ਪਾਈਏ। ਜੇ ਤੁਸੀਂ ਸੱਚ ਪਾ ਲਓਗੇ, ਸੱਚ ਨਾਲ ਜੁੜੇ ਰਹੋਗੇ, ਤੇ ਤਾਂ ਤੁਹਾਡੇ 'ਚ ਆਪਣੇ ਆਪ ਸੁੱਚਮ ਆਵੇਗੀ। ਹਾਂਜੀ, ਅਗਲੀ। 7ਵੀਂ ਚੀਜ਼ ਹੈ ਕਿ ਸੰਤੋਖ ਰੱਖਣਾ। ਕੀ ਬਾਤ ਹੈ। ਸੰਤੋਖ ਜ਼ਰੂਰ ਰੱਖੋ, ਉਹਨੂੰ ਕੰਟੈਂਟਮੈਂਟ ਕਹਿੰਦੇ ਆ। ਜੋ ਵੀ ਪ੍ਰਮਾਤਮਾ ਨੇ ਤੁਹਾਨੂੰ ਦਿੱਤਾ ਉਹਦਾ ਸ਼ੁਕਰਗੁਜ਼ਾਰ ਕਰੋ, ਹਾਂਜੀ, ਉਹਦਾ ਗ੍ਰੈਟੀਟਿਊਡ ਰੱਖੋ ਕਿ ਜੋ ਵੀ ਤੂੰ ਮੈਨੂੰ ਦਿੱਤਾ ਮੈਂ ਉਹਦੇ ਵਿੱਚ ਖੁਸ਼ ਹੈਗਾ। ਹਾਂਜੀ, ਕਿਉਂਕਿ ਜਿਹੜਾ ਪ੍ਰਮਾਤਮਾ ਹੈਗਾ ਵਾ ਉਹ ਤੁਹਾਡੇ ਤੋਂ ਕੋਈ ਚੀਜ਼ ਐਕਸਪੈਕਟ ਨਹੀਂ ਕਰਦਾ। ਹਾਂਜੀ, ਸੋ ਤੁਸੀਂ ਕੰਟੈਂਟਡ ਰਹਿੰਦੇ ਆ। ਉਹ ਜਦੋਂ ਤੁਸੀਂ ਉਹਦਾ ਸ਼ੁਕਰਾਨਾ ਕਰਦੇ ਆ ਕਿ ਜੋ ਤੂੰ ਮੈਨੂੰ ਦਿੱਤਾ ਮੈਂ ਉਹਦੇ ਵਿੱਚ ਖੁਸ਼ ਹਾਂ, ਉਹ ਤੁਹਾਨੂੰ ਫਿਰ ਹੋਰ ਦਿੰਦਾ। ਧਰਮ ਤੱਕ ਪੁੱਜਣ ਦਾ ਸੂਤਰ ਹੈ ਅਸਲ 'ਚ ਸੰਤੋਖ। ਜਪਜੀ ਸਾਹਿਬ ਦੀ ਗੱਲ ਹੀ ਬੇਸ਼ੱਕ ਕਰ ਲਈਏ, ਸਤਿਗੁਰੂ ਨੇ ਦਇਆ ਦੀ ਪਹਿਲਾਂ ਗੱਲ ਕੀਤੀ ਸੀ ਮੋਰੀਆ ਜੀ ਨੇ। ਸਤਿਗੁਰੂ ਨੇ ਗੱਲ ਇਹ ਕਹੀ ਹੈ, ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ। ਕੇ ਧਰਮ ਰੂਪੀ ਜਿਹੜਾ ਧੌਲ ਹੈ ਉਹ ਦਇਆ ਦਾ ਪੁੱਤਰ ਹੈ। ਦਇਆ ਤੋਂ ਆਉਂਦਾ ਹੈ ਧਰਮ, ਧਰਮ ਦਇਆ 'ਚ ਆਉਂਦਾ ਹੈ। ਪਰ ਧਰਮ ਹੋਣ ਦਾ ਸਬੂਤ ਕੀ ਹੈ? ਤੁਹਾਡੇ ਕੋਲ ਸੰਤੋਖ ਹੋਏਗਾ। ਸੰਤੋਖ ਥਾਪ ਰੱਖਿਆ ਜਿਨ ਸੂਤ, ਸੂਤਰ ਹੈ ਧਰਮ ਦਾ। ਇਹ ਦੁਨੀਆ 'ਚ ਜਿਹੜਾ ਯਾਰ ਹੁੰਦਾ ਸੰਤੋਖ। ਅਗਲੀ ਗੱਲ 8ਵੀਂ ਜਗ੍ਹਾ ਹੈ ਨਿਸ਼ਕਾਮ ਸਰਵਿਸ, ਨਿਸ਼ਕਾਮ ਹੀ ਹੋਣਾ, ਕਿ ਸੈਲਫਲੈਸ ਸਰਵਿਸ ਦੇਣੀ। ਕਿਉਂਕਿ ਪ੍ਰਮਾਤਮਾ ਜਿਹੜਾ ਤੁਹਾਡੇ ਤੋਂ ਕੁਝ ਨਹੀਂ ਐਕਸਪੈਕਟ ਕਰਦਾ, ਤੁਹਾਡੇ ਤੋਂ ਕੁਝ ਨਹੀਂ ਮੰਗਦਾ। ਉਹ ਜਦੋਂ ਤੁਹਾਨੂੰ ਸਭ ਕੁਝ ਪ੍ਰੋਵਾਈਡ ਕਰਦਾ, ਤੁਹਾਨੂੰ ਹਵਾ ਦਿੰਦਾ, ਪਾਣੀ ਦਿੰਦਾ, ਇਹਦੇ ਬਿਨਾਂ ਦੇ ਵਿੱਚ ਤੁਹਾਡੇ ਤੋਂ ਕੋਈ ਚੀਜ਼ ਮੰਗਦਾ ਨਹੀਂ। ਇਸੇ ਕਰਕੇ ਜਦੋਂ ਤੁਸੀਂ ਆਪਣੇ ਇਨਸਾਨ ਨੂੰ ਆਪਣੀ ਸਰਵਿਸ ਦੇਣੀ ਹੈਗੀ ਆ, ਤੇ ਉਹ ਤੁਸੀਂ ਨਿਸ਼ਕਾਮੀ ਹੋ ਕੇ ਦਿਓ, ਸੈਲਫਲੈਸ ਸਰਵਿਸ ਕਰੋ। ਫਿਰ ਤੁਸੀਂ ਉਹ ਤੁਹਾਨੂੰ ਪ੍ਰਮਾਤਮਾ ਦੇ ਲਾਗੇ ਲੈ ਕੇ ਜਾਏਗਾ। ਬਿਲਕੁਲ। ਸੇਵਾ ਕਰਤ ਹੋਏ ਨਹਿ ਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ ਕੇ। ਨਿਸ਼ਕਾਮ ਰਹਿ ਕੇ ਜਿਹੜੀ ਕੀਤੀ ਗਈ ਸੇਵਾ ਉਹ ਪ੍ਰਮਾਤਮਾ ਦੇ ਨਾਲ ਜੋੜਦੀ ਹੈ। ਅਗਲੀ ਜਿਹੜੀ 9ਵੀਂ ਚੀਜ਼ ਹੈਗੀ ਉਹ ਦਾਨ ਦੇਣਾ। ਦਾਨ ਦੇਣ ਦੇ ਨਾਲ ਤੁਹਾਡਾ ਕੁਝ ਘਟਦਾ ਨਹੀਂਗਾ। ਦਾਨ ਦੇਣ ਦੇ ਨਾਲ ਅਸਲ 'ਚ ਤੁਹਾਡੇ ਵਾਧਾ ਹੁੰਦਾ। ਜੇ ਪਾਣੀ ਦਾ ਗਲਾਸ ਭਰਿਆ ਹੀ ਰਵੇ ਤਾਂ ਹੋਰ ਉਹਦੇ ਵਿੱਚ ਕੀ ਪੈਣਾ? ਜਦੋਂ ਉਹਨੂੰ ਥੋੜ੍ਹਾ ਖਾਲੀ ਕਰੋਗੇ ਉਹ 'ਚ ਹੋਰ ਆਏਗਾ ਪਾਣੀ। ਹਾਂਜੀ। ਸੋ ਦਾਨ ਜ਼ਰੂਰ ਦਿਓ, ਉਹ ਲੋੜਵੰਦਾਂ ਨੂੰ ਦਾਨ ਦਿਓ, ਜ਼ਰੂਰ ਦਾਨ ਦੇਣਾ ਚਾਹੀਦਾ। ਪਰਮਾਤਮਾ ਦੇਖੋ ਕਿਤਨਾ ਦਾਨ ਦਿੰਦਾ, ਕਿੰਨਾ ਕੁਝ ਦੇ ਰਿਹਾ ਉਹ। ਫਿਰ ਸਾਨੂੰ ਪਤਾ ਹੈ ਕਿ ਸਾਰਾ ਕੁਝ ਇੱਥੇ ਰਹਿ ਜਾਣਾ। ਜਦੋਂ ਸਾਰਾ ਕੁਝ ਇੱਥੇ ਰਹਿ ਜਾਣਾ, ਜਦੋਂ ਲਾਸਟ ਟਾਈਮ ਆਉਂਦਾ ਵਾ, ਜਿਹੜਾ ਪਿਛਲਾ ਦਾਨ ਦਿੱਤਾ ਆ ਉਹਨਾਂ ਤੁਹਾਨੂੰ ਡਿਟੈਚਮੈਂਟ ਦੀ। ਹਾਂ ਬਿਲਕੁਲ। ਜੇ ਤੁਸੀਂ ਦੇਣਾ ਸਿੱਖ ਗਏ ਤੇ ਤਾਂ ਹੀ ਛੱਡਣਾ, ਤਾਂ ਹੀ ਛੱਡੋਗੇ। ਜੇ ਤਾਂ ਜੁੜੇ ਹੋਏ ਤਾਂ ਬੰਦਾ ਤੇ ਛੱਡੇ ਇਸ ਵੇ ਤਾਂ ਭਟਕੇਗਾ ਬੰਦਾ। ਹਾਂਜੀ, ਰੂਹ ਵੀ ਉਹਦੀ ਭਟਕੇਗੀ। ਇਹ ਜਿਹੜੀਆਂ ਨੌ ਚੀਜ਼ਾਂ ਆਪਾਂ ਦੁਬਾਰਾ ਕਹਿ ਲਈਏ। ਹਾਂਜੀ, ਇੱਕ ਵਾਰੀ ਗੱਲ ਜਰਾ। ਪਹਿਲੀ ਹੈਗੀ ਆ ਸੱਚਾਈ, ਹਾਂਜੀ, ਟਰੂਥਫੁਲਨੈਸ। ਹਾਂਜੀ। ਦੂਸਰੀ ਹੈਗੀ ਨਾਨ ਵਾਇਲੈਂਸ ਜੀ, ਤੇ ਮਤਲਬ ਅਹਿੰਸਾ। ਹਾਂਜੀ। ਔਰ ਤੀਸਰੀ ਹੈਗੀ ਆ ਹਿਊਮਿਲਿਟੀ, ਨਿਮਰਤਾ। ਔਰ ਚੌਥੀ ਹੈਗੀ ਆ ਖਿਮਾ ਜੀ। ਤੇ ਪੰਜਵੀਂ ਹੈਗੀ ਆ ਦਇਆ, ਕੰਪੈਸ਼ਨ। ਹਾਂਜੀ। ਤੇ ਛੇਵੀਂ ਹੈਗੀ ਆ ਕੰਟੈਂਟਮੈਂਟ। ਹਾਂਜੀ। ਜਿਹੜੀ ਸੱਤਵੀਂ ਹੈਗੀ ਆ ਉਹ ਹੈਗੀ ਆ ਸੁੱਚਮ ਜੀ, ਪਿਓਰਿਟੀ ਆਫ ਥੋਟ ਜੀ। ਤੇ ਜਿਹੜੀ 8ਵੀਂ ਹੈਗੀ ਆ ਉਹ ਹੈਗੀ ਆ ਨਿਸ਼ਕਾਮ ਸੇਵਾ ਜੀ, ਸੈਲਫਲੈਸ ਸਰਵਿਸ। ਤੇ ਜਿਹੜੀ 9ਵੀਂ ਹੈਗੀ ਆ ਦਾਨ ਪੁੰਨ ਜੀ। ਹਾਂਜੀ। ਸੋ ਦਾਨ ਪੁੰਨ ਗੁਰਸਿੱਖੀ ਨਾਲ ਜੋੜ ਕੇ ਜੇ ਗੱਲ ਕਰ ਰਹੀ ਤਾਂ ਸਤਿਗੁਰੂ ਨੇ ਦਸ਼ਵੰਧ ਕੱਢਣ ਦੀ ਇੱਕ ਪਰਤ ਪਾਈ ਹੈ ਕਿ ਆਪਣੀ ਕਮਾਈ ਦਾ 10ਵਾਂ ਹਿੱਸਾ ਦੇਣਾ ਹੀ ਦੇਣਾ। ਸਪਿਰਿਚੁਅਲਿਟੀ ਦੇ ਇਸ ਪੱਧਰ 'ਤੇ ਜਾ ਕੇ ਫਿਰ ਗੱਲ ਕਰਨੀ ਗਾਂ ਔਖੀ ਲੱਗਦੀ ਫਿਰ ਵੀ। ਪਰ ਤੁਸੀਂ ਕਿਉਂਕਿ ਧਾਰਮਿਕ ਤੌਰ 'ਤੇ ਕਿਹੜੇ ਜਦੋਂ ਬੰਦਾ ਗਿਆਨ ਪ੍ਰਾਪਤ ਕਰਦਾ, ਜਾਂ ਤਾਂ ਕਿਸੇ ਮਹਾਂਪੁਰਖ ਤੋਂ ਕਰੇਗਾ ਅਤੇ ਜਾਂ ਫਿਰ ਗ੍ਰੰਥ ਤੋਂ ਕਰੇਗਾ, ਜਾਂ ਅੰਤਰਾਤਮਾ ਦਾ ਅਨੁਭਵ ਪੈਦਾ ਹੋਏਗਾ। ਔਰ ਅੰਤਰਾਤਮਾ ਦਾ ਅਨੁਭਵ ਵੀ ਪਹਿਲਾਂ ਕਿਸੇ ਗ੍ਰੰਥ 'ਚੋਂ ਲਿਆ ਜਾਂਦਾ ਹੈ। ਕਿੱਥੋਂ ਕੋਈ ਪ੍ਰਭਾਵ ਜ਼ਿਆਦਾ ਹੋਏ? ਦੇਖੋ, ਮੈਨੂੰ ਗੁਰੂ ਗ੍ਰੰਥ ਸਾਹਿਬ ਜੀ 'ਚੋਂ ਬੜਾ ਮਤਲਬ ਗਿਆਨ ਮਿਲਿਆ ਜੀ। ਫਿਰ ਰਮਾਇਣ ਦੇ ਵਿੱਚੋਂ ਮੈਨੂੰ ਬਚਪਨ ਦੀ ਗੱਲ। ਹਾਂਜੀ। ਜਿਹੜਾ ਆਤਮਾ ਦਾ ਗਿਆਨ ਹੈਗਾ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਹੁਤ ਕੁੱਟ ਕੇ ਭਰਿਆ ਹੈ। ਹਾਂਜੀ। ਫਿਰ ਗੀਤਾ ਵਿੱਚ ਆਤਮ ਗਿਆਨ ਬੜਾ ਵਾ। ਹਾਂਜੀ। ਫਿਰ ਜਿਹੜਾ ਸੋਸ਼ਲ ਕੋਡ ਆਫ ਕੰਡਕਟ ਹੈਗਾ, ਉਹ ਕਿਸ ਤਰੀਕੇ ਨਾਲ ਇਨਸਾਨ ਨੇ ਰਹਿਣਾ, ਆਪਣੀ ਵਾਈਫ ਨਾਲ ਉਹਨੂੰ ਕਿਸ ਤਰੀਕੇ ਨਾਲ ਰਹਿਣਾ ਚਾਹੀਦਾ, ਆਪਣੇ ਭੈਣ ਭਰਾਵਾਂ ਨਾਲ ਕਿੱਦਾਂ ਰਹਿਣਾ, ਆਪਣੇ ਪੇਰੈਂਟਸ ਦੀ ਰਿਸਪੈਕਟ ਕਿੱਦਾਂ ਕਰਨੀ ਆ, ਔਰ ਆਪਣਾ ਰਾਜ ਧਰਮ ਕੀ ਆ, ਜੇ ਤੁਹਾਡੇ ਕੋਲ ਪਾਵਰ ਹੋਵੇ ਉਹਨੂੰ ਕਿੱਦਾਂ ਯੂਜ਼ ਕਰਨਾ। ਇਹ ਮੈਂ ਬੜਾ ਰਮਾਇਣ ਦੇ ਵਿੱਚੋਂ ਬੜਾ ਕੁਝ ਸਿੱਖਿਆ। ਸੋ ਇਹ ਜਿਹੜੇ ਸਾਰੇ ਗ੍ਰੰਥ ਹੈਗੇ ਆ ਇੱਕ ਦੂਜੇ ਨੂੰ ਕੰਪਲੀਮੈਂਟ ਕਰਦੇ ਆ, ਇੱਕ ਦੂਜੇ ਨੂੰ ਇਹ ਸਪੋਰਟ ਕਰਦੇ ਆ। ਬੇਸ਼ੱਕ ਮੈਂ ਇੱਥੇ ਗੱਲ ਸਾਂਝੀ ਕਰਦਾ ਜਾਵਾਂ ਕਿ ਭਗਵਾਨ ਵਾਲਮੀਕ ਜੀ ਸਾਡੇ ਪੂਰੇ ਜਿਹੜੀ ਭਾਰਤੀ ਸੱਭਿਅਤਾ ਸਭ ਤੋਂ ਪਹਿਲੇ ਰਿਸ਼ੀ ਮਹਾਰਿਸ਼ੀ ਹੋਏ, ਜਿਨ੍ਹਾਂ ਨੇ 2 ਗ੍ਰੰਥ ਲਿਖੇ, ਇੱਕ ਰਮਾਇਣ, ਦੂਜਾ ਸੀ ਯੋਗ ਵਸ਼ਿਸ਼ਟ।
ਰਮਾਇਣ ਦਾ ਬਹੁਤ ਜ਼ਿਕਰ ਕੀਤਾ ਜਾਂਦਾ, ਯੁਗ ਵਿਸ਼ੇਸ਼ ਦਾ ਘੱਟ ਕੀਤਾ ਜਾਂਦਾ, ਕਿਉਂਕਿ ਰਮਾਇਣ ਆਮ ਮਨੁੱਖ ਦੀ ਗੱਲ ਹੈ, ਕਹਾਣੀ ਦੇ ਵਿੱਚ ਇੱਕ ਤਰ੍ਹਾਂ ਦੀ ਉਹਦੇ ਵਿੱਚ ਮਹਾਕਾਵਿ ਖੜਾ ਹੋਇਆ ਨਾਲ ਦੇ ਨਾਲ। ਔਰ ਦੁਨੀਆ ਦੀ ਸਿੱਖਿਆ ਦੀ ਗੱਲ, ਮਨੁੱਖ ਦੁਨੀਆ 'ਚ ਰਹਿਣਾ ਚਾਹੁੰਦਾ ਅਤੇ ਦੁਨੀਆ ਦੀ ਸਾਰੀ ਸਿੱਖਿਆ ਉਹਦੇ 'ਚ ਇਹ ਕਿਵੇਂ ਵਿਚਰਨਾ ਹੈ ਉਹਦੇ ਵਿੱਚ ਦਿੱਤੀ ਗਈ, ਰਮਾਇਣ ਦੇ ਵਿੱਚ ਦਿੱਤੀ ਗਈ। ਭਗਵਾਨ ਵਾਲਮੀਕ ਜੀ ਨੇ ਯੋਗ ਵਿਸ਼ਿਸ਼ਟ ਜਿਹੜਾ ਉਹਨਾਂ ਦਾ ਦੂਜਾ ਗ੍ਰੰਥ ਹੈ ਉਹ ਪਰਮਾਤਮਾ ਨਾਲ ਮੇਲ ਦੀ ਗੱਲ ਕਰਦਾ ਹੈ, ਖਾਸ ਮੇਲ ਦੀ ਗੱਲ ਕਰਦਾ ਹੈ। ਉਹਦੇ ਵਿੱਚ ਆਸਨਾਂ ਦੀ ਗੱਲ ਕੀਤੀ ਗਈ, ਧਿਆਨ ਦੀ ਗੱਲ ਕੀਤੀ ਗਈ, ਸਾਧਨਾ ਦੀ ਗੱਲ ਕੀਤੀ ਗਈ। ਸੋ ਯੋਗ ਵਿਸ਼ੇਸ਼ ਦੇ ਵਿੱਚ ਗੱਲ ਹੈ, ਦੂਜਾ ਪੱਖ ਹੈ ਜ਼ਿੰਦਗੀ ਦਾ ਯੋਗ ਵਿਸ਼ੇਸ਼ ਵਾਲਾ। ਪਰ ਜਦੋਂ ਦੋਹਾਂ ਹੀ ਗ੍ਰੰਥਾਂ ਦੇ ਗਿਆਨ ਨੂੰ ਇਕੱਠਾ ਕਰ ਦਿੱਤਾ, ਰਮਾਇਣ ਅਤੇ ਯੋਗ ਵਿਸ਼ੇਸ਼ ਦੋਨੇ ਇਕੱਠੇ ਹੋ ਜਾਣ, ਦੁਨੀਆ ਭਰ ਦਾ ਸਾਰਾ ਅਧਿਆਤਮਿਕ ਗਿਆਨ, ਦੁਨੀਆ ਭਰ ਦਾ ਸਾਰਾ ਦਰਿਆਵੀ ਗਿਆਨ ਇਕੱਠਾ ਕਰਤਾ ਜਾਵੇ, ਅਤੇ ਮੈਂ ਸੋਚਦਾ ਕਿ ਸਾਰੇ ਦਾ ਸਾਰਾ ਫਿਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ। ਅਧਿਆਤਮਿਕ ਗਿਆਨ ਵੀ ਹੈ ਅਤੇ ਉਹਦੇ ਵਿੱਚ ਸਮਾਜਿਕ ਗਿਆਨ ਵੀ, ਦੁਨੀਆ ਦਾ ਸਾਰਾ ਗਿਆਨ ਅਧਿਆਤਮਿਕ ਤੌਰ 'ਤੇ ਦੁਨੀਆ ਦੇ ਵਿੱਚ ਜੋ ਵੀ ਗਿਆਨ ਹੈ ਉਹ ਸਾਰੇ ਦਾ ਸਾਰਾ ਗੁਰੂ ਗ੍ਰੰਥ ਸਾਹਿਬ 'ਚ ਹੈ। ਜੇ ਗੁਰੂ ਗ੍ਰੰਥ ਸਾਹਿਬ 'ਚ ਨਹੀਂ, ਉਹ ਬਾਹਰ ਕਿਤੇ ਨਹੀਂ। ਇਹ ਗੱਲ ਆਮ ਤੌਰ 'ਤੇ ਦੁਨੀਆ ਭਰ ਦੇ ਫਲਸਫੇ ਦੀ ਗੱਲ ਇਹ ਕਹਿੰਦੇ। ਮੈਂ ਤੁਸੀਂ ਯੂ ਹੈਵ ਪੁੱਟ ਇਟ ਵੈਰੀ ਬਿਊਟੀਫੁਲੀ, ਕੁਛ ਗਲਤ ਨਹੀਂ ਕਹਿ ਗਿਆ? ਨਹੀਂ, ਬਿਲਕੁਲ ਠੀਕ। ਹਾਂਜੀ, ਕਮਿਊਨਿਟੀ ਦੇ ਵਿੱਚ ਵਿਚਰਦੇ ਹਾਂ, ਬਹੁਤ ਲੰਬਾ ਸਮਾਂ ਵਿਚਰੇ ਹਾਂ ਅਤੇ ਲੰਬਾ ਸਮਾਂ ਵਿਚਰਦੇ ਹਾਂ, ਕਮਿਊਨਿਟੀ ਸੇਵਾ ਕਰਦੇ, ਤੁਸੀਂ ਚੈਰਿਟੀ ਦੇ ਤੌਰ 'ਤੇ ਵਿਚਰੇ ਲੰਬਾ ਸਮਾਂ। ਕਿਹੜੀਆਂ ਚੈਰਿਟੀਆਂ ਦੀ ਹੁਣ ਤੱਕ ਮਦਦ ਕੀਤੀ ਹੈ? ਕਿਹੜੀ? ਦੇਖੋ, ਕੋਈ ਵੀ ਮੌਸਕ ਆ ਜਾਵੇ, ਉਹਨਾਂ ਨੂੰ ਕੋਈ ਜ਼ਰੂਰਤ ਹੈਗੀ ਆ, ਉਹਨਾਂ ਦੀਆਂ ਸਾਡੇ ਦਰਵਾਜ਼ੇ ਖੁੱਲ੍ਹੇ ਰਹਿੰਦੇ। ਹਾਂਜੀ। ਕੋਈ ਹਿੰਦੂ ਟੈਂਪਲ ਦੇ ਵਿੱਚ ਕੋਈ ਗੱਲ ਹੈਗੀ ਆ, ਜਾਂ ਉਹਨਾਂ ਨੂੰ ਕੋਈ ਕਨਸਟੀਟਿਊਸ਼ਨ ਬਣਾਉਣਾ, ਜਾਂ ਕੋਈ ਕਿਸੇ ਚੀਜ਼ ਦੇ ਉੱਤੇ ਕੋਈ ਫੈਸਲਾ ਕਰਨਾ ਹੋਵੇ, ਫਿਰ ਕੋਈ ਵੀ ਗੁਰਦੁਆਰੇ ਦੇ ਵਿੱਚ ਕੋਈ ਵੀ ਸਾਡੇ ਸੇਵਾ ਕਰਨੀ ਹੋਵੇ, ਕੋਈ ਕਨਸਟੀਟਿਊਸ਼ਨ ਬਣਾਉਣਾ ਹੋਵੇ, ਕੋਈ ਚੈਰਿਟੀ ਫਾਰਮ ਕਰਨੀ ਹੋਵੇ, ਫਿਰ ਕੋਈ ਕਮਿਊਨਿਟੀ ਦਾ ਕੰਮ ਹੋਵੇ, ਜਿੱਦਾਂ ਉਹ ਖਾਸ ਕਰਕੇ ਇੱਕ ਉਹ ਪਲੇ ਦੇ ਵਿੱਚ ਸੀਗਾ, ਉਹ ਅਸੀਂ ਸਾਡੇ ਆਫਿਸ ਅਸੀਂ ਕਾਫੀ ਪਲੇ ਰੋਲ ਕੀਤਾ ਮਾਂਡਲਾ ਜੀ ਨਾਲ, ਚੌਹਾਨ ਸਾਹਿਬ ਨਾਲ, ਗੁਰਦੇਵ ਸਿੰਘ ਚੌਹਾਨ। ਹਾਂਜੀ, ਬਿਲਕੁਲ। ਉਹਨਾਂ ਨਾਲ ਬੈਠ ਕੇ ਅਸੀਂ ਬੜਾ ਉਹ ਮਤਲਬ ਕੰਮ ਕੀਤਾ। ਫਿਰ ਬਾਕੀ ਅਸੀਂ ਹੈਲਪ ਦਾ ਏਜ ਇੰਡੀਆ, ਉਹਨਾਂ ਵਾਸਤੇ ਵੈਨਸ, ਕਾਉਂਸਲ ਆਫ ਸਿੱਖ ਗੁਰਦੁਆਰਾ ਵੱਲੋਂ ਮਸਲਾ ਚੱਕਿਆ ਗਿਆ ਸੀ ਬਰਮਿੰਘਮ ਵੱਲੋਂ, ਅਤੇ ਉਦੋਂ ਮਾਡਲ ਸਾਹਿਬ ਚੇਅਰਮੈਨ ਸੀ। ਹਾਂਜੀ, ਕਾਉਂਸਲ ਆਫ ਸਿੱਖ ਗੁਰਦੁਆਰਾ ਵਾਸਤੇ ਵੀ ਮੈਂ ਕੰਮ ਕੀਤਾ। ਹਾਂਜੀ, ਅਤੇ ਬਾਕੀ ਸੋ ਰੋਡ ਗੁਰਦੁਆਰਾ ਭਾਈ ਸਾਹਿਬ ਜੀ ਨੇ, ਭਾਈ ਮਹਿੰਦਰ ਸਿੰਘ ਜੀ, ਹਾਂਜੀ, ਉਹਨਾਂ ਨੇ ਬੜੇ ਪਿਆਰ ਦੇ ਨਾਲ ਮੈਨੂੰ ਕਿਹਾ ਕਿ ਆਹ ਸੇਵਾ ਬੇਟਾ ਕਰਨੀ ਹੈ, ਅਤੇ ਉਹਨਾਂ ਦੀ ਮੈਂ ਮਤਲਬ ਇੰਨੀ ਰਿਸਪੈਕਟ ਕਰਦਾ। ਅਤੇ ਜਦੋਂ ਵੀ ਮੈਂ ਉਹ ਗੁਰਦੁਆਰੇ ਦੇ ਵਿੱਚ ਜਾਂਦਾ, ਜਦੋਂ ਵੀ ਸੰਤ ਪੂਰਨ ਸਿੰਘ ਜੀ ਦੇ ਮੈਂ ਦਰਸ਼ਨ ਕਰਨਾ, ਉਹ ਮੈਨੂੰ ਮਤਲਬ ਉਹ ਇੱਕ ਸਾਧਨ ਆ ਜਿਹੜਾ ਆਤਮਾ ਨੂੰ ਪਰਮਾਤਮਾ ਨਾਲ ਜੋੜਨ ਦਾ। ਸੰਤ ਪੂਰਨ ਸਿੰਘ ਜੀ, ਉਹਨਾਂ ਦਾ ਮੈਨੂੰ ਬੜਾ ਪਿਆਰ। ਉਹ ਭਾਵੇਂ ਉਹ ਸਰੀਰਕ ਤੌਰ 'ਤੇ ਇੱਥੇ ਨਹੀਂ, ਜਦੋਂ ਮੈਂ ਉਹ ਗੁਰਦੁਆਰੇ ਵਿੱਚ ਜਾਂਦਾ, ਮੈਨੂੰ ਹਮੇਸ਼ਾ ਫੀਲ ਹੁੰਦਾ ਕਿ ਉਹ ਅੰਗ ਸੰਗ ਆ। ਬ੍ਰਹਮ ਗਿਆਨੀ ਮਹਾਂਪੁਰਸ਼ ਸਨ। ਉਹ ਇੰਟਰਨੈਸ਼ਨਲ ਤੌਰ 'ਤੇ ਵੀ ਕਿਸੇ ਚੈਰਿਟੀ ਜੁੜੇ ਹੋਏ ਹੋ, ਕਿਸੇ ਦੀ ਮਦਦ ਕੀਤੀ ਹੈ? ਹਾਂਜੀ। ਮੈਂ ਦੇਖੋ ਬਰਮਿੰਘਮ ਟ੍ਰੇਨਿੰਗ ਐਂਡ ਐਂਟਰਪ੍ਰਾਈਜ਼ ਕਾਉਂਸਲ 'ਚ ਰਿਹਾ। ਹਾਂਜੀ, 5 ਸਾਲ ਡਾਇਰੈਕਟਰ ਰਿਹਾ। ਉੱਥੇ ਬੜੀ ਕਮਿਊਨਿਟੀ ਦੀ ਜ਼ਰੂਰਤ ਸੀ ਹੈਲਪ ਕਰਨ ਦੀ। ਫਿਰ ਚੈਂਬਰ ਆਫ ਕਾਮਰਸ ਦੇ ਵਿੱਚ ਅਸੀਂ ਜਿਹੜੇ ਸਾਡੇ ਵਪਾਰੀ ਸੀ, ਉਹਨਾਂ ਕੋਲੋਂ ਉਹ ਜਿਹੜੇ ਬਾਹਰੋਂ ਇਨਕੁਆਇਰੀਜ਼ ਕਰਦੇ ਸੀ, ਉਹਨਾਂ ਕੋਲ ਕੰਟਰੈਕਟ ਨਹੀਂ ਆਉਂਦੇ ਸੀਗੇ। ਤਾਂ ਅਸੀਂ ਉਹਨਾਂ ਨੂੰ ਮਤਲਬ ਜਿਹੜੇ ਕੰਟਰੈਕਟ ਸੀਗੇ ਉਹਨਾਂ ਨਾਲ ਜੋੜਿਆ, ਉਹਨਾਂ ਨੂੰ ਮਿਲਾਇਆ ਆਪਸ ਵਿੱਚ, ਕਿਉਂਕਿ ਉਹ ਜਿਹੜੇ ਲੋਕ ਬਾਹਰੋਂ ਇਨਕੁਆਇਰੀ ਕਰਦੇ ਆ ਮਾਲ ਲੈਣ ਵਾਸਤੇ, ਉਹ ਜਿਹੜੇ ਆਪਣੇ ਏਸ਼ੀਅਨ ਮੈਨੂਫੈਕਚਰਰਸ ਆ, ਉਹਨਾਂ ਨੂੰ ਵੀ ਮਤਲਬ ਉਹ ਪੂਰਾ ਹੈਲਪੇਜ ਦੀ ਵੀ ਕੋਈ ਇੰਡੀਆ ਲਈ ਮਦਦ? ਹੈਲਪੇਜ ਇੰਡੀਆ ਵਾਸਤੇ ਉਹਨਾਂ ਨੂੰ ਮੋਬਾਈਲ ਵੈਨਸ ਚਾਹੀਦੀਆਂ ਸੀ ਜੀ, ਅਤੇ ਉਹਨਾਂ ਨੇ ਫਿਰ ਮੈਨੂੰ ਇੱਥੇ ਅਪੋਇੰਟ ਕੀਤਾ। ਫਿਰ ਉਹਨਾਂ ਦੇ ਮੈਂ ਇੱਥੇ ਕਾਫੀ ਫੰਕਸ਼ਨਸ ਕਰਾਏ, ਅਤੇ ਬਰਮਿੰਘਮ ਤੋਂ 3 ਵੈਨਸ ਜਿਹੜੀਆਂ ਮੋਬਾਈਲ ਉੱਥੇ ਇੰਡੀਆ ਵਾਸਤੇ ਅਰੇਂਜ ਕੀਤੀਆਂ। ਉਹਨਾਂ ਮੋਬਾਈਲ ਵੈਨਸ ਦਾ ਕੰਮ ਇਹ ਆ ਕਿ ਉਹ ਬੜੇ ਰਿਮੋਟ ਏਰੀਆ ਦੇ ਵਿੱਚ ਜਾਂਦੇ ਆ, ਨਾਲ ਉਹਨਾਂ ਦੇ ਇੱਕ ਡਾਕਟਰ ਹੁੰਦਾ, ਇੱਕ ਫਾਰਮਾਸਿਸਟ ਹੁੰਦਾ, ਇੱਕ ਸੋਸ਼ਲ ਵਰਕਰ ਹੁੰਦਾ। ਉਹ ਲੋਕਾਂ ਨੂੰ ਡਾਇਗਨੋਜ਼ ਕਰਦੇ ਆ ਜੀ, ਕਿ ਜੇ ਕੋਈ ਉਹਨਾਂ ਨੂੰ ਪ੍ਰੋਬਲਮ ਹੈ, ਅਤੇ ਫਿਰ ਉਹਨਾਂ ਨੂੰ ਹੌਸਪੀਟਲਸ ਨੂੰ ਰੈਫਰਲ ਕਰਦੇ ਆ। ਅਤੇ ਉਹ ਬੜਾ ਇੱਕ ਨੇਕ ਕੰਮ ਆ। ਉਹ ਹਜ਼ਾਰਾਂ ਦੀ ਤੌਰ ਦੇ ਉੱਤੇ ਉਹ ਘੱਟ ਤੋਂ ਘੱਟ ਮੇਰਾ ਖਿਆਲ ਉਹਨਾਂ ਨੇ ਅੰਕੜੇ ਦਿੱਤੇ ਸੀ ਕਿ 25,000 ਲੋਕਾਂ ਨੂੰ ਇੱਕ ਵੈਨ ਜਿਹੜੀ ਆ ਇੱਕ ਸਾਲ ਦੇ ਵਿੱਚ ਦੇਖਦੀ ਆ ਜੀ। ਤੁਸੀਂ ਬਹੁਤ ਕਾਮਯਾਬ ਸਲਿਸਟਰ ਦੇ ਤੌਰ 'ਤੇ ਯੂਕੇ ਭਰ 'ਚ ਜਾਣੇ ਜਾਂਦੇ ਹੋ। ਤੁਹਾਡੇ ਕਈ ਇਹੋ ਜਿਹੇ ਮੁਕੱਦਮੇ ਤੁਸੀਂ ਜਿੱਤੇ ਜਿਹੜੇ ਬਾਅਦ 'ਚ ਇੱਕ ਤਰ੍ਹਾਂ ਲਾਅ ਬਣ ਗਏ, ਜਿਹੜੇ ਮਿਆਰੀ ਸਮਝੇ ਜਾਂਦੇ ਆ, ਜਿਹਦੀ ਉਦਾਹਰਨ ਦਿੱਤੀ ਜਾਂਦੀ ਹੈ। ਬੱਚਿਆਂ ਨੂੰ ਜਿਹੜੇ ਅੱਜ ਕੱਲ੍ਹ ਲਾਅ ਕਰ ਰਹੇ ਆ, ਬਹੁਤ ਹਜ਼ਾਰਾਂ ਬੱਚੇ ਨੂੰ ਲਾਅ ਕਰ ਰਹੇ ਆ, ਉਹਨਾਂ ਨੂੰ ਕੀ ਸਲਾਹ ਦੇਣੀ ਚਾਹੋਗੇ ਕਿ ਕਿੱਦਾਂ ਕਾਮਯਾਬ ਬਣਨਾ? ਇੱਕ ਤਾਂ ਸਲਾਹ ਉਹਨਾਂ ਨੂੰ ਇਹ ਦੇਣੀ ਚਾਹੋਗੇ ਕਿ ਜਿਹੜੀ ਚੀਜ਼ ਵੀ ਤੁਸੀਂ ਕਰਨੀ ਆ ਉਹ ਬੜੇ ਮਨ ਦੇ ਨਾਲ ਕਰੋ ਜੀ। ਔਰ ਦੂਸਰੀ ਚੀਜ਼ ਹੈ ਕਿ ਬਹੁਤਾ ਐਕਸਪੈਕਟ ਨਾ ਕਰੋ ਪਹਿਲਾਂ। ਠੀਕ। ਅਤੇ ਪੇਸ਼ੈਂਸ ਰੱਖੋ, ਸਬਰ ਸੰਤੋਖ ਰੱਖੋ। ਹਾਂਜੀ। ਕਿਉਂਕਿ ਜਿਹੜੇ ਵਕੀਲ ਹੈਗੇ ਆ, ਜਦੋਂ ਤੱਕ ਤੁਹਾਨੂੰ ਐਕਸਪੀਰੀਅੰਸ ਨਹੀਂਗਾ, ਤੁਹਾਡੇ ਕੋਲ ਵੱਡੇ ਕੇਸ ਨਹੀਂ ਆਉਂਦੇ ਜੀ। ਇਸ ਕਰਕੇ ਪਹਿਲਾਂ ਹੀ ਨਾ ਸ਼ੁਰੂ ਵਿੱਚ ਤੁਸੀਂ ਕਰੋ
ਕਿ ਸਾਡੀ ਜਿਹੜੀ ਆ ਬਹੁਤ ਹਾਈ ਤਨਖਾਹ ਹੋਣੀ ਚਾਹੀਦੀ ਆ, ਹਾਈ ਰਿਟਰਨ ਹੋਣੀ ਚਾਹੀਦੀ ਆ। ਥੋੜਾ ਟਾਈਮ ਪਾ ਕੇ ਸਾਰਾ ਕੁਝ ਬਣੇਗਾ। ਸੋ ਸਬਰ ਤੇ ਸਿਦਕ ਹਰ ਸਫਲਤਾ ਦਾ ਰਾਜ ਹੈ। ਬਿਲਕੁਲ ਜ਼ਰੂਰ। ਤੁਸੀਂ ਸਮਾਂ ਵੀ ਨੇੜੇ ਹੁੰਦਾ ਜਾ ਰਿਹਾ, ਤੁਸੀਂ ਕਿਉਂਕਿ ਸਪਿਰਿਚੁਅਲ ਇੱਕ ਤਰ੍ਹਾਂ ਦੀ ਸੰਵੇਦਨਾ ਉਹਦੇ ਨਾਲ ਜੁੜੇ ਹੋਏ ਆ, ਪਰ ਪਿੰਡ ਦੇ ਨਾਲ ਜੁੜ ਕੇ ਮੈਨੂੰ ਪਤਾ ਤੁਸੀਂ ਕਵਿਤਾ ਨਾਲ ਵੀ ਜੁੜੇ ਹੋਏ ਆ। ਕੋਈ ਉਹ ਰੰਗ ਜਿਹੜਾ ਪਿੰਡ 'ਚ ਹੁੰਦਾ ਸੀ, ਕਵਿਤਾ ਦਾ ਰੰਗ, ਕੋਈ ਪਿੰਡ ਦੀ ਯਾਦ ਦੀ ਗੱਲ, ਕੋਈ ਅੰਦਰੋਂ ਸੰਵੇਦਨਾ ਦੀ ਗੱਲ ਕਵਿਤਾ ਦੇ ਰੂਪ 'ਚ ਦਰਸ਼ਕਾਂ ਸਾਡੇ ਸਾਂਝੀ ਕਰਨੀ ਚਾਹੋਗੇ? ਹਾਂਜੀ ਬਿਲਕੁਲ, ਕਿਉਂਕਿ ਪਿੰਡ ਜਿਹੜਾ ਵਾ, ਮੈਂ ਉਹ ਵੀ ਰੰਗ ਤੁਹਾਡਾ ਦਿਖਾਉਣਾ ਚਾਹੁੰਦਾ ਸੀ। ਹਾਂਜੀ, ਪਿੰਡ ਕਾਲਾ ਸੰਘਿਆ। ਹਾਂਜੀ, ਸਾਡੇ ਦੇਖੋ ਜੀ ਉੱਥੇ ਬਜ਼ੁਰਗਾਂ ਦੀ ਮਿੱਟੀ ਆ। ਹਾਂਜੀ, ਤੁਹਾਨੂੰ ਹਰ ਇੱਕ ਆਦਮੀ ਨੂੰ, ਇਨਸਾਨ ਨੂੰ ਹੁੰਦਾ ਕਿ ਆਪਣੇ ਪਿੰਡ ਬਾਰੇ ਕੋਈ ਸੁਪਨਾ ਹੁੰਦਾ, ਡ੍ਰੀਮ। ਤੇ ਮੈਂ ਤੁਹਾਨੂੰ ਅੱਜ ਉਹਦੇ ਚਾਰ ਵਰਡ ਸੁਣਾ ਜ਼ਰੂਰ ਕਰੋ ਜੀ ਸਾਂਝਾ। ਥੋੜਾ ਪਾਣੀ ਪੀ ਲਵਾਂ? ਬਿਲਕੁਲ ਜੀ, ਇੱਕ ਤੁਸੀਂ ਘੋਲ ਲਓ ਜਦ ਮੈਂ ਦਰਸ਼ਕਾਂ ਨਾਲ ਗੱਲ ਸਾਂਝਾ ਕਰ ਲਵਾਂ ਕਿ ਮੁਕੇਸ਼ ਮੌਰੀਆ ਜੀ ਬਹੁਤ ਪੱਕੀ ਸ਼ਖਸੀਅਤ ਦੇ ਮਾਲਕ ਨੇ। ਐਜੂਕੇਸ਼ਨਿਸਟ ਦੇ ਤੌਰ 'ਤੇ ਸਕੂਲਾਂ ਦੇ ਕਿੰਗ ਐਡਵਰਡ ਵਾਲੇ ਸਕੂਲ ਦੇ ਗਵਰਨਰ ਦੇ ਤੌਰ 'ਤੇ ਰਹੇ, ਕੈਂਬਰਿਜ ਯੂਨੀਵਰਸਿਟੀ ਤੱਕ ਦੀ ਪੜ੍ਹਾਈ ਕੀਤੀ, ਸਮਾਜ ਸੇਵਾ ਦੇ ਖੇਤਰ ਦੇ ਵਿੱਚ ਵੀ ਰਹੇ, IAB ਦੇ ਚੇਅਰਮੈਨ ਰਹੇ ਆ, ਚੈਂਬਰ ਆਫ ਕਮਰਸ ਦੇ ਵਿੱਚ ਡਾਇਰੈਕਟਰ ਦੇ ਤੌਰ 'ਤੇ ਕੰਮ ਕੀਤਾ, ਉੱਥੇ ਸੇਵਾ ਕੀਤੀ ਔਰ ਸਮਾਜ ਸੇਵਾ ਦੇ ਨਾਲ ਜੁੜੇ ਹੋਏ, ਔਰ ਕਵੀ ਦੇ ਤੌਰ 'ਤੇ ਮੈਨੂੰ ਦਾ ਇੱਕ ਤਰ੍ਹਾਂ ਦਾ ਜਿਹੜਾ ਅੰਦਰਲੀ ਸੰਵੇਦਨਾ ਉਹ ਸੁਣਨੀ ਚਾਹੁੰਦਾ ਜੀ। ਇੱਕ ਪਿੰਡ ਹੋਵੇ ਮੇਰੇ ਖਾਬਾਂ ਦਾ, ਕੋਲੋਂ ਲੰਘਦਾ ਦਰਿਆ ਹੋਵੇ, ਜਿੱਥੇ ਸਾਦੇ ਲੋਗ ਵਸਨ, ਹਰ ਦਿਲ ਅਪਨਤ ਭਰਿਆ ਹੋਵੇ। ਇੱਕ ਪਿੰਡ ਹੋਵੇ ਮੇਰੇ ਖਾਬਾਂ ਦਾ, ਕਿਤੋਂ ਆਵੇ ਹੇਕ ਨਮਾਜ਼ਾਂ ਦੀ, ਕਿਤੋਂ ਟੱਲੀਆਂ ਦੀ ਆਵਾਜ਼ ਸੁਣੇ। ਇੱਕ ਵੱਖਰਾ ਹੀ ਆਲਮ ਸਿਰਜ ਦੇਵੇ ਕੋਈ, ਐਸਾ ਮਿੱਠੜਾ ਸਾਜ ਸੁਨੇ। ਕੀ ਬਾਤ ਹੈ। ਤੜਕੇ ਉੱਠ ਉਸ ਦੀ ਸ਼ਕਲ ਦਿਸੇ, ਤੜਕੇ ਉੱਠ ਉਸ ਦੀ ਸ਼ਕਲ ਦਿਸੇ, ਜਿਨ ਪਾਠ ਸੁਬਾ ਕਰਿਆ ਹੋਵੇ। ਇੱਕ ਪਿੰਡ ਹੋਵੇ ਮੇਰੇ ਖਾਬਾਂ ਦਾ, ਜੋ ਜੜ ਚੋਂ ਦੁੱਖ ਮਿਟਾ ਦੇਵੇ, ਜਿਹੜਾ ਮੂਲ ਮੁਸੀਬਤ ਜਾਣੇ ਬਈ। ਕੀ ਕਾਰਨ ਹੈ ਕੀ ਵਜ੍ਹਾ ਹੈ ਬਣੀ, ਜਿਹੜਾ ਦਰਦਾਂ ਨੂੰ ਪਹਿਚਾਨੇ ਵਈ। ਉੱਥੇ ਐਦਾਂ ਦਾ ਸਰਪੰਚ ਬਣੇ। ਕੀ ਬਾਤ ਹੈ। ਉੱਥੇ ਐਦਾਂ ਦਾ ਸਰਪੰਚ ਬਣੇ, ਜਿਨੇ ਹਰ ਦੁੱਖ ਆਪ ਜਰਿਆ ਹੋਵੇ। ਇੱਕ ਪਿੰਡ ਹੋਵੇ ਮੇਰੇ ਖਾਬਾਂ ਦਾ, ਐਸਾ ਹੋਵੇ ਜੀ ਆਇਆਂ ਨੂੰ ਬਸ ਰੂਹਾਂ ਅੰਦਰ ਲੈ ਜਾਵੇ, ਜੋ ਇੱਕ ਵਾਰ ਉਸ ਜੂ ਵੜ ਜਾਏ, ਉਹ ਉਥੋਂ ਦਾ ਹੀ ਹੋ ਜਾਵੇ। ਕੋਈ ਅੱਗ ਬਾਲੇ ਕੋਈ ਖੇਸ ਦੇਵੇ, ਕੋਈ ਅੱਗ ਬਾਲੇ ਕੋਈ ਖੇਸ ਦੇਵੇ, ਰਾਹੀ ਜੇ ਕੋਈ ਠਰਿਆ ਹੋਵੇ। ਇੱਕ ਪਿੰਡ ਹੋਵੇ ਮੇਰੇ ਖਾਬਾਂ ਦਾ, ਕੋਲੋਂ ਲੰਘਦਾ ਦਰਿਆ ਹੋਵੇ, ਉੱਥੇ ਸਾਦੇ ਲੋਗ ਵਸਨ, ਹਰ ਦਿਲ ਅਪਨਤ ਭਰਿਆ ਹੋਵੇ। ਇੱਕ ਪਿੰਡ ਹੋਵੇ ਮੇਰੇ ਖਾਬਾਂ ਦਾ। ਬਹੁਤ ਖੂਬ ਮੁਕੇਸ਼ ਜੀ, ਵਾਹ ਵਾਹ, ਕੀ ਬਾਤ ਹੈ। ਕਹਿਣ ਨੂੰ ਜੀ ਕਰਦਾ, ਵਾਰ-ਵਾਰ ਕਹਿਣ ਨੂੰ ਜੀ ਕਰਦਾ। ਥੈਂਕ ਯੂ। ਇੰਨੀ
ਬਿਜ਼ੀ ਲਾਈਫ ਹੁੰਦਿਆਂ ਹੋਇਆਂ ਬਿਜ਼ਨਸ ਦੇ ਵਿੱਚ ਇੱਕ ਤਰ੍ਹਾਂ ਦਾ ਸਲਿਸਟਰ ਦੀ ਲਾਈਫ, ਕੋਰਟਾਂ ਦੀ ਲਾਈਫ, ਫਾਈਲਾਂ ਦੇ ਨਾਲ ਇੱਕ ਤਰ੍ਹਾਂ ਦੀ ਚੈਰਿਟੀ ਕਰਦਿਆਂ ਹੋਇਆਂ ਸਾਰਾ ਕੁਝ ਹੁੰਦਿਆਂ ਹੋਇਆਂ ਵੀ ਕਵਿਤਾ ਦੇ ਨਾਲ ਜੁੜੇ ਰਹਿਣਾ, ਆਪਣੇ ਅੰਤਰਾਤਮਾ ਨਾਲ ਜੁੜਨਾ ਬਹੁਤ ਵੱਡੀ ਗੱਲ। ਮੁਕੇਸ਼ ਜੀ, ਇੱਕ ਗੱਲ ਮੈਂ ਤੁਹਾਡੇ ਨਾਲ ਬੇਸ਼ੱਕ ਸਾਂਝੀ ਕਰਦਾ ਜਾਵਾਂ ਕਿ ਮੋਰੀਆ ਸਲਿਸਟਰ, ਮੈਂ ਮੋਰੀਆ ਕਹਿੰਦਾ, ਨਾਮ ਤੌਰ 'ਤੇ ਗੋਰੇ ਮਰਾਇਆ ਕਹਿੰਦੇ ਆ, ਇਹ ਕਈ ਲੋਕ ਮੜੀਆ ਸਲਿਸਟਰ ਦੇ ਤੌਰ 'ਤੇ ਜਾਣਦੇ ਆ। ਮੇਰੇ ਨਾਲ ਜਦੋਂ ਮੈਂ ਤੁਹਾਡਾ ਨਾਲ ਹੀ ਨਾ, ਮੈਂ ਮੋਰੀਆ ਮੇਰੇ ਤੋਂ ਜਾਣ ਕੇ ਨਿਕਲਦਾ, ਕਿਉਂਕਿ ਮੈਨੂੰ ਹਿੰਦੁਸਤਾਨ ਦਾ ਪੁਰਾਣਾ ਇਤਿਹਾਸ ਯਾਦ ਆ ਜਾਂਦਾ। ਹਿੰਦੁਸਤਾਨ ਦਾ ਸ਼ਾਇਦ ਸਭ ਤੋਂ ਪਾਵਰਫੁਲ ਬਾਦਸ਼ਾਹ ਸੀ ਚੰਦਰ ਗੁਪਤ ਮੌਰੀਆ, ਜਿਹਨੇ ਪੂਰਾ ਭਾਰਤ ਵਰਸ਼ ਨੂੰ ਇਕੱਠਾ ਕੀਤਾ, ਰਿਆਸਤਾਂ ਛੋਟੇ ਛੋਟੇ ਜਿੱਤ ਕੇ। ਔਰ ਉਹ ਬਾਦਸ਼ਾਹ ਸੀ ਜਿਹਨੇ ਸਿਕੰਦਰ ਦੁਨੀਆ ਸਾਰੀ ਨੂੰ ਜਿੱਤਦਾ ਸੀ, ਜਿਹਦੇ ਡਰ ਕਰਕੇ ਸਿਕੰਦਰ ਵਾਪਸ ਮੁੜਿਆ, ਆਪਣੇ ਸੈਨਾਪਤੀ ਸਲਿਊਕਸ ਨੂੰ ਛੱਡ ਗਿਆ ਸੀ ਹਿੰਦੁਸਤਾਨ ਦੇ ਉੱਤੇ, ਪਰ ਸਲਿਊਕਸ ਨੂੰ ਚੰਦਰਗੁਪਤ ਨੇ ਹਰਾ ਕੇ ਵਾਪਸ ਤੋੜਿਆ ਸੀਗਾ। ਤੇ ਸਲਿਊਕਸ ਨੇ ਆਪਣੀ ਜਾਨ ਬਚਾਉਣ ਲਈ ਆਪਣੀ ਪੁੱਤਰੀ ਵਿਆਹੀ ਸੀ ਹਿੰਦੁਸਤਾਨ ਦੀ ਧਰਤੀ ਦੇ ਉੱਤੇ। ਸੋ ਮੈਨੂੰ ਉਹ ਜਿਹੜਾ ਹਿੰਦੁਸਤਾਨ ਦਾ ਪੁਰਾਣਾ ਇੱਕ ਤਰ੍ਹਾਂ ਦਾ ਗੌਰਵਸ਼ਾਲੀ ਇਤਿਹਾਸ ਹੈ ਨਾ, ਜਦੋਂ ਮੈਂ ਤੁਹਾਡੇ ਨਾਲ ਹੀ ਨਾ, ਮੈਂ ਉਹਦੇ ਨਾਲ ਬਦੋ ਬਦੀ ਜੁੜ ਜਾਂਦਾ ਤੁਹਾਡੇ ਲਈ। ਅਖੀਰ ਤੇ ਕਿਉਂਕਿ ਆਪਾਂ ਸੰਗਤ ਟੈਲੀਵਿਜ਼ਨ 'ਤੇ ਬੈਠੇ ਹਾਂ, ਔਰ ਸੰਗਤ ਟੈਲੀਵਿਜ਼ਨ ਰਾਹੀਂ ਆਪਾਂ ਨੂੰ ਦੁਨੀਆ ਭਰ 'ਚ ਦੇਖਿਆ ਸੁਣਿਆ ਜਾ ਰਿਹਾ। ਟੈਲੀਵਿਜ਼ਨ ਬਾਰੇ ਕੋਈ ਗੱਲ? ਦੇਖੋ, ਸੰਗਤ ਟੀਵੀ ਬਾਰੇ ਮੈਂ ਕਹਾਂਗਾ ਕਿ ਇਹ ਕਮਿਊਨਿਟੀ ਵਾਸਤੇ ਬਹੁਤ ਹੀ ਅੱਛਾ ਕੰਮ ਕਰ ਰਹੇ ਆ। ਜਦੋਂ ਰਾਇਟਸ ਹੋਈਆਂ ਸੀਗੀਆਂ ਬਰਮਿੰਘਮ ਦੇ ਵਿੱਚ, ਇਹਨਾਂ ਨੇ ਇੰਨਾ ਪਾਰਟ ਪਲੇ ਕੀਤਾ ਸੀਗਾ ਕਿ ਕਿੰਨੇ ਜਿਹੜੇ ਬਿਜ਼ਨਸ ਸੀਗੇ ਇਨਰ ਸਿਟੀ ਦੇ ਵਿੱਚ, ਉਹਨਾਂ ਨੂੰ ਬੜਾ ਉਹ ਡਿਸਟਰੋਏ ਹੋ ਜਾਣੇ ਸੀਗੇ, ਕਿ ਇਹਨਾਂ ਨੇ ਅੰਤ ਤੱਕ ਮਿਹਨਤ ਕਰਕੇ ਉਹ ਕ੍ਰਿਮੀਨਲ ਜਿਹੜੇ ਐਲੀਮੈਂਟ ਸੀ ਉਹਨਾਂ ਦਾ ਪਿੱਛਾ ਕੀਤਾ, ਉਹਨਾਂ ਨੂੰ ਐਕਸਪੋਜ਼ ਕੀਤਾ, ਔਰ ਪੁਲਿਸ ਦੀ ਬੜੀ ਮਦਦ ਕੀਤੀ। ਉਹ ਕਿੰਨੇ ਲੋਕਾਂ ਦੀ ਜਾਨ ਬਚਾਈ। ਫਿਰ ਇਹ ਹੁਣ ਕਮਿਊਨਿਟੀ ਦਾ ਇਤਨਾ ਕੰਮ ਕਰ ਰਹੇ ਆ, ਬੜਾ ਬੈਲੈਂਸ ਵਿਊ ਉਹ ਪੇਸ਼ ਕਰ ਰਹੇ ਆ ਕਮਿਊਨਿਟੀ ਦਾ, ਕੋਈ ਬਾਇਸ ਵਿਊ ਨਹੀਂ ਪੇਸ਼ ਕਰ ਰਹੇ। ਇਸ ਕਰਕੇ ਸਾਰੀ ਕਮਿਊਨਿਟੀ ਨੂੰ ਇਹ ਚਾਹੀਦਾ, ਕਿਉਂਕਿ ਇਹ ਚੈਰਿਟੀ ਹੈਗੀ ਆ, ਇਹਨਾਂ ਨੂੰ ਮਤਲਬ ਪੂਰੀ ਮਦਦ ਦਿੱਤੀ ਜਾਵੇ, ਇਹਨਾਂ ਦਾ ਪੂਰਾ ਸਹਿਯੋਗ ਇਹਨਾਂ ਨਾਲ ਕੀਤਾ ਜਾਵੇ। ਜੋ ਕੁਝ ਵੀ ਅਸੀਂ ਕਰ ਸਕਦੇ ਹਾਂ ਸੰਗਤ ਟੀਵੀ ਵਾਸਤੇ ਸਾਨੂੰ ਕਰਨਾ ਚਾਹੀਦਾ। ਅਸੀਂ ਬੜੇ ਪ੍ਰਾਊਡ ਆ ਗਏ ਹਾਂ ਸੰਗਤ ਟੀਵੀ ਦੇ ਉੱਤੇ ਕਿ ਇਹਨਾਂ ਨੇ ਐਡਾ ਵੱਡਾ ਬੀੜਾ ਉਠਾਇਆ, ਔਰ ਬੜਾ ਬੈਲੈਂਸ ਵਿਊ ਜਿਹੜਾ ਕਮਿਊਨਿਟੀ ਦਾ ਔਰ ਹਰ ਪੱਖੋਂ ਹੋਏ ਪੇਸ਼ ਕਰ ਰਹੇ ਆ। ਇਸ ਕਰਕੇ ਤੁਸੀਂ ਪਲੀਜ਼, ਮੈਂ ਤੁਹਾਨੂੰ ਸਭ ਨੂੰ ਅਪੀਲ ਕਰਦਾ ਕਿ ਸੰਗਤ ਟੀਵੀ ਨਾਲ ਜੁੜੋ, ਇਹਨੂੰ ਸੁਣੋ, ਇਹਦੇ ਵਿੱਚ ਆ ਕੇ ਪਾਰਟਿਸਿਪੇਟ ਕਰੋ, ਅਤੇ ਜੋ ਵੀ ਤੁਸੀਂ ਮਾਇਆ ਕੋਈ ਵੀ ਚੀਜ਼ ਤੁਸੀਂ ਆਪ ਦੇ ਸਕਦੇ ਆ ਸੰਗਤ ਟੀਵੀ ਦੀ, ਜੋ ਤੁਸੀਂ ਮਦਦ ਕਰੋ। ਮੁਕੇਸ਼ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਆਪਣੇ ਬਿਜੀ ਸ਼ਡਿਊਲ ਦੇ ਵਿੱਚੋਂ ਟਾਈਮ ਦਿੱਤਾ ਸੰਗਤ ਟੀਵੀ ਨੂੰ ਸਾਡੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਹੋਇਆਂ। ਹਿਰਦੇ ਤੋਂ ਤੁਹਾਡਾ ਧੰਨਵਾਦ। ਕੋਈ ਗੱਲ ਜੇ ਕੋਈ ਤੁਹਾਡੇ ਮਨ 'ਚ ਰਹਿ ਗਈ ਹੋਵੇ, ਤੇ ਇੱਕ ਵਾਕ 'ਚ ਕੋਈ ਸਮਾਂ ਹੋ ਗਿਆ, ਇੱਕ ਵਾਕ 'ਚ ਕਹਿ ਸਕਦੇ ਜੋ ਕਿ ਰਹਿ ਗਈ ਤਾਂ? ਨਹੀਂ, ਮੈਂ ਤੁਹਾਡਾ ਧੰਨਵਾਦ ਬੜਾ ਕਰਦਾ, ਕਿਉਂਕਿ ਤੁਸੀਂ ਸਾਡੀ ਫਰਮ ਦੀ ਅਰਦਾਸ ਕੀਤੀ। ਤੁਹਾਡੀ ਅਰਦਾਸ ਕੀਤੇ ਨਾਲ ਸਾਨੂੰ ਬੜੀ ਕਾਮਯਾਬੀ ਮਿਲੀ। ਸਤਿਗੁਰ ਦੀਆਂ ਬਖਸ਼ੀਆਂ। ਤੇ ਬਾਕੀ ਮੈਂ ਬੜੀ ਦਾਤ ਕਰਦਾ ਕਿ ਤੁਸੀਂ ਬੜੀ ਨੌਲੇਜ ਕਮਾਈ ਕੀਤੀ ਹੈ, ਜਿਸ ਤਰੀਕੇ ਨਾਲ ਤੁਸੀਂ ਐਕਸਪਲੇਨ ਕੀਤਾ ਉਹਨਾਂ ਨੂੰ ਬੜੇ ਸ਼ਲੋਕਾਂ ਦੇ ਨਾਲ, ਕਿ ਮੈਂ ਬਹੁਤ ਮਤਲਬ ਖੁਸ਼ ਹਾਂ। ਧੰਨਵਾਦ ਤੁਹਾਡਾ, ਧੰਨਵਾਦ ਮੁਕੇਸ਼ ਮੂਰੀਆ ਜੀ ਦਾ ਇੱਕ ਵਾਰੀ, ਔਰ ਧੰਨਵਾਦ ਆਪ ਸਭ ਦਾ ਵੀ ਜਿਹੜੇ ਕਿ ਸੰਗਤ ਟੈਲੀਵਿਜ਼ਨ ਨਾਲ ਜੁੜ ਮਿਲ ਕੇ ਬੈਠੇ ਹੋ। ਆਪਾਂ ਇੱਦਾਂ ਹੀ ਜੁੜੇ ਰਹਿਣਾ, ਜੁੜ ਮਿਲ ਕੇ ਆਪਾਂ ਕੌਮ ਦੇ ਰੋਸ਼ਨ ਭਵਿੱਖ ਦੀ ਗੱਲ ਕਰਨੀ ਆ। ਇੱਕ ਵਾਰ ਫਤਿਹ ਸਾਂਝੀ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।